ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵਾਂ ਜੀ, ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ, ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ, ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਗੁਰ ਦਿਸ ਚੱਲਿਓ ਕੇਲਾ ਉਬਾਰੀ, ਹਤਾ ਦੁਸ਼ਟ ਚੰਦੂ ਦੁਰਚਾਰੀ। ਤਬਹਿ ਸਿਪਾਹੀ ਗਹਿ ਕਰ ਸੋਟਾ, ਦੋਏ ਤ੍ਰੈ ਹਤੇ ਜਾਤ ਕੋ ਹੋਟਾ। ਗੁਰ ਦਿਸ ਚੱਲਿਓ ਕੇਲਾ ਉਬਾਰੀ, ਹਤਾ ਦੁਸ਼ਟ ਚੰਦੂ ਦੁਰਚਾਰੀ। ਤਬਹਿ ਸਿਪਾਹੀ ਗਹਿ ਕਰ ਸੋਟਾ, ਦੋਏ ਤ੍ਰੈ ਹਤੇ ਜਾਤ ਕੋ ਹੋਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਦਇਆ ਨਿਧ ਕਿਰਪਾ ਦੇਖ ਜਾਨੇ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨ ਦਿਆਲ ਊਚ ਅਪਾਰ ਬੇਅੰਤ ਸੁਆਮੀ। ਰਾਜਾਨ ਰਾਜਪਾਨ ਆਨ ਪਾਨ ਦੇਵਾਨ ਦੇਵ, ਨਿਚਲ ਚੌਰ ਛਤਰ ਤਖਤ ਦੇ ਮਾਲਕ।
ਧੰਨ ਧੰਨ ਸਾਹਿਬ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ। ਐਸੇ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ, ਦਰਸ਼ਨ ਦਿਦਾਰੇ ਕਰਦਿਆਂ ਹੋਇਆਂ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾ ਰਹੀ ਹੈ। ਆਪ ਕਥਾ ਸ਼੍ਰਵਣ ਕਰਨ ਦੇ ਪ੍ਰੇਮੀ ਜਨ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਜਗ ਦਾਤੇ ਬਾਣੀ ਕੇ ਬੋਹਿਤ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸ਼੍ਰਵਣ ਕਰਦਿਆਂ ਹੋਇਆਂ ਆਪਣੇ ਸਮੇਂ ਨੂੰ ਆਪਣੇ ਮਨੁੱਖਾ ਜਾਮੇ ਨੂੰ ਸਫਲ ਬਣਾਉਂਦੇ ਹੋ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਪਿਛਲੇ ਡਾਢੇ ਸਮੇਂ ਤੋਂ ਰਲ ਮਿਲ ਕਰਕੇ ਆਪਾਂ ਸ਼੍ਰਵਣ ਕਰ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸ਼੍ਰਵਣ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਪਹਿਲੇ ਜਾਮੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੇ ਰੂਪ ਵਿੱਚ ਸੰਸਾਰ ਵਿੱਚ ਵਰਤੇ, ਜਿਨ੍ਹਾਂ ਨੇ ਬਾਬਰਕਿਆਂ ਨੂੰ ਰਾਜ ਦੀ ਬਖਸ਼ਿਸ਼ ਕੀਤੀ। ਔਰ ਉਸ ਸਮੇਂ ਏਮਨਾਬਾਦ ਦੀ ਧਰਤੀ 'ਤੇ ਬਾਬਰ ਨੂੰ ਇਹ ਵੀ ਬਚਨ ਕਹਿ ਦਿੱਤੇ ਸਨ ਕਿ ਰਾਜ ਓਨਾ ਸਮਾਂ ਸਲਾਮਤ ਰਹੇਗਾ ਜਿੰਨਾ ਸਮਾਂ ਤੁਹਾਡੇ ਘਰ ਵਿੱਚ ਨਿਆਂ ਰਹੇਗਾ, ਹੱਕ ਸੱਚ ਦਾ ਬੋਲਬਾਲਾ ਰਹੇਗਾ। ਜਦੋਂ ਤੁਹਾਡੇ ਘਰ ਤੋਂ ਨਿਆਂ ਚਲਾ ਜਾਵੇਗਾ, ਕਿਸੇ ਨੂੰ ਨਿਆਂ ਦੀ ਆਸ ਨਹੀਂ ਰਹੇਗੀ, ਮਜ਼ਲੂਮ 'ਤੇ ਜ਼ੁਲਮ ਹੋਵੇਗਾ, ਉਦੋਂ ਇਹ ਰਾਜ ਅਸੀਂ ਆਪ ਹੀ ਤੁਹਾਡੇ ਰਾਜ ਦੀਆਂ ਜੜ੍ਹਾਂ ਵਿੱਚ ਖੂਨ ਪਾ ਕਰਕੇ ਆਪਣਾ ਅਤੇ ਇਹਨੂੰ ਪੱਟ ਸੁੱਟਾਂਗੇ। ਉਹਨਾਂ ਬਚਨਾਂ ਨੂੰ ਸਾਧ ਸੰਗਤ ਜੀ ਪੂਰਿਆਂ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਲਾਹੌਰ ਪਹੁੰਚੇ। ਸੱਚੇ ਪਾਤਸ਼ਾਹ ਜੀਆਂ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ। ਵਜ਼ੀਰ ਖਾਨ ਨਾਮੇ ਇੱਕ ਮੁਸਲਮਾਨ ਨੂੰ ਭੇਜਿਆ ਜੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸਿੱਖ ਹੈ ਸੀ। ਪਾਤਸ਼ਾਹ ਕਚਹਿਰੀ ਵਿੱਚ ਹਾਜ਼ਰ ਹੋਏ, ਬੇਅੰਤ ਤਰ੍ਹਾਂ ਦੇ ਸਵਾਲ ਜਵਾਬ ਹੋਏ। ਉੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਸਿਧਾਂਤ ਸਭ ਦੇ ਸਾਹਮਣੇ ਰੱਖਿਆ, ਜੋ ਸਾਰੀ ਉਮਰ ਤੋਂ ਪ੍ਰਚਾਰਦੇ ਆ ਰਹੇ ਸਨ। ਮੁਸਲਮਾਨ ਮੋਮ ਦਿਲ ਹੋਵੈ, ਜਿਹੜੀ ਗੁਰਬਾਣੀ ਮਹਾਰਾਜੀਆਂ ਹੱਥੀਂ ਲਿਖਵਾਈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਹਮਨ ਕਹੀਅਤ ਹੈ ਹਮਾਰੈ। ਖੱਤਰੀ ਸੋਜ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੈ ਸਰੀਰ। ਇਸ ਤਰ੍ਹਾਂ ਦਾ ਜਿਹੜਾ ਮਤਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦਾ, ਤੋ ਉਹ ਮਹਾਰਾਜ ਨੇ ਦੱਸਿਆ ਕਿ ਸਰਬ ਸ਼ਬਦੰ ਤੈਕ ਸ਼ਬਦੰ ਜੇ ਕੋ ਜਾਨ ਸਭੇਓ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਖੇਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨ ਸਭੇਓ। ਨਾਨਕ ਤਾ ਕੋ ਦਾਸ ਹੈ, ਸੋਈ ਨਿਰੰਜਨ ਦੇਓ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਇਹ ਪਾਵਨ ਪਵਿੱਤਰ ਮਤਾ ਜਿਹੜਾ ਹੈ ਉਹ ਰੱਖਣਾ ਕੀਤਾ ਸਭ ਦੇ ਸਾਹਮਣੇ। ਇਧਰ ਸਾਧ ਸੰਗਤ ਜੀ ਚੰਦੂ ਜਿਹੜਾ ਮਹਾਰਾਜ ਤੋਂ ਵੈਰ ਲੈਣ ਦੀ ਇੱਛਾ ਰੱਖਦਾ ਹੈ, ਬਹਾਨੇ ਨਾਲ ਬਾਦਸ਼ਾਹ ਜਹਾਂਗੀਰ ਨੂੰ ਇੱਥੋਂ ਤੋਰ ਦਿੱਤਾ। ਇਹ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦਾ ਇਹ ਲਿਖਣਾ ਹੈ। ਪਰ ਕੁਝ ਹੋਰ ਨੁਸਖੇ ਜਿਹੜੇ ਆ, ਜਿਵੇਂ ਜਹਾਂਗੀਰ ਦੀ ਆਪਣੀ ਲਿਖਤ ਹੈ ਤੁਜ਼ਕੇ ਜਹਾਂਗੀਰੀ, ਉਹਦੇ ਵਿੱਚ ਉਹ ਖੁਦ ਲਿਖਦਾ ਹੈ ਵੀ 4-5 ਪੀੜ੍ਹੀਆਂ ਤੋਂ ਇਹ
ਗੁਰੂ ਅਰਜਨ ਦੇਵ ਕੇ ਵੱਡੇ ਵਡੇਰਿਆਂ ਨੇ ਭੋਲੇ ਭਾਲੇ ਹਿੰਦੂਆਂ ਨੂੰ, ਮੁਸਲਮਾਨਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕੀਤਾ। ਇਹ ਦੁਕਾਨ ਮੈਂ ਬੰਦ ਕਰਾਉਣ ਦੀ ਬੜੇ ਸਮੇਂ ਤੋਂ ਉਡੀਕ ਕਰਦਾ ਸਾਂ। ਇਸ ਤਰ੍ਹਾਂ ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਵੀ ਸ਼ੁਰੂ ਤੋਂ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਨਾਲ ਖੁਣ ਸਿਖਾਉਂਦਾ ਹੈ ਸੀ। ਇਹ ਨਹੀਂ ਸੀ ਜਾਣਦਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਕਿੱਡੀਆਂ ਵਡਿਆਈਆਂ, ਤੋ ਇਹਨੂੰ ਵੀ ਵਿੱਚ ਹੀ ਬਰਾਬਰ ਦਾ ਸ਼ਰੀਕ ਸ਼ਾਮਲ ਗਿਣਿਆ ਜਾਣਾ ਚਾਹੀਦਾ। ਨਾਲ ਹੀ ਸਾਧ ਸੰਗਤ ਜੀ, ਚੰਦੂ ਪਾਪੀ ਨੇ ਜਿਵੇਂ ਕਵੀ ਜੀਆਂ ਲਿਖਿਆ ਕਿ ਜਹਾਂਗੀਰ ਨੂੰ ਦਿੱਲੀ ਤੋਰਿਆ ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਅਖੇ ਮੈਂ ਇਹਨਾਂ ਦੀ ਸੇਵਾ ਕਰਨੀ ਚਾਹੁੰਦਾ ਅਤੇ ਆਪਣੇ ਘਰ ਲੈ ਗਿਆ। ਇੱਧਰ ਭਾਈ ਪੁਰਾਣਾ, ਭਾਈ ਪੈੜਾ, ਭਾਈ ਲੰਗਾ, ਬਾਬਾ ਬਿਧੀ ਚੰਦ ਤੋਂ ਆਦਿ 5 ਸਿੱਖ ਮਹਾਰਾਜ ਦੇ ਨਾਲ ਹਨਗੇ। ਇਹਨਾਂ ਨੂੰ ਡਿਓੜੀ ਵਿੱਚ ਕੈਦ ਕੀਤਾ। ਸੱਚੇ ਪਾਤਸ਼ਾਹ ਜੀਆਂ ਨੂੰ ਚੰਦੂ ਨੇ ਆਪਣੀ ਅੱਗੇ ਹਵੇਲੀ ਵਿੱਚ ਰੱਖਿਆ। ਇੱਕ ਰਾਤ ਲੰਘੀ, ਦੂਜੇ ਦਿਨ ਮਹਾਰਾਜ ਨੂੰ ਕਹਿਣ ਲੱਗਿਆ ਹੰਕਾਰੀ ਪਾਪੀ ਚੰਦੂ ਕਿ ਮੇਰੀ ਸ਼ਰਤ ਮੰਨ ਲਓ, ਦੱਸੋ ਕਿ ਤੁਹਾਡੇ ਵਾਸਤੇ ਲੱਕੜਾਂ ਇਕੱਠੀਆਂ ਕੀਤੀਆਂ ਜਾਣ, ਭਾਵ ਤੁਹਾਨੂੰ ਘਾਤ ਕਰ ਦਿੱਤਾ ਜਾਵੇ, ਜਾਂ ਮੇਰੀ ਪੁੱਤਰੀ ਦਾ ਰਿਸ਼ਤਾ ਹਰਗੋਬਿੰਦ ਸਾਹਿਬ ਵਾਸਤੇ ਕਬੂਲ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਚੰਦੂ ਤੂੰ ਤਾਂ ਕਹਿੰਦਾ ਸੀ ਮੈਂ ਚਬਾਰਾਂ, ਅਤੇ ਹੁਣ ਕਿਵੇਂ ਤੈਨੂੰ ਖੂਹ ਦੀ ਮੋਰੀ ਪਸੰਦ ਆ ਗਈ। ਫਿਰ ਕਹਿੰਦਾ ਤੁਸਾਂ ਮੈਨੂੰ ਕੁੱਤਾ ਆਖਿਆ। ਮਹਾਰਾਜ ਕਹਿੰਦੇ ਅਸੀਂ ਕੁੱਤਾ ਨਹੀਂ ਆਖਿਆ, ਪਰ ਸਾਡੇ ਸਿੱਖ ਨੇ ਆਖਿਆ ਸੀ। ਬਾਕੀ ਕੋਈ ਗੱਲ ਨਹੀਂ, ਜੇ ਸਿੱਖ ਨੇ ਵੀ ਆਖਿਆ ਅਤੇ ਸਿੱਖ ਸਾਥੋਂ ਕਿਹੜਾ ਵੱਖਰੇ ਹੈ। ਸਿੱਖ ਗੁਰੂ ਦਾ ਰੂਪ ਹਨ ਅਤੇ ਅਸੀਂ ਮੰਨਦੇ ਹਾਂ ਬਿਲਕੁਲ ਵੀ ਸਿੱਖ ਨੇ ਨਹੀਂ ਆਖਿਆ, ਅਸੀਂ ਆਖਿਆ। ਮਹਾਰਾਜ ਨੇ ਸਿੱਖਾਂ ਦੇ ਬਚਨ ਦੀ ਲਾਜ ਪੱਤ ਵੀ ਰੱਖੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਫਿਰ ਜਦੋਂ ਮਹਾਰਾਜ ਨੇ ਕੋਰੀ ਨਾ ਕਰ ਦਿੱਤੀ, ਪਾਪੀ ਚੰਦੂ ਸਿਪਾਹੀਆਂ ਨੂੰ ਕਹਿੰਦਾ ਵੀ ਇਹਨਾਂ ਨੂੰ ਖਾਣਾ ਪੀਣਾ ਅਤੇ ਸੌਣਾ ਬੰਦ ਕਰ ਦਿਓ। 1 ਲੱਖ ਰੁਪਈਆ ਦੇਣ 'ਤੇ ਕੋਈ ਛਕਾਉਣਾ ਹੈ, 1 ਲੱਖ ਰੁਪਈਆ ਲੈ ਕੇ ਪਾਣੀ ਦੇਣਾ ਹੈ, 1 ਲੱਖ ਰੁਪਈਆ ਲੈ ਕੇ ਇਹਨਾਂ ਨੂੰ ਵਿਰਾਜਣ ਦੇਣਾ, ਨਾ ਖੜ੍ਹੇ ਹੋਣ ਦੇਣਾ, ਨਾ ਪੈਣ ਦੇਣਾ, ਬਿਠਾਈ ਰੱਖੋ। ਸਤਿਗੁਰੂ ਕਹਿੰਦੇ ਲੋੜ ਹੀ ਨਹੀਂ ਚੰਦੂ ਪਾਪੀ, ਅਸੀਂ ਵੈਸੇ ਹੀ ਤੇਰੇ ਵਰਗੇ ਅਣਚਾਰੀ ਦਾ ਧਾਨ ਖਾ ਕੇ ਖੁਸ਼ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਹੈ, ਬਾਹਮਣ ਕੈਲੀ ਘਾਤ ਕੰਜਕਾ, ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਬਦੀਆ, ਸਦਾ ਸਦਾ ਅਭਿਮਾਨ। ਤੇਰੇ ਵਰਗੇ ਅਣਚਾਰੀ ਦਾ ਧਾਨ ਖਾਣਾ, ਅੰਨ ਖਾਣਾ ਮਹਾਂ ਪਾਪ ਹੈ। ਤੇਰੇ ਘਰ ਦਾ ਜਲ ਪਾਣੀ ਉਸ ਤਰ੍ਹਾਂ ਹੀ ਅਸੀਂ ਤਿਆਗਿਆ ਹੋਇਆ, ਨਹੀਂ ਛਕਾਂਗੇ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਨੂੰ ਭੁੱਖਿਆਂ ਰੱਖਿਆ ਗਿਆ, ਨਾ ਛਕਣ ਨੂੰ ਜਲ ਦਿੱਤਾ, ਬਿਠਾਲੀ ਰੱਖਿਆ ਹੈ। ਤੋ ਇੱਧਰ ਅਗਲਾ ਦਿਨ ਚੜ੍ਹਿਆ, ਚੰਦੂ ਫਿਰ ਮਹਾਰਾਜ ਦੇ ਪਾਸ ਪਹੁੰਚਿਆ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਹੀ ਸਵਾਲ ਕਰਦਾ ਹੈ ਵੀ ਮੇਰਾ ਬਚਨ ਮੰਨੋ, ਮੇਰੀ ਪੁੱਤਰੀ ਦਾ ਰਿਸ਼ਤਾ ਹਰਗੋਬਿੰਦ ਸਾਹਿਬ ਵਾਸਤੇ ਮੰਨ ਜਾਓ ਅਤੇ ਮੈਂ ਛੱਡ ਦੇਵਾਂਗਾ। ਸਤਿਗੁਰੂ ਕਹਿੰਦੇ ਸਾਡਾ ਪਹਿਲਾਂ ਵੀ ਜੋ ਜਵਾਬ ਸੀ ਹੁਣ ਵੀ ਉਹ ਹੈ ਅਤੇ ਅਗਾਂਹ ਵੀ ਉਹ ਰਹੇਗਾ, ਤੇਥੋਂ ਜੋ ਹੁੰਦਾ ਤੂੰ ਕਰ ਲੈ। ਅਤੇ ਚੰਦੂ ਨੇ ਸਾਧ ਸੰਗਤ ਜੀ ਫਿਰ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਨੂੰ ਤਸੀਹੇ ਦੇਣੇ ਚਾਹੇ ਦਿੱਤੇ, ਦਿਵਾਏ ਸੈਨਿਕਾਂ ਜਲਾਦਾਂ ਪਾਸੋਂ। ਜਿਵੇਂ ਸਿੱਖਾਂ ਨੇ ਪੀੜ ਮਹਿਸੂਸ ਕੀਤੀ ਭਾਈ ਪੁਰਾਣਾ ਜੀ ਵਰਗਿਆਂ ਨੇ, ਉਹ ਸਾਰਾ ਪ੍ਰਸੰਗ ਅੱਜ ਆਵੇਗਾ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਹਿਰਦੇ ਵਸਾਈਏ ਜੀ, ਚਿੱਤ ਦੀ ਬਿਰਤੀ ਨੂੰ ਇਕਾਗਰ ਕਰੀਏ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਹਿਰਦੇ ਵਸਾਓ, ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਦੇਸ਼ ਚੱਲਿਓ ਕੇਲਾ ਉਬਾਰੀ। ਤੋ ਸਾਧ ਸੰਗਤ ਜੀ ਦੇਗ ਮੰਗਾਈ ਗਈ ਪਾਪੀ ਚੰਦੂ ਵੱਲੋਂ ਆਦਮ ਕੱਦ ਦੀ, ਉਹਦੇ ਵਿੱਚ ਪਾਣੀ ਪਾ ਕੇ ਚੰਗਾ ਉਬਾਲ ਕੇ ਅਤੇ ਕਹਿੰਦਾ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਵਿੱਚ ਬਿਠਾਓ। ਸੱਚੇ ਪਾਤਸ਼ਾਹ ਨਿਰਭੈ ਗਰੀਬ ਨਵਾਜ ਆਪ ਹੀ ਉੱਠ ਕਰਕੇ ਅਤੇ ਜਾ
ਦੇ ਅੱਗੇ ਪਾਣੀ ਦੇ ਵਿੱਚ ਚੌਂਕੜਾ ਲਾਇਆ, ਥੱਲੇ ਅੱਗ ਬਾਲੀ ਜਾ ਰਹੀ ਹੈ, ਦੇਗ ਉਬਾਲਾ ਖਾਂਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅਡੋਲ ਇੱਕ ਰਸ ਉਸ ਦੇਗ ਵਿੱਚ ਚੌਂਕੜਾ ਲਾ ਬੈਠੇ ਹਨ। ਇੱਧਰ ਜਦੋਂ ਮਹਾਰਾਜ ਦੇਗ ਵਿੱਚ ਸਜੇ, ਸਿੱਖਾਂ ਤੋਂ ਸਾਧ ਸੰਗਤ ਜੀ ਕਿੱਥੇ ਰਿਹਾ ਜਾਂਦਾ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ। ਤੇ ਸਿੱਖਾਂ ਦੀ ਭੁੱਬ ਨਿਕਲ ਗਈ। ਪਾਤਸ਼ਾਹ ਮਹਾਰਾਜ ਤੇ ਏਡਾ ਕਸ਼ਟ ਪਿਆ ਵੇਖ ਕੇ ਭਾਈ ਪੁਰਾਣਾ ਜੀ ਜਿਹੜੇ ਹੈ ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਾਲੇ ਪਾਸੇ ਨੂੰ ਦੌੜੇ। ਇੱਕੋ ਵਾਰੀ ਜਿਹੜਾ ਉੱਠ ਕੇ ਨਾ ਡਿਉੜੀ ਚੋਂ ਵੱਜੇ ਹੋਏ ਰੱਸਿਆਂ ਦੇ ਨਾਲ ਗੋਡਿਆਂ ਦੇ ਭਾਰ, ਬਲਦੀ ਹੋਈ ਦੇਗ, ਉਬਲਦੀ ਦੇਗ, ਬਲਦੀਆਂ ਲੱਕੜਾਂ ਚੁੱਲ੍ਹੇ ਵਾਲੇ ਪਾਸੇ ਨੂੰ ਇੱਕੋ ਵਾਰੀ ਉੱਠ ਕੇ ਦੌੜੇ ਹਨ। ਹਤਾਂ ਦੁਸ਼ਟ ਚੰਦੂ ਦੁਰਚਾਰੀ। ਤੇ ਮਨ ਵਿੱਚ ਇਹ ਸੋਚਿਆ ਵੀ ਮੈਂ ਇਹ ਚੰਦੂ ਨੂੰ ਜਿਉਂਦਾ ਨਹੀਂ ਛੱਡਾਂਗਾ, ਇਹ ਪਾਪੀ ਚੰਦੂ ਨੂੰ ਜਾਨੋਂ ਮਾਰ ਮੁਕਾਵਾਂਗਾ। ਤਬਹਿ ਸਿਪਾਹੀ ਗਹਿ ਕਰ ਸੋਟਾ। ਜਦੋਂ ਭਾਈ ਪੁਰਾਣਾ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੱਲ ਵੱਧਦੇ ਹੈ, ਸਿਪਾਹੀਆਂ ਨੇ ਹੱਥ ਵਿੱਚ ਡਾਂਗ ਪਕੜੀ ਹੋਈ ਹੈ। ਦੋਏ ਤ੍ਰੈ ਹਤੇ ਜਾਤ ਕੋ ਹੋਟਾ। 2-4 ਡਾਂਗਾਂ ਛੋਟੇ ਜਿਹੜੇ ਆ ਭਾਈ ਪੁਰਾਣਾ ਜੀ ਦੇ ਸਿਰ ਵਿੱਚ ਮੋਹਰਾਂ ਵਿੱਚ ਮਾਰਨਾ ਕੀਤੇ ਹੈ। ਸਤਿਗੁਰ ਕਹਿਓ ਨ ਆਵੋ ਤੀਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਪੁਰਾਣਾ ਜੀ ਨੂੰ ਪੈਂਦੀ ਹੋਈ ਕੁੱਟ ਵੇਖਦੇ ਹੈ, ਕਹਿਣ ਲੱਗੇ ਭਾਈ ਪੁਰਾਣਾ ਕਿਉਂ ਕਸ਼ਟ ਕਰਦੇ ਹੋ, ਤੁਹਾਨੂੰ ਨਹੀਂ ਲੋੜ ਸਾਡੇ ਪਾਸ ਆਉਣ ਦੀ, ਇੱਥੇ ਟਿਕੇ ਰਹੋ। ਪਰਹਿ ਦੁਸ਼ਟ ਜਰ ਖਾਰੇ ਨੀਰ। ਕੋਈ ਗੱਲ ਨਹੀਂ, ਸਾਨੂੰ ਵੇਖ ਕੇ ਦੁੱਖ ਤੁਹਾਡੇ ਮਨ ਨੂੰ ਦੁਖੀ ਕਰਨ ਦੀ ਲੋੜ ਨਹੀਂ ਭਾਈ ਪੁਰਾਣਾ। ਇਹ ਸਾਨੂੰ ਜਲ ਵਿੱਚ ਨਹੀਂ ਭਾਇਆ, ਚੰਦੂ ਦੁਸ਼ਟ ਨੇ ਆਪਦੀਆਂ ਜੜ੍ਹਾਂ ਖਾਰੇ ਸਮੁੰਦਰ ਵਿੱਚ ਲਾ ਲਈਆਂ ਹਨ। ਹਮ ਤਉ ਤਜਹਿ ਆਪਣੇ ਪ੍ਰਾਨ। ਅਸੀਂ ਤਾਂ ਕੁਝ ਸਮਾਂ ਪਾ ਕੇ ਆਪਦੇ ਪ੍ਰਾਣ ਛੱਡ ਹੀ ਜਾਣੇ ਆ, ਸਰੀਰ ਤਿਆਗ ਹੀ ਜਾਣਾ ਹੈ। ਲੇਹੋ ਸਾਸਨਾ ਤੁਮ ਕਿਉ ਆਨ। ਤੇ ਤੁਸੀਂ ਕਿਉਂ ਐਵੇਂ ਉਦਮ ਕਰਕੇ ਇਹ ਮੁਸਲਮਾਨਾਂ ਤੋਂ, ਫੌਜ ਤੋਂ ਡਾਂਗਾਂ ਖਾ ਰਹੇ ਹੋ। ਅਸੀਂ ਤਾਂ ਸਰੀਰ ਛੱਡਣਾ ਹੀ ਆ ਭਾਈ ਪੁਰਾਣਾ ਜੀ, ਤੁਸੀਂ ਕਿਉਂ ਐਵੇਂ ਜਿਹੜਾ ਮੁਫਤ ਦੇ ਵਿੱਚ ਹੀ ਬਿਨਾਂ ਕਾਰਨ ਤੋਂ ਹੀ ਦੁੱਖ ਭੋਗ ਰਹੇ ਹੋ। ਹਰਿਓ ਦੂਰ ਕਰ ਜੋਰ ਪਿਰਾਣਾ। ਭਾਈ ਪੁਰਾਣਾ ਜੀ ਦੂਰੋਂ ਡਿਉੜੀ ਵਿੱਚੋਂ ਹੱਥ ਜੋੜ ਕੇ ਖੜਾ ਹੋਇਆ ਹੈ। ਸ਼ਕਤ ਦਿਖਾਵਣ ਹੇਤ ਵਖਾਣਾ। ਤੇ ਮਹਾਰਾਜ ਨੂੰ ਨਾ ਭਾਈ ਪੁਰਾਣਾ ਜੀ ਆਪਦੀ ਸ਼ਕਤੀ ਵਿਖਾਉਣ ਵਾਸਤੇ ਬੇਨਤੀ ਕਰਨ ਲੱਗਿਆ, ਹੇ ਸੱਚੇ ਪਾਤਸ਼ਾਹ ਜੇ ਤੁਹਾਡੀ ਆਗਿਆ ਹੋਵੇ। ਪ੍ਰਭ ਜੀ ਰਹਿਓ ਜਾਏ ਨਹਿ ਮੋਤੇ। ਮਹਾਰਾਜ ਮੈਨੂੰ ਆਗਿਆ ਕਰੋ, ਹੁਕਮ ਕਰੋ, ਕਿਉਂਕਿ ਤੁਹਾਡੇ ਉੱਪਰ ਕਸ਼ਟ ਪਿਆ ਹੋਇਆ ਵੇਖ ਕੇ, ਤੁਹਾਨੂੰ ਦੇਗ ਵਿੱਚ ਉਬਾਲੇ ਜਾਂਦੇ ਵੇਖ ਕੇ ਮਹਾਰਾਜ ਮੈਥੋਂ ਰਿਹਾ ਨਹੀਂ ਜਾਂਦਾ, ਦੇਖ ਨਹੀਂ ਹੁੰਦਾ ਹੈ। ਰਾਵਰ ਕੋ ਨੇਤਕ ਦੁਖ ਹੋਤੇ। ਮਹਾਰਾਜ ਤੁਹਾਨੂੰ ਇੰਨਾ ਦੁਖੀ ਹੁੰਦਿਆਂ, ਸਰੀਰ ਨੂੰ ਇੰਨਾ ਦੁੱਖ, ਬਲਦੀ ਹੋਈ ਲੱਕੜਾਂ ਦੀ ਅੱਗ ਉੱਪਰ ਉਬਲਦੇ ਦੇਗੇ ਪਾਣੀ ਵਿੱਚ ਬੈਠਿਆਂ ਵੇਖ ਕੇ ਮਹਾਰਾਜ ਮੈਥੋਂ ਸਹਿ ਨਹੀਂ ਹੁੰਦਾ, ਸਾਥੋਂ ਵੇਖਿਆ ਨਹੀਂ ਜਾਂਦਾ ਹੈ। ਦਿੱਲੀ ਲਵਪੁਰ ਨਗਰ ਵਿਸਾਲੇ। ਮਹਾਰਾਜ ਤੁਸੀਂ ਮੈਨੂੰ ਹੁਕਮ ਤਾਂ ਕਰੋ, ਮੈਂ ਇੱਕ ਹੱਥ ਤੇ ਲਾਹੌਰ ਤੇ ਦੂਜੇ ਹੱਥ ਦੇ ਨਾਲ ਦਿੱਲੀ ਜੋ ਹੈ। ਅਬਲੇ ਬਾਨਿਜ ਹਾਥ ਉਠਾਲੇ। ਤੁਹਾਡੇ ਹੁਕਮ ਦੀ ਦੇਰੀ ਆ, ਮੈਂ ਆਪਣੇ ਹੱਥਾਂ ਤੇ ਦਿੱਲੀ ਤੇ ਲਾਹੌਰ ਚੁੱਕ ਲਵਾਂ। ਇੱਕ ਹੱਥ ਤੇ ਦਿੱਲੀ, ਇੱਕ ਹੱਥ ਤੇ ਲਾਹੌਰ ਨੂੰ ਚੁੱਕ ਲਵਾਂਗਾ। ਦੋਹਨ ਪਿਰਾਵੋਂ ਕਰਜ ਕਰਤਾਰੀ। ਤੇ ਜਿਵੇਂ 2 ਇੱਟਾਂ ਖੜਕਾਈ ਦੀਆਂ 2 ਹੱਥਾਂ 'ਚ ਫੜ ਕੇ, ਪਾਤਸ਼ਾਹ ਮੈਂ ਦਿੱਲੀ ਤੇ ਲਾਹੌਰ 2 ਹੱਥਾਂ 'ਚ ਫੜ ਕੇ ਤੇ ਤਾੜੀ ਵਜਾ ਦਿਆਂਗਾ, ਤਹਿਸ ਨਹਿਸ ਕਰ ਦਿਆਂਗਾ। ਮਹਾਰਾਜ ਤੁਹਾਡੀ ਬਖਸ਼ੀ ਇੰਨੀ ਸ਼ਕਤੀ ਤੁਹਾਡੇ ਸਿੱਖ ਦੇ ਪਾਸ ਹੈ। ਮਹਾਰਾਜ ਮੈਂ ਲਾਹੌਰ ਤੇ ਦਿੱਲੀ ਦੀ ਤਾੜੀ ਵਜਾ ਸਕਦਾ ਹਾਂ, ਨਾਸ਼ ਕਰ ਸਕਦਾ ਹਾਂ। ਦਿਓ ਨਾਸ ਕਰ ਲੱਗਹਿ ਨ ਬਾਰੀ। ਮੈਂ ਦੇਰ ਨਹੀਂ ਲਾਵਾਂਗਾ, ਨਾਸ਼ ਕਰਕੇ ਰੱਖ ਦਿਆਂਗਾ ਲਾਹੌਰ ਤੇ ਦਿੱਲੀ ਦੇ ਤਾਈਂ। ਕਿਉ ਇਤਨੇ ਦੁਖ ਸਹ ਗੁਸਾਈ। ਮਹਾਰਾਜ ਸਾਡੇ ਸਿੱਖਾਂ ਦੇ ਹੁੰਦਿਆਂ ਤੁਸੀਂ ਪਾਤਸ਼ਾਹ ਜੀ ਇੰਨੇ ਦੁੱਖ ਕਿਉਂ ਸਹੋ, ਜਾਂ ਤੁਹਾਡੇ ਵਿੱਚ ਇੰਨੀਆਂ ਸ਼ਕਤੀਆਂ ਅਜਮਤਾਂ। ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਤਾੜੀ ਵਜਾ ਕੇ ਤਹਿਸ ਨਹਿਸ ਕਰ ਦਿਆਂ ਦਿੱਲੀ ਤੇ ਲਾਹੌਰ। ਤੁਹਾਨੂੰ ਪਾਤਸ਼ਾਹ ਜੀ ਕਿਉਂ ਇੰਨੇ ਦੁੱਖ ਸਹਿਣੇ ਪੈਣ, ਕਿਉਂ ਬਲਦੀਆਂ ਉਬਲਦੀਆਂ ਦੇਗਾਂ ਵਿੱਚ ਬਹਿਣਾ ਪਵੇ ਜੀ। ਦੇਹੋ ਸ਼ਾਰਤ ਮੁਖ ਕਹਾ ਨ ਕਾਈ। ਚਾਹੇ ਮੂੰਹ ਨਾ ਬੋਲੋ ਤੇ ਕੱਲਾ ਇਸ਼ਾਰਾ ਹੀ ਕਰ ਦਿਓ ਆਪਦੇ ਸਿੱਖ ਪੁਰਾਣੇ ਨੂੰ,
ਤੇ ਮਹਾਰਾਜ ਮੈਂ ਤਹਿਸ ਨਹਿਸ ਕਰ ਦਿਆਂਗਾ, ਸਭ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿਆਂਗਾ। ਸੁਣ ਸਤਿਗੁਰ ਕਹਿ ਕਿਹੁ ਤੇ ਤੋ ਪਾਈ। ਸਾਧ ਸੰਗਤ ਜੀ, ਹੁਣ ਭਾਈ ਪੁਰਾਣਾ ਜੀ ਝੂਠ ਨਹੀਂ ਬੋਲਦੇ, ਕਿਉਂਕਿ ਪੂਰਨ ਬ੍ਰਹਮ ਗਿਆਨੀ ਹੈ ਤੇ ਹੈ ਗੱਲਬਾਤ ਤਾਕਤ ਬਲ ਸੇਵਾ ਚੋਂ ਕਮਾਈ ਵਾਲੇ ਸਾਧੂ ਹੈ। ਜਦੋਂ ਇਸ ਤਰ੍ਹਾਂ ਆਖਿਆ ਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਸੁਣ ਕੇ ਦੇਗ 'ਚ ਬੈਠੇ ਹੀ ਹੱਸ ਪਏ ਤੇ ਕਹਿਣ ਲੱਗੇ ਭਾਈ ਪੁਰਾਣਾ ਜੀ ਨੂੰ, ਭਾਈ ਪੁਰਾਣਾ, ਜਿਹੜੀ ਸ਼ਕਤੀ ਤੂੰ ਕਹਿਣਾ ਹੈ ਵੀ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ, ਜਿਹੜੀ ਸ਼ਕਤੀ ਤੂੰ ਪ੍ਰਾਪਤ ਕੀਤੀ ਹੈ, ਇਹ ਭਲਾ ਕਿਹਦੇ ਤੋਂ ਤੈਨੂੰ ਮਿਲੀ ਹੈ? ਇੰਨੀ ਸ਼ਕਤੀ ਤੈਨੂੰ ਕਿਸ ਨੇ ਦਿੱਤੀ ਹੈ? ਜੇ ਚਾਹਤ ਅਵਸ਼ਕਤ ਦਿਖਾਈ। ਜਿਹੜੀ ਸ਼ਕਤੀ ਤੂੰ ਹੁਣ ਇੱਥੇ ਸਾਰਿਆਂ ਦੇ ਸਾਹਮਣੇ ਵਿਖਾਉਣ ਨੂੰ ਫਿਰਦਾ ਹੈ, ਇਹ ਸ਼ਕਤੀ ਭਲਾ ਤੈਨੂੰ ਕਿੰਨੇ ਦੇਣਾ ਕੀਤੀ ਹੈ? ਸੁਣਹੁ ਗੁਰੂ ਕਰ ਸੇਵ ਤੁਮਾਰੀ। ਹੱਥ ਜੋੜ ਕੇ ਭਾਈ ਪੁਰਾਣਾ ਕਹਿੰਦਾ, ਮਹਾਰਾਜ ਮੈਂ ਸ਼ਕਤੀ ਕਿੰਤੋਂ ਲੈਣੀ ਹੈ? ਤੁਹਾਡੀ ਸੇਵਾ ਕਰਕੇ ਲਈ ਹੈ ਮਹਾਰਾਜ, ਤੁਹਾਡੇ ਘਰ ਦੇ ਬਾਟੇ ਮਾਂਜ ਕੇ ਜੋੜੇ ਝਾੜ ਝਾੜ ਕੇ ਤੁਹਾਥੋਂ ਪ੍ਰਾਪਤ ਕੀਤੀ ਹੈ। ਭਇਓ ਕਿਰਪਾ ਤੇ ਪਰਾਕਰਮ ਭਾਰੀ। ਹਾਂ, ਤੁਸੀਂ ਕਿਰਪਾ ਕੀਤੀ ਹੈ, ਕਿਰਪਾਲੂ ਹੋਏ ਹੋ ਇਸ ਸਿੱਖ ਤੇ, ਤਾਂ ਹੀ ਮਹਾਰਾਜ ਮੇਰੇ ਵਿੱਚ ਐਡਾ ਬਲ ਸ਼ਕਤੀ ਆਈ ਹੈ। ਚੰਦੂ ਦੁਸ਼ਟ ਮੂੜ ਕਿਆ ਹੈ। ਮਹਾਰਾਜਾ ਤੁਛ ਚੰਦੂ ਮੂੜ ਪਾਪੀ ਦੁਸ਼ਟ, ਇਹ ਭਲਾ ਕਿਸ ਖੇਤ ਦੀ ਮੂਲੀ ਹੈ? ਨਾਸਾਂ ਤੁਰਕ ਨਾਮ ਨਹਿ ਰਹੈ। ਮਹਾਰਾਜ ਤੁਸੀਂ ਹੁਕਮ ਕਰੋ ਤੇ ਮੈਂ ਤਾਂ ਤੁਰਕਾਂ ਦਾ ਨਾਸ਼ ਕਰ ਦਿਆਂ, ਇਹਨਾਂ ਦਾ ਨਾਂ ਨਾ ਰਹੇ ਇਸ ਸੰਸਾਰ ਤੇ। ਐਡੀ ਸ਼ਕਤੀ ਬਲ ਤੁਸੀਂ ਦਿੱਤਾ ਹੈ, ਚੰਦੂ ਭਲਾ ਕਿਹਦਾ ਰੱਖਿਆ ਹੋਇਆ ਹੈ? ਜਿਨ ਕੇ ਰਾਜ ਮਹਾ ਅਨਿਆਏ। ਕਿਉਂਕਿ ਜਿਨ੍ਹਾਂ ਤੁਰਕਾਂ ਦੇ ਰਾਜ ਵਿੱਚ ਮਹਾਨ ਅਨਿਆਂ ਹੋ ਰਿਹਾ ਹੈ, ਤੁਹਾਡੇ ਵਰਗੇ ਸ਼ਾਂਤੀ ਦੇ ਪੁੰਜ ਪਰਉਪਕਾਰੀ, ਸਭ ਦਾ ਭਲਾ ਸਭੇ ਸਾਂਝੀ ਵਾਲ ਸਦਾਇਨ ਸਤਿਗੁਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਹੈ ਪਾਪੀਆਂ ਦੇ ਰਾਜ ਅੰਦਰ। ਤੁਮ ਸਮ ਕੋ ਆਸ ਹੋਤ ਸਜਾਏ। ਵੀ ਮਹਾਰਾਜ ਤੁਹਾਡੇ ਵਰਗੇ ਸਤਿਪੁਰਖ ਮਹਾਂਪੁਰਖ ਤੋ ਸੰਸਾਰ ਕਲਯੁਗ ਦੇ ਅੰਦਰ ਅਵਤਾਰ ਪਰਮੇਸ਼ਰ ਦਾ ਪਰਉਪਕਾਰੀ ਗਰੀਬ ਨਵਾਜ ਮਹਾਰਾਜ ਨੂੰ ਇੰਨਾ ਕਸ਼ਟ ਤੰਗ ਦੁੱਖ ਦਿੱਤਾ ਜਾ ਰਿਹਾ ਹੈ। ਇਹੋ ਜਿਹੇ ਪਾਪੀ ਤੁਰਕਾਂ ਦੀ ਜੜ ਪੱਟਦੇ ਆ ਮਹਾਰਾਜ, ਜਿਨ੍ਹਾਂ ਦੇ ਰਾਜ ਵਿੱਚ ਤੁਹਾਡੇ ਵਰਗਿਆਂ ਨਾਲ ਅਨਿਆਏ ਹੋ ਰਿਹਾ ਹੈ। ਗੁਰੂ ਕਹਿਓ ਜਿਨ ਕੀ ਕਰ ਸੇਵਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਭਾਈ ਪੁਰਾਣਾ, ਜਿਸ ਗੁਰੂ ਦੀ ਤਾਂ ਸੇਵਾ ਕੀਤੀ ਹੈ, ਲਈ ਸ਼ਕਤ ਧਾਰਤ ਅਹੰ ਮੇਵਾ। ਵੀ ਤੂੰ ਕਹਿਣਾ ਵੀ ਮੈਂ ਤੁਹਾਥੋਂ ਸ਼ਕਤੀ ਲਈ ਹੈ, ਜੇ ਸਾਡੀ ਸੇਵਾ ਕਰਕੇ ਤੂੰ ਸ਼ਕਤੀ ਲੈ ਕੇ ਤੇ ਹੁਣ ਹੰਕਾਰਿਆ ਫਿਰਦਾ, ਲਾਹੌਰ ਤੇ ਦਿੱਲੀ ਦੀ ਤਾੜੀ ਵਜਾਉਣ ਨੂੰ ਫਿਰਦਾ ਹੈ। ਤਿਨ ਮਹਾ ਸ਼ਕਤ ਅਹੈ ਕਹਿ ਨਾਹੀ। ਤੈਨੂੰ ਕੀ ਲੱਗਦਾ ਹੈ ਵੀ ਸਾਡੇ 'ਚ ਕੋਈ ਸ਼ਕਤੀ ਨਹੀਂ ਹੈ? ਤੂੰ ਸਾਨੂੰ ਕਹਿਣਾ ਵੀ ਮੈਂ ਤਾੜੀ ਮਾਰ ਕੇ ਲਾਹੌਰ ਤੇ ਦਿੱਲੀ ਇੱਟ ਨਾਲ ਇੱਟ ਖੜਕਾ ਕੇ ਤਹਿਸ ਨਹਿਸ ਕਰ ਦਿਆਂ, ਤੇ ਸ਼ਕਤੀ ਲਈ ਕਿਹਦੇ ਤੋਂ ਹੈ? ਕਹਿੰਦਾ ਜੀ ਤੁਹਾਥੋਂ ਤੋਂ। ਮਹਾਰਾਜ ਕਹਿੰਦੇ, ਭਾਈ ਪੁਰਾਣਾ, ਕੀ ਸਾਡੇ 'ਚ ਕੁਝ ਨਹੀਂ ਹੈ? ਦੱਸ ਜਰਾ ਸੋਚ ਕੇ ਵੇਖ ਵੀ ਸਾਡੇ ਵਿੱਚ ਕਿੰਨੀ ਸ਼ਕਤੀ ਹੋਵੇਗੀ, ਸਾਥੋਂ ਲੈ ਕੇ ਤੂੰ ਲਾਹੌਰ ਤੇ ਦਿੱਲੀ ਨੂੰ ਖੜਕਾਉਣ ਨੂੰ ਫਿਰਦਾ ਹੈ। ਕਿਮ ਜਾਣਤ ਆਪਣੇ ਮਨ ਮਾਹੀ। ਇਹ ਦੱਸ ਤੂੰ ਭਲਾ ਕਿਵੇਂ ਜਾਣਦਾ ਆਪਦੇ ਮਨ ਵਿੱਚ? ਸਾਨੂੰ ਤੂੰ ਕੀ ਕਰਕੇ ਬੁੱਝਿਆ ਜਾਣਿਆ ਹੈ? ਜੇ ਜਾਣਤ ਤੂੰ ਛਣ ਕਰ ਰਹੋ। ਜੇ ਤੂੰ ਜਾਣਦਾ ਹੈ ਨਾ ਵੀ ਸਾਡੇ 'ਚ ਵੀ ਕੋਈ ਬਰਕਤ ਹੈ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਵੀ ਕੋਈ ਤਾਕਤ ਬਲ ਹੈ, ਫਿਰ ਰੌਲਾ ਨਾ ਪਾ, ਚੁੱਪ ਕਰਕੇ ਆਨੰਦ ਦੇ ਨਾਲ ਦੂਜੇ ਸਿੱਖਾਂ ਦੇ ਵਾਂਗ ਬੈਠਾ ਰਹੋ। ਬੈਠੇ ਭਿਖਾ ਨਹੀਂ ਕੁਛ ਕਹੋ। ਕਿਸੇ ਨੂੰ ਕੁਝ ਨਹੀਂ ਕਹਿਣਾ, ਜਿੰਨਾ ਮਰਜ਼ੀ ਸਾਡੇ ਤੇ ਜ਼ੁਲਮ ਕਰਨੇ, ਜੋ ਮਰਜ਼ੀ ਤਸੀਹੇ ਦੇਣ, ਬੋਲਣਾ ਨਹੀਂ ਮੂੰਹੋਂ, ਨਾਮ ਜਪੋ ਤੇ ਚੁੱਪਚਾਪ ਆਨੰਦ ਦੇ ਨਾਲ ਵੇਖੀ ਜਾਓ ਤਮਾਸ਼ਾ ਜੋ। ਨਾਹੀਂ ਤਾਂ ਛੂਛੋ ਹੀ ਰਹਿ ਜਾਏ। ਨਹੀਂ ਤਾਂ ਭਾਈ ਪੁਰਾਣਾ ਜਿਹੜੇ ਬਹੁਤੀਆਂ ਸ਼ਕਤੀਆਂ ਅਜਮਤਾਂ ਵਿਖਾਉਂਦੇ ਆ ਨਾ, ਪ੍ਰਾਪਤ ਕਰਨ ਤੋਂ ਬਾਅਦ ਤੇ ਖਾਲੀ ਰਹਿ ਜਾਂਦੇ ਆ। ਜੇ ਤੈਂ ਵੀ ਇਸ ਤਰ੍ਹਾਂ ਕੀਤਾ ਤੇ ਕੀਤਾ ਕਰਾਇਆ, ਸਾਰਾ ਕੁਝ ਹੀ ਖੋਹ ਲਵਾਂਗੇ, ਖਾਲੀ ਹੋ ਜਾਵੇਂਗਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਸਾਧ ਸੰਗਤ ਜੀ ਜਦੋਂ ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਨਾਨਕ ਮਤੇ ਗਏ, ਉਦੋਂ ਗੋਰਖ ਮਤਾ ਨਾਮ ਸੀ, ਤੇ ਉੱਥੇ ਜੋਗੀਆਂ ਨੇ ਮਹਾਰਾਜ ਨਾਲ ਖੁਣ ਸਿਖਾ ਕੇ ਬੜਾ ਕਹਿਰ ਕਮਾਇਆ, ਕਦੇ ਅਸਮਾਨ ਨੂੰ ਉੱਡ ਜਾਂਦੇ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੜੀ ਸ਼ਕਤੀ ਜੀ ਵਿਖਾਉਣ ਆਪਦੀ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਛਿੰਦਰ ਨਾਥ ਵਰਗੇ ਆਪਦੀ ਖੜਾਵ ਨਾਲ ਅਸਮਾਨ ਚੋਂ ਥੱਲੇ ਲਾਏ ਸੀ, ਛਿੱਤਰ ਫੇਰ ਫੇਰ ਕੇ। ਫਿਰ ਇੱਕ ਭਾਈ ਅਜਿੱਤਾ ਸੀ ਮਹਾਰਾਜ ਦੇ ਸਹੁਰੇ ਪਿੰਡ ਦਾ, ਪੱਖੋ ਕੇ ਰੰਧਾਵੇ ਦਾ, ਉਹ ਚੌਧਰੀ ਸੀ,
ਤੇ ਮਾਤਾ ਸੁਲੱਖਣੀ ਦਾ ਭਰਾ ਬਣਿਆ ਹੋਇਆ ਸੀ। ਉਹ ਮਾਤਾ ਸੁਲੱਖਣੀ ਦਾ ਕੋਈ ਭਰਾ ਹੈ ਨਹੀਂ ਸੀ, ਇਕੱਲੇ ਹੀ ਸੀ ਮਾਤਾ ਜੀ। ਇਹ ਭਰਾ ਬਣਿਆ ਸੀ ਮਾਤਾ ਸੁਲੱਖਣੀ ਦਾ, ਜਿੱਤਾ ਚੌਧਰੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਸੀ। ਨਾਨਕ ਮਤੇ ਮਹਾਰਾਜ ਜਦੋਂ ਗਏ ਆ, ਉੱਥੇ ਬਾਹਰ 'ਚ ਗੜੇ ਬੜੇ ਪਾ ਦਿੱਤੇ ਜੋਗੀਆਂ ਨੇ। ਉਹ ਗੜਿਆਂ ਬਰਫ਼ ਦੇ ਨਾਲ ਪੰਛੀ ਬੜੇ ਮਰ ਗਏ ਅਤੇ ਤਲਾਬ ਵਿੱਚ ਤਰੇ ਫਿਰਨ। ਭਾਈ ਅਜਿੱਤਾ ਫੜ ਕੇ ਨਾ ਪੰਛੀਆਂ ਨੂੰ ਹੱਥ ਦੇ ਨਾਲ ਅਤੇ ਪਾਣੀ 'ਚ ਨਾਲੇ ਤਰਿਆ ਫਿਰੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਸ਼ਕਤੀ ਦਿੱਤੀ ਹੋਈ ਸੀ। ਉਹ ਵਿਖਾਉਣ ਲੱਗ ਪਿਆ, ਰਿਹਾ ਨਾ ਗਿਆ। ਉਹ ਪਾਣੀ 'ਚ ਵੜ ਗਿਆ, ਉੱਤੇ ਉੱਤੇ ਤਰਿਆ ਫਿਰੇ ਅਤੇ ਮਰੇ ਪੰਛੀਆਂ ਨੂੰ ਚੁੱਕ ਚੁੱਕ ਕੇ ਪਾਣੀ 'ਚੋਂ ਅਤੇ ਤਾਂ ਉਡਾਈ ਜਾਵੇ। ਜੋਗੀ ਤਾਂ ਮਹਾਰਾਜ ਨੇ ਛਿੱਤਰ ਮਾਰ ਕੇ ਬਹਾ ਦਿੱਤੇ ਸਾਰੇ। ਜਦੋਂ ਪੰਛੀ ਉੱਡਦੇ ਆ ਮਰੇ ਹੋਏ, ਅਤੇ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਪੁੱਛਦੇ ਵੀ ਮਰਦਾਨੇ ਆਹ ਕੌਣ ਹੈ, ਮਰੇ ਪੰਛੀ ਉਡਾਈ ਜਾਂਦਾ ਹੈ। ਅਤੇ ਉਹ ਮਛਿੰਦਰ ਨਾਥ ਕਹਿੰਦਾ ਮਹਾਰਾਜ ਸਾਡੇ ਘਰ ਤੋਂ ਤਾਂ ਸ਼ਕਤੀ ਖੋਹ ਲਈ ਅਤੇ ਤੁਹਾਡੇ ਸਿੱਖ ਤਾਂ ਕਰਾਮਾਤਾਂ ਵਿਖਾਉਂਦੇ ਪਏ। ਮਹਾਰਾਜ ਨੇ ਜਰਾ ਕੁ ਟੇਢੀ ਨਿਗਾਹ ਮਾਰੀ, ਸਾਧ ਸੰਗਤ ਜੀ ਭਾਈ ਅਜਿੱਤਾ ਜੀ ਉਵੇਂ ਫਿਰ ਪਾਣੀ 'ਚ ਡੁੱਬਣ ਲੱਗ ਗਏ। ਫਿਰ ਮਹਾਰਾਜ ਕਹਿੰਦੇ ਬੋਲ ਅਜਿੱਤਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਜਦੋਂ ਬੋਲੇ ਵਾਹਿਗੁਰੂ ਵਾਹਿਗੁਰੂ ਅਤੇ ਤਰ ਜਾਇਆ ਕਰਨ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਮਹਾਰਾਜ ਦੇ ਚਰਨੀ ਡਿੱਗਿਆ ਭਾਈ ਅਜਿੱਤਾ। ਤੋ ਗਰੀਬ ਨਵਾਜ ਨੇ ਆਖਿਆ ਕਿ ਕਰਾਮਾਤ ਵਿਖਾਉਣ ਵਾਸਤੇ ਨਹੀਂ, ਵੱਡਾ ਉਹ ਹੈ ਜਿਹੜਾ ਇਹ ਅਸਹਿ ਸ਼ਕਤੀ ਨੂੰ ਆਪਦੇ ਮਨ ਵਿੱਚ ਹੀ ਜਰ ਲਵੇ। ਤੋ ਇੱਥੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਭਾਈ ਪ੍ਰਾਣਾ ਨੂੰ ਸਮਝਾ ਰਹੇ ਹੈ ਕਿ ਚੁੱਪ ਚਾਪ ਜੇ ਜਾਣਦਾ ਹੈ ਸਾਨੂੰ ਪਰਮੇਸ਼ਰ, ਜੇ ਸਾਥੋਂ ਲਈ ਤਾਂ ਸਾਡੇ 'ਚ ਕਿੰਨੀ ਸ਼ਕਤੀ ਹੋਵੇਗੀ। ਜਿਵੇਂ ਕਰਦੇ ਹੈ ਕਰੀ ਜਾਣਦੇ, ਚੁੱਪ ਚਾਪ ਆਨੰਦ ਦੇ ਨਾਲ ਚੁੱਪ ਕਰਕੇ ਬੈਠਾ ਰਹੋ, ਨਹੀਂ ਤਾਂ ਖਾਲੀ ਰਹਿ ਜਾਵੇਗਾ ਜੇ ਸ਼ਕਤੀ ਵਿਖਾਉਣ ਪਏਗਾ। ਖੋਏ ਸ਼ਕਤ ਕੋ ਪਨ ਪਛਤੈ ਹੈ, ਫੇਰ ਪਛੋਤਾਵਾ ਕਰੇਗਾ, ਕੁਝ ਪੱਲੇ ਨਹੀਂ ਰਹਿਣਾ, ਖਾਲੀ ਹੋ ਜਾਵੇਗਾ। ਹਮਨੇ ਇਮਹੀ ਕਾਰਨ ਕਰਨਾ, ਕਿਉਂਕਿ ਜੋ ਇੱਥੇ ਹੋ ਰਿਹਾ ਅਸੀਂ ਆਪ ਹੀ ਕਰ ਰਹੇ ਹਾਂ। ਮਹਾਰਾਜ ਕਹਿੰਦੇ ਭਾਈ ਪੁਰਾਣਾ ਅਸੀਂ ਆਪ ਹੀ ਸ਼ਹੀਦੀ ਐਂ ਹੀ ਦੇਣੀ ਆ, ਤੁਰਕਾਂ ਦੀਆਂ ਜੜ੍ਹਾਂ 'ਚ ਅਸੀਂ ਖੂਨ ਪਾਉਣਾ ਆਪਦਾ, ਫੇਰ ਹੀ ਪੱਟੀਆਂ ਜਾਣਗੀਆਂ। ਤੋ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਬਾਬਰ ਨਾਲ ਵੀ, ਜਦੋਂ ਜ਼ੁਲਮ ਕਰੋਗੇ ਤੇ ਅਸੀਂ ਤੁਹਾਡੇ ਰਾਜ ਦੀ ਜੜ ਪੱਟਾਂਗੇ। ਇਹ ਸਾਰਾ ਕੁਝ ਜੋ ਹੋ ਰਿਹਾ ਅਸੀਂ ਆਪ ਹੀ ਕਰ ਰਹੇ ਹਾਂ, ਅਸੀਂ ਆਪ ਇੱਦਾਂ ਹੀ ਕਰਨਾ ਹੈ। ਤੂੰ ਨਹਿ ਲਖੈ ਏਵ ਆਚਰਨਾ, ਤੇ ਤੂੰ ਇਹ ਆਚਰਨ ਨਹੀਂ ਸਾਡਾ ਜਾਣਿਆ, ਤੂੰ ਸਾਡਾ ਕੌਤਕ ਨਹੀਂ ਜਾਣਨਾ ਕੀਤਾ, ਤੈਨੂੰ ਲੱਗਦਾ ਇਹ ਕਰ ਰਹੇ ਹੈ। ਗਰੀਬ ਨਵਾਜ ਕਹਿੰਦੇ ਸਾਰਾ ਕੁਝ ਅਸੀਂ ਆਪ ਕਰਵਾ ਰਹੇ ਹਾਂ ਪਾਪੀਆਂ ਦਾ ਨਾਸ਼ ਕਰਨ ਵਾਸਤੇ। ਪਰਮ ਬਿਸੂਰਤ ਤੂਸ਼ਣ ਹੋਵਾ, ਤੋ ਭਾਈ ਪੁਰਾਣਾ ਜੀ ਬੜਾ ਝੁਰੇ ਵੀ ਕੰਮ ਤਾਂ ਗਲਤ ਕਰ ਦਿੱਤਾ ਹੈ, ਮਹਾਰਾਜ ਦੇ ਹੁਕਮ ਦੀ ਅਦੂਲੀ ਕੀਤੀ ਹੈ, ਨੀਵੀਂ ਪਾ ਲਈ ਤੇ ਚੁੱਪ ਕਰਕੇ ਭਾਈ ਪੁਰਾਣਾ ਜੀ ਝੂਰਦੇ ਹੋਏ ਬੈਠ ਗਏ ਆ। ਨੀਚ ਗਰੀਬ ਕਰ ਊਚ ਨ ਹੋਵਾ, ਫਿਰ ਤਾਂ ਨਹੀਂ ਵੇਖਦਾ ਸ਼ਰਮਿੰਦੇ ਹੁੰਦੇ ਭਾਈ ਪੁਰਾਣਾ ਜੀ ਨੀਵੀਂ ਪਾ ਕੇ ਬੈਠ ਰਹੇ ਹਨ। ਸਤਿਗੁਰ ਬੈਠੇ ਦੇਗ ਮਝਾਰੀ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਇੱਧਰ ਉਬਲਦੇ ਪਾਣੀ ਦੇਗੇ ਦੇ ਵਿੱਚ ਚੌਂਕੜਾ ਲਾ ਬੈਠੇ ਐ। ਤਰੇ ਦੁਸ਼ਟ ਬਹ ਸਮਧਾ ਜਾਰੀ, ਜਲਾਦ ਦੁਸ਼ਟ ਪਾਪੀ ਉਸ ਦੇਗੇ ਹੇਠਾਂ ਮਣਾ ਮੁਹੀ ਬਾਲਣ ਪਾ ਪਾ ਕੇ ਅੱਗ ਬਾਲੀ ਜਾਂਦੇ ਐ। ਅਗਨ ਧਾਰ ਔਰ ਡਰ ਸਮਧਾਊ, ਸੱਚੇ ਪਾਤਸ਼ਾਹ ਮਹਾਰਾਜ ਹੁਣ ਗੁਰੂ ਅਰਜਨ ਦੇ ਪਾਤਸ਼ਾਹ ਕੌਣ ਹੈ? ਕਹਿ ਮਥੁਰਾ ਜਨ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਭੱਟ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਰਮੇਸ਼ਰ ਹੈ, ਖੁਦ ਖੁਦਾ ਹਨ। ਤੇ ਅੱਗ ਦੀ ਕੀ ਮਜਾਲ, ਸਾਧ ਸੰਗਤ ਜੀ ਪੰਜ ਤੱਤ ਪਰਮੇਸ਼ਰ ਦੇ ਵੱਸ ਹੈ। ਅੱਗ ਵਿਚਾਰੀ ਡਰਦੀ ਨੇ ਆਪਦਾ ਸੁਭਾਅ ਬਦਲ ਲਿਆ ਵੀ ਮੈਂ ਪਰਮੇਸ਼ਰ ਕਿਤੇ ਨਾਰਾਜ਼ ਨਾ ਹੋਣ। ਅੱਗ ਉਹ ਤਾਂ ਗਰਮੀ ਦਿੰਦੀ ਹੈ, ਸਾੜਾ ਦਿੰਦੀ ਹੈ ਨਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਬਲਦੇ ਦੇਗੇ ਵਿੱਚ ਕਾਹਦੇ ਬਹਿ ਗਏ? ਸਾਧ ਸੰਗਤ ਜੀ ਉਬਲਦਾ ਦੇਗਾ ਵੀ ਠਾਰ ਦਿੱਤਾ ਪਾਤਸ਼ਾਹ ਨੇ। ਕਿਉਂਕਿ ਇੱਕ ਪਿੱਛੇ ਸਾਖੀ ਆਪਾਂ ਸ਼ਰਵਣ ਕੀਤੀ ਸੀ, ਜਦੋਂ ਕੌਡਾ ਰਾਖਸ਼ ਭਾਈ ਮਰਦਾਨਾ ਜੀ ਨੂੰ ਤਪ ਦੇ ਕੜਾਹੇ ਵਿੱਚ ਸੁੱਟਣ ਲੱਗਿਆ ਨਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚ ਗਏ ਸੀ। ਬਾਬਾ ਮਰਦਾਨੇ ਨੇ ਯਾਦ ਕੀਤੇ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਬਚਾਓ, ਮੇਰੀ ਰੱਖਿਆ ਕਰੋ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨੇ ਹਾਏ ਹਾਏ ਨਾ ਕਰ, ਵਾਹਿਗੁਰੂ ਵਾਹਿਗੁਰੂ ਬੋਲ। ਜਦੋਂ ਬਾਬਾ ਮਰਦਾਨਾ ਦੀਆਂ ਵਾਹਿਗੁਰੂ 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 ਬੋਲਿਆ ਤੇ ਸਾਧ ਸੰਗਤ ਜੀ ਜਦੋਂ ਹੀ ਭਾਈ ਮਰਦਾਨੇ ਦਾ ਪੈਰ ਕੜਾਹੇ ਦੇ ਤੇਲ 'ਚ ਪੈਂਦਿਆਂ ਨਾਲ ਹੀ ਠੰਡਾ ਟਸੀਦ ਹੋ ਗਿਆ ਉਬਲਦਾ ਕੜਾਇਆ। ਤੋ ਨਾਮ 'ਚ ਬਰਕਤ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਤਾਂ ਹੈ ਹੀ ਨਾਮ ਦੀ ਮੂਰਤ, ਭਗਤ ਦੀ ਮੂਰਤ।
ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਇਹਨਾਂ ਦਾ ਨਾਮ ਜਪਣ ਵਾਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਧਿਆਉਣ ਵਾਲੇ ਕੜਾਇਆ ਠੰਡਾ ਕਰ ਸਕਦੇ ਹੈ। ਤੇ ਜੇ ਇਸ ਦੇਗੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਹੋਣ, ਉਹਦੀ ਸਾਧ ਸੰਗਤ ਜੀ ਕੀ ਮਜਾਲ ਅੱਗ ਦੀ ਵੀ ਮਹਾਰਾਜ ਨੂੰ ਸੇਕਾ ਦੇ ਦੇਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਬਲਦਾ ਦੇਗਾ ਠਾਰ ਕੇ ਰੱਖ ਦਿੱਤਾ ਤੇ ਅੱਗ ਬਾਲੀ ਜਾਂਦੇ ਆ ਹੇਠਾਂ, ਪਰ ਅੱਗ ਦਾ ਕੋਈ ਸੇਕ ਨਹੀਂ ਲੱਗਦਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਅੱਗ ਨੇ ਆਪਣਾ ਸੁਭਾਅ ਬਦਲ ਲਿਆ ਹੈ। ਕਰਿਓ ਵਿਪਰਜੈ ਆਪਨ ਸੁਭਾਉ। ਡਰਦੀ ਹੋਈ ਅੱਗ ਦੇ ਜਾਂ ਅਗਨ ਦੇਵਤਾ ਡਰਦੇ ਹੋਏ ਨੇ ਆਪਦਾ ਸੁਭਾਅ ਉਲਟ ਕਰ ਲਿਆ ਹੈ। ਤੇਜ ਛੋਰ ਕਰ ਸੀਤਲ ਹੋਵਾ। ਅੱਗ ਨੂੰ ਦੇਣਾ ਤਾਂ ਸੇਕ ਚਾਹੀਦਾ ਹੈ, ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਉਬਲਦੇ ਜਾਂ ਜਿਹੜੇ ਦੇਗੇ ਵਿੱਚ ਬੈਠਿਆਂ ਹੋਇਆਂ ਵੇਖ ਕੇ ਅੱਗ ਨੇ ਸੁਭਾਅ ਬਦਲ ਲਿਆ। ਖਾਲਸਾ ਜੀ, ਤਪਸ਼ ਦੇਣ ਦੀ ਬਜਾਏ ਅੱਗ ਵੀ ਠੰਡਕ ਦੇ ਰਹੀ ਹੈ। ਗੁਰ ਤਨ ਤਾਪ ਤਨਕ ਨਹਿ ਜੋਵਾ। ਜਿਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਰੀਰ ਨੂੰ ਥੋੜਾ ਮਾਤਰ ਵੀ ਕਿਸੇ ਤਰ੍ਹਾਂ ਦਾ ਸੇਕ ਨਹੀਂ ਲੱਗਿਆ ਹੈ। ਦੋਹਰਾ ਕੀਤਕ ਕਾਲ ਬੈਠੇ ਰਹੇ। ਤੋ ਕੁਝ ਕੁ ਸਮਾਂ ਜਿਹੜਾ ਹੈ ਪਾਤਸ਼ਾਹ ਨੂੰ ਦੇਗ ਵਿੱਚ ਪਹਿਰ ਸਵਾ ਪਹਿਰ ਇਹਨਾਂ ਪਾਪੀਆਂ ਨੇ ਉਬਾਲਿਆ ਹੈ। ਪੁਨ ਖਲ ਕਹਿ ਨਿਕਸਾਏ। ਫਿਰ ਮੂਰਖ ਚੰਦੂ ਨੇ ਕਹਿ ਕੇ ਤੇ ਪਾਤਸ਼ਾਹ ਨੂੰ ਉਬਾਲੇ ਦੇਗੇ ਦੇ ਵਿੱਚੋਂ ਬਾਹਰ ਕਢਵਾ ਦਿੱਤਾ ਹੈ। ਗਇਓ ਸਦਨ ਨਿਜ ਮੂਢ ਮਤ। ਤੋ ਇਸ ਤਰ੍ਹਾਂ ਦੇਗ ਵਿੱਚ ਸਾਰਾ ਦਿਨ ਉਬਾਲਣ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਹਰ ਬਿਠਾ ਕੇ ਪਾਪੀ ਚੰਦੂ ਆਪਣੇ ਘਰ ਮੁੜ ਗਿਆ ਹੈ। ਮਹਿਮਾ ਲਖੀ ਨ ਜਕਾਏ। ਤੇ ਮੂਰਖ ਐਸਾ ਸੰਗਤ ਨੂੰ ਕੀ ਮਹਿਮਾ ਪਤਾ ਗੁਰੂ ਅਰਜਨ ਦੇਵ ਸਾਹਿਬ ਵੀ ਸਾਰਾ ਦਿਨ ਦੇਗੇ ਚ ਉਬਾਲਣ ਤੋਂ ਬਾਅਦ ਵੀ ਚੜ੍ਹਦੀ ਕਲਾ ਚ ਇੱਕ ਰਸ ਬਿਰਤੀ ਹੈ, ਪਰ ਮੂਰਖ ਹੰਕਾਰੀ ਹੈ, ਇਹਨੂੰ ਨਹੀਂ ਸਮਝ ਪਈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ, ਨਹੀਂ ਇਹਨੂੰ ਮਹਿਮਾ ਦਾ ਪਤਾ ਲੱਗਿਆ ਹੈ। ਦੋਹਰਾ ਗ੍ਰਹਿ ਚੰਦੂ ਕੇ ਸੁਧ ਪਈ। ਇਧਰ ਜਦੋਂ ਮਹਾਰਾਜ ਨੂੰ ਦੇਗ ਚ ਉਬਾਲਿਆ ਨਾ ਤੇ ਚੰਦੂ ਦੇ ਘਰ ਵਿੱਚ ਪਰਿਵਾਰ ਨੂੰ ਵੀ ਪਤਾ ਲੱਗ ਗਿਆ ਵੀ ਸਾਡੇ ਚੰਦੂ ਨੇ ਪਿਤਾ ਪੁਰਖੇ ਸਹੁਰੇ ਨੇ ਪਿਤਾ ਨੇ ਆਹ ਕਾਰਜ ਕਰ ਦਿੱਤਾ ਹੈ। ਸਤਿਗੁਰ ਕੋ ਦੁਖ ਦੇਤ। ਵੀ ਸਤਿਗੁਰੂ ਅਰਜਨ ਦੇਵ ਸਾਹਿਬ ਮਰਨ ਨੂੰ ਕੈਦ ਕਰਕੇ ਤੇ ਤਸੀਹੇ ਦਿੱਤੇ ਜਾ ਰਹੇ ਹਨ। ਕਿਸੇ ਸਿੱਖ ਕੀ ਸੁਤਾ ਥੀ। ਜੇ ਇਧਰ ਸਾਧ ਸੰਗਤ ਜੀ ਚੰਦੂ ਦੀ ਜਿਹੜੀ ਨੂੰਹ ਸੀ ਨਾ, ਉਹ ਕਿਸੇ ਸਿੱਖ ਦੀ ਧੀ ਸੀ ਤੇ ਵਿਆਹੀ ਇੱਥੇ ਚੰਦੂ ਦੇ ਪੁੱਤ ਨਾਲ ਹੋਈ ਸੀ, ਕਰਮਚੰਦ ਦੇ ਨਾਲ। ਕਵੀ ਜੀ ਕਹਿੰਦੇ ਉਹ ਕਿਸੇ ਸਿੱਖ ਦੀ ਧੀ ਹੈ ਸੀ, ਬੜੀ ਕਰਨੀ ਵਾਲੀ ਬਾਣੀ ਪੜ੍ਹਨ ਵਾਲੀ। ਪਾਪੀ ਨੂੰ ਖਾਨ ਕੇ ਤੇ ਉਹ ਵਿਚਾਰੀ ਦਾ ਕੋਈ ਪਿਛਲਾ ਕਰਮ ਹੋਣਾ ਹੈ, ਪਾਪੀ ਚੰਦੂ ਦੇ ਘਰ ਦੀ ਨੂੰਹ ਬਣ ਗਈ। ਤੋ ਇਹ ਕਰਮ ਹੁੰਦਾ ਹੈ ਸਾਧ ਸੰਗਤ ਜੀ, ਕਿਸੇ ਤਰ੍ਹਾਂ ਕੋਈ ਜਪੀ ਤਪੀ ਹੁੰਦਾ, ਪਰ ਉਹ ਆਲਾ ਦੁਆਲਾ ਨੂੰ ਉਹੋ ਜਿਹਾ ਮਿਲ ਜਾਂਦਾ ਹੈ, ਜਿਸ ਕਰਕੇ ਉਹਨੂੰ ਨਾਮ ਜਪਣ ਵਿੱਚ ਬੰਦਗੀ ਕਰਨ ਵਿੱਚ, ਜਿਵੇਂ ਭਾਈ ਸੁੱਖਾ ਸਿੰਘ ਜੀ ਵਰਗੇ ਹੋਏ ਆ ਮੀਰਾਂ ਕੋਟ, ਇਹਨਾਂ ਦੇ ਪਰਿਵਾਰ ਵਿੱਚ ਵੀ ਇਹੋ ਜਿਹਾ ਸੀ। ਇਹਦੇ ਮੇਰਾ ਖਿਆਲ 2 ਕਿ 3 ਭਾਈ ਦੱਸਦੇ ਸੀ ਤੇ ਇਹਨੇ ਸਿੱਖੀ ਧਾਰੀ ਸੀ ਤੇ ਇਹਦਾ ਕੇਸ ਜਿਹੜੇ ਵਾ ਉਹ ਕੱਟ ਦਿੱਤੇ ਸੀ ਸੁੱਤੇ ਪਏ ਦੇ ਇਹਨਾਂ ਨੇ। ਤੇ ਭਾਈ ਸੁੱਖਾ ਸਿੰਘ ਨੇ ਖੂਹ 'ਚ ਛਾਲ ਮਾਰ ਦਿੱਤੀ। ਕਿਸੇ ਬਜ਼ੁਰਗ ਨੇ ਆਖਿਆ, ਨਾਲੇ ਕੱਢਿਆ ਨਾਲੇ ਆਖਿਆ ਵੀ ਤੂੰ ਮਰਨਾ ਜੂ ਹੈ ਤੇ ਫਿਰ ਇੰਨਾ ਜ਼ੁਲਮ ਹੋਇਆ ਸਿੱਖ ਪੰਥ ਤੇ ਹੋ ਰਿਹਾ ਹੈ, ਕੋਈ ਵੱਡੀ ਕਰਨੀ ਕਰਕੇ ਮਰਨਾ, ਫਿਰ ਇੱਥੇ ਆਤਮ ਹੱਤਿਆ ਆਤਮ ਘਾਤੀ ਜਗਤ ਕਾ ਸਾਈ ਤੇਰਾ ਹੀ ਗੁਰੂ ਕਹਿੰਦਾ ਹੈ। ਫਿਰ ਸਾਧ ਸੰਗਤ ਜੀ ਉਹ ਕਿੱਡੀ ਵੱਡੀ ਸੇਵਾ ਲਈ ਸੀ, ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਉਹ ਆਲਾ ਦੁਆਲਾ ਇਹੋ ਜਿਹਾ ਮਿਲ ਜਾਂਦਾ। ਕਈ ਵਾਰਾਂ ਇਹਦੀ ਭਰਜਾਈ ਨੇ ਦੱਸਿਆ ਸੀ ਵੀ ਤੇਰਾ ਕੇਸ ਇਹਨਾਂ ਤੈਨੂੰ ਮਾਰ ਦੇਣਾ ਜਾਂ ਇਸ ਤਰ੍ਹਾਂ। ਉਹ ਕਹਿੰਦੇ ਭੱਜ ਆਇਆ ਸੀ ਭਾਈ ਸੁੱਖਾ ਸੋਂ। ਇੱਥੇ ਬਾਬਾ ਸ਼੍ਰੀਮਾਨ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹੋਏ ਆ, ਉਹਨਾਂ ਦਾ ਗੜਵਈ ਸੀ ਭਾਈ ਗੁਰਮੁਖ ਸਿੰਘ ਉੜੀਸਾ, ਉਹ ਉੜੀਸਾ ਦਾ ਸੀ ਤੇ ਉਹਦਾ ਵੀ ਆਹੀ ਹਾਲ ਸੀ। ਉਹਦੇ ਭਰਾ ਵੀ ਉਹਦੇ ਕੇਸ ਕਤਲ ਕਰਨ ਲੱਗੇ ਸੀ। ਉਹਦੀ ਭਰਜਾਈ ਨੇ ਵਿਚਾਰੀ ਨੇ ਆਖਿਆ ਵੀ ਇਹ ਸਲਾਹ ਬਣਾਉਂਦੇ ਆ ਵੀ ਇਹ ਕਿੱਧਰ ਸਾਡੇ ਵਿੱਚ ਵੱਡਾ ਸਿੱਖ ਬਣਿਆ ਹੈ, ਬੜੀ ਸੁਚਮ ਰੱਖਦਾ ਹੈ, ਬੜਾ ਮਰਿਆਦਾ ਪੁਰਸ਼ੋਤਮ ਬਣਿਆ, ਤੇਰੇ ਕੇਸ ਕਤਲ ਕਰਨ ਨੂੰ ਫਿਰਦੇ ਆ। ਉਹ ਵਿਚਾਰਾ ਸਾਧ ਸੰਗਤ ਜੀ ਉਹ ਡਰਦਾ ਡਰਾਉਂਦਾ ਵੀ ਸਿੱਖੀ ਰੱਖ ਲਈਏ ਤੇ ਗੱਡੀ ਚੜ੍ਹ ਆਇਆ। ਤੇ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਇੱਥੇ ਉਦੋਂ ਕਲਕੱਤੇ ਕਥਾ ਕਰਦੇ ਹੁੰਦੇ ਸੀ, ਸਵਾ ਮਹੀਨਾ ਇੱਥੇ ਆਏ ਹੋਏ ਸੀ ਤੇ ਕਲਕੱਤੇ ਟੇਸ਼ਨ ਤੇ ਉਤਰ ਪਿਆ ਵਿਚਾਰਾ। ਉਹ ਇੱਥੇ ਆ ਕੇ ਕਿਸੇ ਨੂੰ ਪੁੱਛਿਆ, ਭੁੱਖ ਲੱਗੀ ਸੀ ਵੀ ਇੱਥੇ ਕੋਈ ਗੁਰਦੁਆਰਾ ਹੈ ਲਾਗੇ। ਉਹ ਪਰਮੇਸ਼ਰ ਨੇ ਇਹੋ ਜਿਹਾ ਸਬੱਬ ਬਣਾਇਆ, ਉਸ ਕਿਸੇ ਨੇ ਦੱਸਿਆ ਵੀ ਇੱਥੇ ਲਾਗੇ ਟੇਸ਼ਨ ਦੇ ਗੁਰਦੁਆਰਾ, ਉੱਥੇ ਚਲਾ ਜਾ। ਇਹ ਭਾਈ ਗੁਰਮੁਖ ਸਿੰਘ ਉੜੀਸਾ ਰੱਬੋਂ ਹੀ ਉੱਥੇ ਚਲਾ ਗਿਆ ਜਿੱਥੇ ਪਿੰਡਰਾਂ ਵਾਲਾ ਜਥਾ ਉਤਰਿਆ ਹੋਇਆ ਸੀ, ਬਾਬਾ ਗੁਰਬਚਨ ਸਿੰਘ ਮਹਾਂਪੁਰਖ ਆਏ ਹੋਏ।
ਤੇ ਜਾ ਕੇ ਉਹ ਪਾਟੇ ਜੇ ਲੀੜੇ ਪਾਏ, ਛੋਟਾ ਜਿਹਾ ਕਛਹਿਰਾ ਪਾਇਆ, ਸਿਰ ਦੀ ਦਸਤਾਰ ਵੀ ਪਾਟੀ, ਚੋਲਾ ਵੀ ਝੱਗਾ ਵੀ ਪਾਟਾ ਹੋਇਆ। ਬਾਬਾ ਗੁਰਬਚਨ ਸਿੰਘ ਮਹਾਂਪੁਰਖਾਂ ਨਾਲੇ ਨੂੰ ਬਾਣੇ ਦਿੱਤੇ ਇੱਕ ਦੋ ਸਿੰਘਾਂ ਦੇ। ਤੋ ਇਸ ਤਰ੍ਹਾਂ ਉਹ ਬਾਅਦ ਵਿੱਚ ਸਾਧ ਸੰਗਤ ਦੀ ਇਹੋ ਜਿਹੀ ਦਇਆ ਹੋਈ ਸੀ, ਇਹ ਮਹਾਂਪੁਰਖਾਂ ਦੇ ਨਾਲ ਹੀ ਚੜ੍ਹਾਈ ਕੀਤਾ ਸੀ। ਤੋ ਕਈ ਵਾਰੀ ਆਲਾ ਦੁਆਲਾ ਕਿਸੇ ਕਰਮ ਕਰਕੇ ਇਹੋ ਜਿਹਾ ਮਿਲ ਜਾਂਦਾ ਪਰਿਵਾਰ, ਜਿਹਦੇ ਕਰਕੇ ਨਾਮ ਸਿਮਰਨ ਕਰਨ ਵਿੱਚ ਦਿੱਕਤ, ਕੋਈ ਬਿਪਤਾ ਜੀ ਬਣੀ ਰਹਿੰਦੀ, ਖੌਰੇ ਮਹਾਰਾਜ ਪਰਖ ਕਰਦੇ ਹੈ। ਤੋ ਇਸ ਤਰ੍ਹਾਂ ਇੱਧਰ ਇਹ ਹੈ ਤਾਂ ਕਿਸੇ ਸਿੱਖ ਦੀ ਧੀ ਸੀ, ਕੋਈ ਪਿਛਲੇ ਕਰਮ ਕਰਕੇ ਪਾਪੀ ਚੰਦੂ ਦੇ ਪੁੱਤ ਨਾਲ ਵਿਆਹੀ ਗਈ। ਤੋ ਕਵੀ ਜੀ ਅੱਗੇ ਲਿਖਦੇ ਹਨ, ਸੁਣ ਪ੍ਰਸੰਗ ਦਲ ਕਿਉ ਤਿਸਰੀ ਦਾ। ਉਹ ਵਿਚਾਰੀ ਜਦੋਂ ਸੁਣਿਆ ਵੀ ਮੇਰੇ ਮਾਂ-ਬਾਪ ਪੇਕੇ ਜਿਹਨੂੰ ਪੂਜਦੇ ਆ, ਸਾਰਾ ਦਿਨ ਥੱਕਦੇ ਸਲਾਹੁੰਦੇ ਨਹੀਂ, ਗੁਰਬਾਣੀ ਪੜ੍ਹਦੇ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਸਾਹਿਬ ਕਰਦੇ, ਨਹੀਂ ਥੱਕਦੇ। ਛੋਟੀ ਹੁੰਦੀ ਨੇ ਜਿਸ ਗੁਰੂ ਮਹਾਰਾਜ ਦਾ ਮੈਂ ਜਸ ਵਡਿਆਈ ਸੁਣਿਆ, ਤੇ ਮੇਰਾ ਹੀ ਸਹੁਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਦੇਗ 'ਚ ਉਬਾਲੀ ਜਾਂਦਾ, ਤੇ ਰੂਹ ਕੰਬ ਗਈ, ਦਿਲ ਬਹੁਤ ਦਹਿਲ ਗਿਆ, ਬਹੁਤ ਦੁਖੀ ਹੋਈਏ ਸਾਰੀ ਵਾਰਤਾ ਸੁਣ ਕਰਕੇ। ਮਮ ਨੈ ਹਰ ਮਾਨਹਿ ਜਿਹ ਸਦਾ। ਵਿਚਾਰੀ ਸੋਚਦੀ ਵੀ ਮੇਰੇ ਪੇਕੇ ਮਾਂ ਬਾਪ ਭਾਈ ਸਦਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੰਨਦੇ ਆਏ ਹੈ, ਪੂਜਦੇ ਆਏ ਹੈ, ਕਿੰਨਾ ਸਿਮਰਨ ਕਰਦੇ ਹੈ, ਧਿਆਉਂਦੇ ਹਨ, ਪਰਮੇਸ਼ਰ ਖੁਦਾ ਮੰਨਦੇ ਹਨ। ਅਨੇਕ ਕਾਮਨਾ ਜਾਚਤ ਪਾਈ। ਤੇ ਸਾਡੇ ਘਰ ਦੀਆਂ ਤਾਂ ਸਾਨੂੰ ਤਾਂ ਦੇ ਸਾਰਾ ਕੁਝ ਦੇਣ ਵਾਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਾਨੂੰ ਜੋ ਵੀ ਮਿਲਿਆ ਮੇਰੇ ਪੇਕਿਆਂ ਨੂੰ ਉਹ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਦਿੱਤਾ ਮੰਨਦੇ ਹਨ, ਇਹਨਾਂ ਤੋਂ ਮੰਗਦੇ ਆ, ਇਹਨਾਂ ਤੋਂ ਮਿਲਦਾ ਹੈ। ਗੁਰ ਗੁਰ ਸਿਮਰਤ ਨਿਤ ਸੁਖਦਾਈ। ਤੇ ਉਹ ਸਦਾ ਵਾਹਿਗੁਰੂ ਵਾਹਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸਿਮਰਨ ਕਰਦੇ ਆ, ਧਿਆਉਂਦੇ ਆ ਤੇ ਸੁਖ ਪ੍ਰਾਪਤ ਕਰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਸਾਰੇ ਸੰਸਾਰ ਨੂੰ ਸੁਖ ਦੇਣ ਵਾਲੇ ਹਨ। ਸਸੁਰ ਪਾਤ ਕੀ ਤਿਹ ਦੁਖ ਦੇਤ। ਤੇ ਵਿਚਾਰੀ ਰੋਂਦੀ ਹੈ ਵੀ ਮੇਰਾ ਸਹੁਰਾ ਕਿੱਡਾ ਪਾਪੀ ਹੈ, ਉਸ ਗੁਰੂ ਨੂੰ ਦੁੱਖ ਦੇ ਰਿਹਾ ਹੈ, ਮੈਂ ਕਿਹੋ ਜੇ ਪਾਪੀ ਦੀ ਨੂੰਹ ਬਣ ਬੈਠੀ ਹਾਂ। ਕੋ ਅਘ ਤੇ ਮੈਂ ਇਨਹੁ ਨਿਕੇਤ। ਵੀ ਮੇਰਾ ਖਰੇ ਪਿਛਲਾ ਕਿਹੜਾ ਕੀਤਾ ਪਾਪ ਹੈ, ਮੈਨੂੰ ਇਹਨਾਂ ਪਾਪੀਆਂ ਦੇ ਘਰ ਵਿੱਚ ਰਹਿਣਾ ਪਿਆ, ਇਹਨਾਂ ਦੀ ਨੂੰਹ ਬਣਨਾ ਪਿਆ ਹੈ। ਕਿਤ ਕੋ ਦਿਵਸ ਤੇ ਪੀਓ ਨਾ ਪਾਨੀ। ਮੇਰੇ ਚੋਜੀ ਪ੍ਰੀਤਮ ਗੁਰੂ ਅਰਜਨ ਸਾਹਿਬ ਜੀਆਂ ਤਾਂ ਕਿੰਨੇ ਕੁ ਦਿਨਾਂ ਤੋਂ ਪਾਣੀ ਤੱਕ ਨਹੀਂ ਪੀਤਾ ਹੈ। ਖਾਏ ਨਾ ਭੋਜਨ ਨਿੰਦਰਾ ਹਾਨੀ। ਨਾ ਇਹਨਾਂ ਸੌਣ ਦਿੱਤਾ ਪਾਪੀਆਂ ਨੇ, ਨਾ ਸਤਿਗੁਰਾਂ ਨੂੰ ਭੋਜਨ ਛਕਣ ਦਿੱਤਾ ਹੈ। ਤਿਕ ਜੀਵਨ ਇਸ ਘਰ ਮਹਿ ਮੇਰੋ। ਜਿਸ ਘਰ ਨੇ ਗੁਰੂ ਅਰਜਨ ਦੇਵ ਸਾਹਿਬ ਤੇ ਜ਼ੁਲਮ ਕੀਤਾ, ਵਿਚਾਰੀ ਰੋਂਦੀ ਹੈ, ਝੂਰਦੀ ਨਾਲੇ ਵੀ ਇਹੋ ਜਿਹੇ ਘਰ ਵਿੱਚ 100 ਫਿੱਟ ਲਾਹਣਤ ਹੈ ਮੇਰੇ ਰਹਿਣ ਦੇ, ਵੀ ਮੈਂ ਇਹੋ ਜਿਹੇ ਘਰ ਦੀ ਨੂੰਹ, ਇਹੋ ਜਿਹੇ ਘਰ ਦਾ ਮੈਂ ਸਦੱਸ ਬਣੀ ਹਾਂ, ਜਿਸ ਘਰ ਨੇ ਗੁਰੂ ਅਰਜਨ ਦੇਵ ਸਾਹਿਬ ਤੇ ਜ਼ੁਲਮ ਕੀਤਾ ਹੈ। ਗੁਰ ਕੋ ਦੁਖ ਸੁਣ ਥਿਰ ਹਵੈ ਹੇਰੋ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਵੇਖ ਮਨ 'ਚ ਸੋਚਦੀ ਵੀ ਮੈਂ ਕਿਵੇਂ ਬੈਠੀ ਹੋਈ ਵੇਖਾਂ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਕਸ਼ਟ ਤਸੀਹੇ ਦਿੱਤੇ ਜਾਣ ਤੇ ਮੈਂ ਇੱਥੇ ਬੈਠੀ ਕਿਵੇਂ ਵੇਖਾਂ, ਕਿਵੇਂ ਸਹਾਰਾਂ। ਰਹਿਓ ਨਾ ਗਇਓ ਮਿਠਾਈ ਘੋਰੀ। ਤੋ ਰਿਹਾ ਨਾ ਗਿਆ ਚੰਦੂ ਦੀ ਨੂੰਹ ਨੇ ਸਾਧ ਸੰਗਤ ਜੀ ਇੱਕ ਜਲ ਦੇ ਗੜਵੇ ਵਿੱਚ ਸੋਹਣਾ ਕੋ ਮਿੱਠਾ ਜਿਵੇਂ ਗੁੜ ਆਦਿਕ ਘੋਲ ਕੇ ਸ਼ਰਬਤ ਬਣਾਇਆ ਹੈ। ਕੁਛ ਭੋਜਨ ਲੈ ਗਮਨੀ ਚੋਰੀ। ਤੇ ਚੋਰੀ ਛੁਪੇ ਥੋੜਾ ਜਿਹਾ ਭੋਜਨ ਪਕਾ ਕੇ ਸੋਹਣਾ ਪ੍ਰਸ਼ਾਦਾ ਮਹਾਰਾਜ ਵਾਸਤੇ ਲੈ ਕੇ ਚੱਲੀ ਹੈ। ਪਹੁੰਚੀ ਜਿਹ ਠਾਂ ਖਰੇ ਸਿਪਾਹੀ। ਜਦੋਂ ਪਹੁੰਚੀ ਨਾ ਹਵੇਲੀ ਵਿੱਚ ਤੇ ਸਾਹਮਣੇ ਸਿਪਾਹੀਆਂ ਦਾ ਪਹਿਰਾ ਲੱਗਾ ਡਿੱਠਾ। ਸੁਖ ਚਿਤ ਡਰਤ ਜਾਤ ਨਹਿ ਪਾਹੀ। ਹੁਣ ਗਾਂਹ ਜਾਇਆ ਨਹੀਂ ਜਾਂਦਾ ਤੇ ਸਿਪਾਹੀਆਂ ਨੂੰ ਵੇਖ ਕੇ ਇਹ ਮਾਈ ਡਰ ਗਈ ਹੈ। ਇੱਕ ਹਕਾਰ ਕਰ ਆਪਣੇ ਪਾਸ। ਫਿਰ ਸਿਆਣੀ ਸੀ, ਇਹਨੇ ਇੱਕ ਸਿਪਾਹੀ ਨੂੰ ਧੀਰੇ ਜੇ ਆਪਦੇ ਪਾਸ ਇੱਕ ਪਾਸੇ ਸੱਦਿਆ ਬੁਲਾਇਆ ਹੈ। ਦੀਨ ਸਜੇ ਵਰਤ ਨਹਿ ਨਿਕਾਸ। ਤੇ ਆਪਣੇ ਸਾਰੇ ਗਹਿਣੇ ਲਾਹ ਕਰਕੇ ਉਹ ਸਿਪਾਹੀ ਦੇ ਹੱਥ ਤੇ ਰੱਖ ਦਿੱਤੇ। ਰਾਖੋ ਗੁਪਤ ਸੁਨਾਵਹ ਨਾਹੀ। ਕਹਿੰਦੀ ਭਾਈ ਇਹ ਗੱਲ ਗੁਪਤ ਰੱਖਣੀ, ਮੇਰੇ ਸਹੁਰੇ ਚੰਦੂ ਨੂੰ ਨਾ ਪਤਾ ਲੱਗੇ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੇ ਭੋਜਨ ਪਾਣੀ ਲੈ ਕੇ ਆਈ ਹਾਂ, ਇਹ ਗੱਲ ਤੈਨੇ ਗੁਪਤ ਰੱਖਣੀ। ਲੈ ਗੱਲ ਲੁਕਾਉਣ ਦੀ ਤੂੰ ਰਿਸ਼ਵਤ ਲੈ ਲੈ। ਸਾਰੇ ਗਹਿਣੇ ਲਾਹ ਕੇ ਬੀਬੀ ਨੇ ਉਸ
ਸਿਪਾਹੀ ਨੂੰ ਫੜਾ ਦਿੱਤੇ ਹਨ। ਮੈਂ ਇੱਕ ਬੇਰ ਜਾਉ ਗੁਰ ਪਾਹੀ। ਵੀ ਮੈਂ ਇੱਕ ਵਾਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਲੋਚਦੀ ਹਾਂ। ਧਰੇ ਲੋਭ ਤੂਸ਼ਣ ਹੋਏ ਰਹੇ। ਉਹ ਵਿਚਾਰਾ ਲੋਭੀ ਹੁੰਦੇ ਆ ਤੇ ਉਹਨੇ ਮੰਗਹਿਣੇ ਲੈ ਲਏ ਤੇ ਲਾਲਚ ਵਸ ਚੁੱਪ ਹੋ ਰਹੇ ਆ, ਕੁਝ ਨਹੀਂ ਬੋਲਿਆ ਹੈ। ਜਾਏ ਤੁਰਤ ਆਵਹ ਬਚ ਕਹੇ। ਇਹ ਕਹਿ ਦਿੱਤਾ ਵੀ ਛੇਤੀ ਚੱਲ ਜਾਓ ਬੀਬਾ, ਤੇ ਹੱਲੇ ਦੇ ਨਾਲ ਹੀ ਵਾਪਸ ਤੁਸਾਂ ਨੇ ਮੁੜ ਆਉਣਾ, ਜ਼ਿਆਦਾ ਸਮਾਂ ਨਹੀਂ ਲਾਉਣਾ ਹੈ। ਚੰਦੂ ਪਾਤ ਕੀ ਲਖ ਹੈ ਨ ਜਿਸ ਤੇ। ਕਿਉਂਕਿ ਭਾਵੇਂ ਤੇਰਾ ਸਹੁਰਾ ਹੀ ਹੈ, ਪਰ ਚੰਦੂ ਪਾਪੀ ਬੜਾ ਵੱਡਾ ਹੈ, ਤੇ ਜੇ ਉਹਨੂੰ ਪਤਾ ਲੱਗ ਗਿਆ ਮੈਨੂੰ ਮਾਰ ਮੁਕਾਵੇਗਾ। ਛੇਤੀ ਕਰ ਲੈਣਾ, ਜ਼ਿਆਦੀ ਦੇਰੀ ਨਹੀਂ ਲਗਾਉਣੀ ਹੈ। ਹਮ ਨਿਕਾਸਹਿ ਨਹਿ ਮਨ ਰਿਸ ਤੇ। ਹਾਂ, ਮਨ ਉਹਦਾ ਗੁੱਸੇ ਸਹਿਤ ਹੋ ਕਰਕੇ ਤੇ ਸਾਨੂੰ ਨੌਕਰੀਓਂ ਕੱਢ ਦੇਵੇਗਾ ਜਾਂ ਸਾਡੇ ਟੱਬਰ ਮਾਰ ਦੇਵੇਗਾ। ਗਈ ਗੁਰੂ ਢਿਗ ਦੇਖਤ ਰੋਈ। ਇਹ ਚੰਦੂ ਦੀ ਨੂੰਹ ਸਾਧ ਸੰਗਤ ਜੀ ਜਦੋਂ ਹੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਪਹੁੰਚੀ ਤੇ ਸਤਿਗੁਰੂ ਦੇਗ ਚੋਂ ਬਾਹਰ ਨਿਕਲ ਕੇ ਬੈਠੇ ਹੋਏ ਸਨ, ਚੌਂਕੜਾ ਲਾ ਕੇ। ਸਾਰੇ ਸਰੀਰ ਤੇ ਫਲੂਏ ਉੱਠੇ ਹੋਏ ਸਨ, ਮੋਟੇ ਛਾਲੇ ਪਏ, ਐਨ ਲਾਲ ਸੁਰਖ ਮਹਾਰਾਜ ਦਾ ਸਰੀਰ ਹੋਇਆ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਹਾਲਤ ਵੇਖ ਕੇ ਤੇ ਪੁੱਬਾਂ ਨਿਕਲ ਗਈਆਂ ਇਹਦੀਆਂ, ਉੱਚੀ ਉੱਚੀ ਰੋਣ ਲੱਗ ਪਈ ਹੈ। ਨਮੋ ਠਾਨ ਕਹਿ ਬਿਨੈ ਪਿਗੋਈ। ਪਹਿਲਾਂ ਨਮਸਕਾਰ ਕੀਤੀ, ਫਿਰ ਭਿੱਜ ਕੇ ਇਸ ਚੰਦੂ ਦੀ ਨੂੰਹ ਨੇ ਬੇਨਤੀ ਕੀਤੀ ਵੈ। ਸ੍ਰੀ ਸਤਿਗੁਰ ਜੀ ਪੀਜਹਿ ਪਾਨੀ। ਹੱਥ ਜੋੜ ਕੇ ਗੜਵਾਗੇ ਕੀਤਾ, ਸ਼ਰਬਤ ਵਾਲਾ ਪਾਤਸ਼ਾਹ ਮਹਾਰਾਜ ਦਇਆ ਕਰੋ, ਕਿਰਪਾ ਕਰਕੇ ਜਲ ਛਕ ਲਓ ਸੱਚੇ ਪਾਤਸ਼ਾਹ ਜੀ। ਲਿਹੋ ਆਹਾਰ ਕੋ ਕੀਜਹਿ ਖਾਨੀ। ਮਹਾਰਾਜ ਮੈਂ ਭੋਜਨ ਪਕਾ ਕੇ ਲੈ ਕੇ ਆਈ ਹਾਂ, ਕਿਰਪਾ ਕਰੋ ਪਾਤਸ਼ਾਹ ਜੀ, ਇਹ ਜਲ ਵੀ ਛਕ ਲਓ ਤੇ ਭੋਜਨ ਛਕ ਲਓ ਜੀ। ਪਾਪੀ ਕੇ ਸੁਤ ਸੋ ਮੈਂ ਵਿਆਹੀ। ਮਹਾਰਾਜ ਮੈਂ ਚੰਦੂ ਦੀ ਨੂੰਹ ਆ ਤੇ ਹੈ ਤੁਹਾਡੇ ਸਿੱਖ ਦੀ ਧੀ ਸਾਂ, ਪਰ ਪਾਪੀ ਦੇ ਪੁੱਤਰ ਦੇ ਨਾਲ ਮੈਂ ਵਿਆਹੀ ਗਈ ਕਿਸੇ ਕਰਮ ਕਰਕੇ। ਹੋਤੀ ਯੋਗਤਾ ਐਸੇ ਨਾਹੀ। ਪਰ ਮੇਰੀ ਯੋਗਤਾ ਇਹੋ ਜੀ ਨਹੀਂ ਸੀ ਮਹਾਰਾਜ, ਹੁੰਦਾ ਤਾਂ ਇਉਂ ਵੀ ਮੈਂ ਕਿਸੇ ਸਿੱਖ ਦੇ ਨਾਲ ਵਿਆਹੀ ਜਾਂਦੀ, ਬਾਣੀ ਪੜ੍ਹਨ ਵਾਲਿਆਂ ਦੇ ਘਰ ਵਿਆਹੀ ਜਾਂਦੀ, ਪਰ ਇਸ ਤਰ੍ਹਾਂ ਹੋਇਆ ਨਹੀਂ। ਕੋਈ ਪਰਮੇਸ਼ਰ ਦੀ ਆਪ ਜੀ ਦੀ ਜਿਹੋ ਜੀ ਮੌਜ ਹੈ, ਪਰ ਮਹਾਰਾਜ ਮੇਰਾ ਇਹ ਥਾਂ ਨਹੀਂ ਸੀ ਜਿਨ੍ਹਾਂ ਦੇ ਘਰੇ ਮੇਰਾ ਵਿਆਹ ਹੋਇਆ ਹੈ। ਕਰਿਓ ਪਾਪ ਕੋ ਆਗੇ ਆਏਬ। ਮਹਾਰਾਜ ਮੇਰਾ ਪਿਛਲਾ ਕੀਤਾ ਕੋ ਪਾਪ ਖੋਟਾ ਕਰਮ ਅੱਗੇ ਆ ਗਿਆ ਹੈ, ਜਿਹੜਾ ਮੇਰਾ ਸਿੱਖਾਂ ਦੇ ਘਰ ਨਹੀਂ ਵਿਆਹ ਹੋਇਆ ਤੇ ਨਾ ਪਾਪੀਆਂ ਦੇ ਘਰ ਵਿਆਹ ਹੋ ਗਿਆ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕੀਤਾ। ਤੋ ਸਾਧ ਸੰਗਤ ਜੀ ਕਈ ਇਤਿਹਾਸਕਾਰ ਕਹਿੰਦੇ ਨਹੀਂ ਜੀ, ਅਖੇ ਮਨ ਕਢਾਉਤਾ ਹੈ ਚੰਦੂ ਦੀ ਨੂੰਹ ਦਾ ਜਿਹੜਾ ਇੱਥੇ ਚਰਿੱਤਰ ਹੈ ਉਹ ਬੜਾ ਵਧੀਆ ਵਿਖਾਇਆ ਗਿਆ ਹੈ ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਕ ਸਿੱਖ ਸੀ, ਇਸ ਤਰ੍ਹਾਂ ਨਹੀਂ ਹੋ ਸਕਦਾ। ਪਰ ਸਾਧ ਸੰਗਤ ਜੀ ਕਮਲ ਚਿੱਕੜ ਚੁੱਗ ਪੈਂਦਾ ਹੈ। ਹਰਨਾਕਸ਼ ਜਿਹੜਾ ਹੈ ਉਹ ਕਿੱਡਾ ਵੱਡਾ ਰਾਖਸ਼ ਪਾਪੀ ਹੋਇਆ ਤੇ ਉਹਦੇ ਘਰੇ ਪ੍ਰਹਿਲਾਦ ਜੰਮ ਪਿਆ। ਤੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਜੇ ਆਖੀ ਚੰਦੂ ਦੇ ਘਰ ਨਹੀਂ, ਪਾਪੀ ਦਾ ਪਾਪ ਵੱਡਾ ਥੋੜ੍ਹਾ, ਕੋਈ ਵੀ ਜੰਮ ਸਕਦਾ ਕਿਸੇ ਦੇ ਘਰੇ। ਤਾਂ ਪਰਮੇਸ਼ਰ ਅਕਾਲ ਪੁਰਖ ਦੀ ਮੌਜ ਹੈ, ਜ਼ਰੂਰੀ ਨਹੀਂ ਵੀ ਕੋਈ ਪੁੰਨੀਆਂ ਦੇ ਘਰੇ ਪੁੰਨੀ ਜੰਮਦੇ ਆ। ਆਪਣੇ ਸਿੱਖਾਂ ਦੇ ਘਰਾਂ 'ਚ ਵੀ ਮਲੇਸ਼ ਜੰਮੀ ਜਾਂਦੇ ਆ, ਮਲੇਸ਼ਾਂ ਦੇ ਘਰਾਂ ਵਿੱਚ ਸਿੱਖ ਵੀ ਜੰਮ ਪੈਂਦੇ ਆ। ਤੋ ਇਸ ਤਰ੍ਹਾਂ ਨਹੀਂ ਜਾਣਨਾ। ਇਹ ਚੰਦੂ ਦੀ ਨੂੰ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕਿਸੇ ਸਿੱਖ ਦੀ ਧੀ ਸੀ, ਚੰਗੇ ਧਨਾੜ ਦੀ। ਤੇ ਕਈ ਵਾਰੀ ਉਹ ਯੋਗਤਾ ਨਹੀਂ ਮਾਂ ਬਾਪੇ ਵੇਖਦੇ ਵੀ ਚਲੋ ਸਿੱਖੀ ਵੇਖੀ ਨਾ, ਤੇ ਮਾਇਆ ਵੇਖ ਲਈ ਚੰਦੂ ਦੇ ਘਰ ਵਿੱਚ ਤੇ ਉਹਦੇ ਪੁੱਤ ਨਾਲ ਵਿਆਹ ਦਿੱਤੀ। ਇਹ ਬੀਬੀ ਪਛਤਾਉਂਦੀ ਆ ਵੀ ਮਹਾਰਾਜ ਮੇਰਾ ਕੋਈ ਪਿਛਲਾ ਕੀਤਾ ਪਾਪ ਕਰਮ ਅੱਗੇ ਆ ਗਿਆ ਹੈ, ਜਿਸ ਕਰਕੇ ਮੈਨੂੰ ਪਾਪੀਆਂ ਦੇ ਘਰ ਦੀ ਨੂੰਹ ਬਣਨਾ ਪੈ ਗਿਆ ਹੈ। ਜਿਸ ਕਰ ਇਨਕੇ ਸਦਨ ਬਸਾਏ। ਵੀ ਮੈਂ ਕਿਸੇ ਪਾਪ ਕਰਕੇ ਪਿਛਲੇ ਕਰਮ ਕਰਕੇ ਮਹਾਰਾਜ ਬਾਣੀ ਪੜ੍ਹਨ ਵਾਲੇ ਸਿੱਖਾਂ ਦੀ ਧੀ ਹੋ ਕੇ ਨਾ ਪਾਪੀਆਂ ਦੇ ਘਰ ਵਿੱਚ ਆਣ ਵਸੀ ਹਾਂ। ਤੁਮਰੇ ਸਿੱਖ ਕੀ ਸੁਤਾ ਪਛਾਨਹ। ਮਹਾਰਾਜ ਮੈਨੂੰ ਤੁਸੀਂ ਜਾਣੋ ਮੈਂ ਨੂੰਹ ਚੰਦੂ ਦੀਆਂ, ਪਰ ਚੰਦੂ ਦੀ ਨੂੰਹ ਨਾ ਹੁਣ ਜਾਣੋ ਮੈਨੂੰ, ਉਹ ਤਾਂ ਪਾਪੀ ਹੈ। ਪਾਤਸ਼ਾਹ ਮੈਨੂੰ ਆਪਦੇ ਕਿਸੇ ਸਿੱਖ ਦੀ ਧੀ ਕਰਕੇ ਜਾਣਨਾ ਕਰੋ ਜੀ। ਨਿਜ ਦਾਸਣ ਲਗ ਕਰੋ ਨਾ ਠਾਨਹ। ਮਹਾਰਾਜ ਮੈਨੂੰ ਆਪਦਾ ਦਾਸ ਜਾਣ ਕੇ ਸੇਵਕ ਜਾਣ ਕਰਕੇ ਕਿਰਪਾ ਕਰੋ ਜੀ। ਭਿਖ ਸਤਿਗੁਰ ਸ੍ਰੀ ਮੁਖ ਤੇ ਭਾਖਾ। ਜਲ ਛਕ ਲਓ ਮਹਾਰਾਜ ਤੇ ਭੋਜਨ ਛਕ ਲਓ। ਸੁਣ ਕੇ ਇਹ ਮਾਈ ਦੀ ਬੇਨਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮੁਖੋਂ ਬੋਲੇ ਹਨ। ਸਾਧ ਤੋਹੇ ਅਸ ਭਾਉ ਜੇ ਰਾਖਾ। ਹੇ ਧੀ ਹੇ ਪੁੱਤਰੀ, ਸ਼ਾਬਾਸ਼ ਤੇਰੇ ਜਿਹੜਾ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਸਾਡੇ ਤੇ ਇੰਨਾ ਭਾਉ ਰੱਖਿਆ, ਭਰੋਸਾ ਰੱਖਿਆ।
ਇੰਨਾ ਸਿਦਕ ਪ੍ਰੇਮ ਰੱਖਿਆ ਹੈ। ਜੇ ਕਰ ਚਾਹੇ ਆਪਣੀ ਕਲਿਆਣਾ, ਤੇ ਹੁਣ ਜੇਕਰ ਤੂੰ ਆਪਣੀ ਕਲਿਆਣ ਚਾਹੁੰਦੀ ਹੈ, ਇਹ ਪਾਪੀਆਂ ਤੋਂ ਖਹਿੜਾ ਛੁੱਟਿਆ ਚਾਹੁੰਦੀ ਹੈ, ਆਪਦਾ ਪਰਲੋਕ ਸਫਲਾ ਕੀਤਾ ਚਾਹੁੰਦੀ ਹੈ, ਹੇ ਪੁੱਤਰੀ ਹੇ ਧੀਏ, ਸੰਗ ਹਮਾਰੇ ਤਿਆਗਹ ਪ੍ਰਾਨਾ। ਤੇ ਤੂੰ ਵੀ ਸਾਡੇ ਨਾਲ ਹੀ ਪ੍ਰਾਣ ਤਿਆਗ ਦੇਣੇ, ਕਿਉਂਕਿ ਤੂੰ ਇਹਨਾਂ ਦੇ ਘਰੇ ਰਹਿਣ ਯੋਗ ਨਹੀਂ ਹੈ ਪਾਪੀਆਂ ਦੇ। ਜਰਾ ਉਖੇ ਰਹਿ ਚੰਦੂ ਕੇਰੀ, ਕਿਉਂਕਿ ਸੁਣ ਲੈ ਪੁੱਤਰੀ ਵੀ ਅਸੀਂ ਹੁਣ ਤੇਰਾ ਸਹੁਰਾ ਪਰਿਵਾਰ ਜਿਹੜਾ ਖਾਸ ਕਰ ਚੰਦੂ ਹੈ ਨਾ, ਚੰਦੂ ਦੇ ਖਾਨਦਾਨ ਦੀ ਜੜ ਪੱਟ ਦੇਣੀ ਹੈ ਬੜੀ ਛੇਤੀ ਹੀ। ਮਰਹਿ ਜਬੈ ਦੋਜਕ ਮਹਿੰਗੇਰੀ, ਜਦੋਂ ਚੰਦੂ ਮਰੇਗਾ ਤੇ ਨਰਕਾਂ ਵਿੱਚ ਸੁੱਟਿਆ ਜਾਵੇਗਾ, ਨਰਕਾਂ ਵਿੱਚ ਧੋਇਆ ਜਾਵੇਗਾ। ਇਹਾਂ ਹਮਾਰੋ ਪਲਟਾ ਲੈ ਕੇ, ਤੇ ਜਦੋਂ ਇਹ ਸਾਨੂੰ ਸ਼ਹੀਦ ਕਰੇਗਾ ਨਾ ਚੰਦੂ ਪਾਪੀ, ਸਮਾਂ ਆਵੇਗਾ ਸਾਡਾ ਪੁੱਤਰ ਹਰਗੋਬਿੰਦ ਸਾਹਿਬ ਇਹਦਾ ਬਦਲਾ ਲਵੇਗਾ, ਇਹਦਾ ਪਲਟਾ ਜ਼ਰੂਰ ਲਵੇਗਾ। ਹਤਹਿ ਕਮੌਤ ਮਹਾ ਦੁਖਦਾਇਕ, ਤੇ ਨੱਕ ਵਿੱਚ ਨੱਥ ਪਾ ਪਾ ਕੇ ਛਿੱਤਰ ਜੁੱਤੀਆਂ ਮਰਵਾ ਕੇ ਇਹਨੂੰ ਕਮੌਤੇ ਮਾਰੇਗਾ। ਇਹਨਾਂ ਦੀ ਬੁਰੀ ਹਾਲਤ ਕਰਕੇ ਚੰਦੂ ਪਾਪੀ ਨੂੰ ਧੂ ਕੇ ਗਲੀਆਂ 'ਚ ਘੜੀਸ ਕੇ ਮਾਰੇਗਾ। ਸਕਲ ਸਦਨ ਇਸ ਹੋਏ ਖਰਾਬ, ਤੇ ਕੱਲਾ ਚੰਦੂ ਹੀ ਨਹੀਂ ਪੁੱਤਰੀ, ਇਹਨਾਂ ਦਾ ਸਾਰਾ ਘਰ ਬਹਿ ਜਾਣਾ। ਹੁਣ ਸਾਰੇ ਦੇ ਸਾਰੇ ਘਰ ਦਾ ਪੱਠਾ ਹੁਣ ਸਾਧ ਸੰਗਤ ਜੀ ਚੰਦੂ ਦਾ ਲੈਂਦਾ ਨਾ ਭਲਾ ਕੋਈ, ਦੱਸੋ ਕਿੱਥੇ ਆ ਚੰਦੂ ਦੀ ਅੰਸ ਬੰਸ। ਤੋ ਪਾਤਸ਼ਾਹ ਕਹਿੰਦੇ ਹੁਣ ਕੁਝ ਸਮੇਂ 'ਚ ਇਹਨਾਂ ਦੇ ਸਾਰੇ ਘਰ ਦਾ ਹੀ ਬੇੜਾ ਜਿਹੜਾ ਬਹਿ ਜਾਣਾ ਹੈ, ਸਾਰਾ ਘਰ ਅਸੀਂ ਗਰਕ ਕਰ ਦੇਵਾਂਗੇ, ਖਾਨਦਾਨ ਉਜੜ ਜਾਵੇਗਾ, ਇਹਨਾਂ ਦਾ ਨਾਂ ਲੈਣ ਵਾਲਾ ਕੋਈ ਰਹਿਣਾ ਨਹੀਂ ਹੈ। ਛਿਰਹਿ ਨ ਕਿਮ ਇਮ ਬਨ ਹੈ ਸਿਤਾਬ, ਤੇ ਇੱਥੇ ਟਿਕਣਾ ਜਿਹੜਾ ਇਹਨਾਂ ਦਾ ਬਣਦਾ ਨਹੀਂ ਸੰਸਾਰ ਦੇ ਅੰਦਰ ਕਿਸੇ ਤਰ੍ਹਾਂ ਵੀ। ਚੰਦੂ ਤੇ ਇਹਨਾਂ ਦਾ ਖਾਨਦਾਨ ਟਿਕ ਨਹੀਂ ਬਵੇਗਾ, ਛੇਤੀ ਨਾਸ਼ ਹੋ ਜਾਵੇਗਾ। ਅਖਲ ਕੁਟੰਬ ਅਲੰਬ ਬਿਹੀਨੇ, ਤੇ ਸਾਰਾ ਜਿਹੜਾ ਟੱਬਰ ਆਸਰੇ ਤੋਂ ਬਿਨਾ ਹੋ ਜਾਵੇਗਾ। ਰੋਦਤ ਮਰਹਿ ਮਹਾ ਦੁਖ ਲੀਨੇ, ਬੜੇ ਦੁਖੀ ਹੋ ਕੇ ਸਾਰੇ ਇਹਨਾਂ ਦੇ ਮਰਨਗੇ ਮੁੱਕਣਗੇ, ਤੇ ਰੋ ਕੇ ਦੁਖੀ ਹੋ ਕੇ ਕੋੜੀ ਹੋ ਕੇ ਮਰਨਗੇ। ਰਾਖਾ ਗੋਪ ਬਤਾਵਹ ਕਾਹੇ ਨਾ, ਤੋ ਫਿਰ ਕਹਿ ਦਿੱਤਾ ਮਹਾਰਾਜ ਨੇ ਵੀ ਪੁੱਤਰੀ ਤੁਸੀਂ ਇਹ ਸਾਡੀ ਜੋ ਤੁਸੀਂ ਦਰਸ਼ਨ ਕਰਨ ਆਏ ਹੋ, ਜੋ ਬਚਨ ਬਿਲਾਸ ਹੋਏ ਹੈ, ਉਹ ਤੁਸਾਂ ਨੇ ਕਿਸੇ ਕੋਲ ਨਹੀਂ ਕਰਨੇ, ਇਹ ਗੱਲ ਗੁਪਤ ਰੱਖਣੀ ਹੈ। ਸੰਕਟ ਇਨਹਾ ਸੰਗ ਸਹਿ ਨਾਹਿਨ, ਬਾਕੀ ਤੂੰ ਸਾਡੇ ਸਿੱਖ ਦੀ ਧੀ, ਤੇ ਸਿੱਖ ਦੀ ਧੀ ਕੀ ਗੁਰੂ ਦੀ ਧੀ ਕੀ, ਤੂੰ ਸਾਡੀ ਵੀ ਪੁੱਤਰੀ ਹੈ, ਇਸ ਲਈ ਤੂੰ ਇਹ ਪਾਪੀਆਂ ਦੇ ਨਾਲ ਐਵੇਂ ਨਹੱਕਾ ਦੁੱਖ ਨਹੀਂ ਸਹਿਣਾ। ਇਹਨਾਂ ਦਾ ਤਾਂ ਬੇੜਾ ਬਹਿਣਾ ਹੀ ਹੈ, ਨਾਸ਼ ਹੋਣਾ ਹੀ ਹੈ, ਪਾਪ ਦੇ ਨਾਲ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਰ ਤੂੰ ਇੱਕ ਸਿੱਖ ਦੀ ਧੀ ਹੋਣ ਦੇ ਨਾਤੇ ਐਵੇਂ ਨਹੱਕੀ ਇਹਨਾਂ ਦੇ ਬਰਾਬਰ ਪਾਪ ਦੁੱਖ ਨਹੀਂ ਸਹਿਣਾ ਹੈ। ਖਾਨ ਪਾਣ ਇਸ ਕੇ ਘਰ ਕੇਰਾ, ਵੀ ਤੂੰ ਸਾਡੇ ਨਾਲ ਹੀ ਸਰੀਰ ਤਿਆਗ ਦੇਣਾ। ਤੋ ਮਹਾਰਾਜ ਨੇ ਜੁਗਤੀ ਵੀ ਦੱਸ ਦਿੱਤੀ, ਨਾਲੇ ਵੀ ਕਹਿ ਦਿੱਤਾ ਵੀ ਸ਼ਾਬਾਸ਼ ਪੁੱਤਰੀ ਤੂੰ ਭਰੋਸਾ ਰੱਖਿਆ, ਪ੍ਰਸ਼ਾਦਾ ਪਾਣੀ ਲੈ ਕੇ ਆਈ ਹੈ, ਤੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਤੈਨੂੰ ਸਿਦਕ ਹੈ, ਜੋ ਤੂੰ ਖਾਣ ਪਾਣ ਲੈ ਕੇ ਆਈ ਹੈ ਅਸੀਂ ਪ੍ਰਣ ਕਰ ਚੁੱਕੇ ਆਂ ਵੀ ਚੰਦੂ ਦੇ ਘਰ ਦਾ ਦਾਣਾ ਤੇ ਜੋ ਪਾਣੀ ਹੈ, ਹਮ ਨਹਿ ਕਰਹਿ ਜਾਹੋ ਲੈ ਫੇਰਾ, ਇਹ ਮੋੜ ਕੇ ਲੈ ਜਾ। ਅਸੀਂ ਚੰਦੂ ਨਾਲ ਵਾਅਦਾ ਕੀਤਾ ਵੀ ਤੇਰੇ ਘਰ ਦਾ ਦਾਣਾ ਪਾਣੀ ਨਹੀਂ ਕਦੇ ਛਕਾਂਗੇ। ਸੁਣ ਸਤਿਗੁਰ ਤੇ ਸਗਰੀ ਬਾਤ, ਪਾਤਸ਼ਾਹ ਤੋਂ ਸਾਰੀ ਬਾਤ ਇਹ ਚੰਦੂ ਦੀ ਨੂੰਹ ਨੇ ਸੁਣ ਕਰਕੇ ਆਛੋ ਲਖਿਓ ਪ੍ਰਾਨ ਕੋ ਘਾਤ, ਤੇ ਜਾਣਿਆ ਵੀ ਮੇਰੇ ਮਰ ਜਾਣਾ ਹੀ ਚੰਗਾ, ਵੀ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਆ ਮੇਰਾ ਸਰੀਰ ਛੱਡ ਜਾਣਾ ਹੀ ਚੰਗਾ ਹੈ ਪਾਪੀਆਂ ਦੇ ਘਰ ਵਿੱਚ ਰਹਿਣ ਦੇ ਨਾਲੋਂ। ਕਹਿਤ ਆਪਣੇ ਸੰਗ ਮਿਲਾਵਹ, ਤੇ ਫਿਰ ਆਪਦੇ ਨਾਲ ਜਿਹੜਾ ਮਹਾਰਾਜ ਕਹਿੰਦੇ ਵੀ ਅਸੀਂ ਮਿਲਾ ਲਵਾਂਗੇ, ਤੋ ਇਹੀ ਕਾਰਜ ਚੰਗਾ ਵੀ ਮੈਂ ਚੜ੍ਹਾਈ ਕਰਕੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵਿੱਚ ਹੀ ਅਭੇਦ ਹੋ ਜਾਵਾਂ। ਕਰਹੁ ਕਿਰਪਾਲੇ ਸੰਗ ਸਿਧਾਵਹ, ਆਖਿਆ ਪਾਤਸ਼ਾਹ ਜੀ ਠੀਕ ਹੈ ਮਹਾਰਾਜ, ਮੈਨੂੰ ਵੀ ਜਦੋਂ ਤੁਸੀਂ ਸ਼ਹੀਦੀ ਪ੍ਰਾਪਤ ਕਰੋਗੇ ਤੇ ਆਪਦੇ ਨਾਲ ਹੀ ਅਭੇਦ ਕਰਕੇ ਮਹਾਰਾਜ ਲੈ ਜਾਣਾ। ਸਾਨੂੰ ਵੀ ਮੈਨੂੰ ਵੀ ਮਹਾਰਾਜ ਆਪਦੇ ਸਿੱਖ ਦੀ ਧੀ ਆਪਦੇ ਘਰ ਦੀ ਸੇਵਕ ਜਾਣ ਕਰਕੇ ਮੇਰੇ ਤੇ ਕਿਰਪਾ ਕਰਨੀ, ਮੈਨੂੰ ਵੀ ਆਪਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਲੈ ਜਾਣਾ ਤੁਸਾਂ ਨੇ। ਅੰਗੀਕਾਰਨ ਗੁਰ ਕੁਛ ਕੀਨੋ, ਕਵੀ ਜੀ ਕਹਿੰਦੇ ਇਸ ਤਰ੍ਹਾਂ ਮਹਾਰਾਜ ਨੇ ਛਕਿਆ ਕੁਝ ਨਾ ਮੋੜ ਦਿੱਤਾ ਹੈ, ਅੰਗੀਕਾਰ ਨਹੀਂ ਕੀਤਾ, ਨਾ ਜਲ ਛਕਿਆ ਨਾ ਅੰਨ ਛਕਿਆ ਹੈ। ਹਟ ਗਮਨੀ ਮਰੇ ਬੋ ਨਿਜ ਚੀਨੋ, ਤੋ ਇਹਨੇ ਜਾਣਿਆ ਵੀ ਹੁਣ ਮਰ ਜਾਣਾ ਹੀ, ਸਰੀਰ ਤਿਆਗ ਦੇਣਾ ਚੰਗਾ ਹੈ,
ਇਹ ਵਿਚਾਰ ਕੇ ਮਹਾਰਾਜ ਤੋਂ ਉਪਦੇਸ਼ ਲੈ ਕੇ ਇਹ ਬੀਬੀ ਵਾਪਸ ਮੁੜ ਆਈ ਹੈ ਅਧਿਕ ਦੁਖੀ ਹੋਏ ਪਰੀ ਵਿਚਾਰੀ। ਤੇ ਘਰ ਵਿੱਚ ਜਾ ਰੋਂਦੀ ਹੈ, ਬਹਿ ਗਈ ਹੈ, ਦੁਖੀ ਬਹੁਤ ਹੋ ਰਹੀ ਕਿਉਂਕਿ ਮਹਾਰਾਜ ਦਾ ਸਰੂਪ ਵੇਖ ਕੇ ਆਈ ਹੈ। ਮਹਾਰਾਜ ਨੂੰ ਦੁੱਖ ਦਿੱਤਾ ਤੇ ਉਸ ਘਰ ਨੇ ਦਿੱਤਾ ਜਿੱਥੇ ਮੈਂ ਵਿਆਹ ਕੇ ਆਈ ਹਾਂ। ਬੜੀ ਦੁਖੀ ਹੋ ਰਹੀ ਹੈ ਬਾਸਨਾ ਬਸਾਵਹਿ ਹੋਈ ਲਚਾਰੀ। ਤੇ ਹੁਣ ਵਿਚਾਰੀ ਲਾਚਾਰ ਹੈ, ਇਹਦਾ ਵਸ ਕੋਈ ਚੱਲਦਾ ਨਹੀਂ ਹੈ। ਬੀਤ ਜਾਮਨੀ ਸੋ ਤਬ ਗਈ। ਤੋ ਰਾਤ ਇਹ ਵੀ ਜਿਹੜੀ ਇੱਕ ਹੋਰ ਬੀਤ ਗਈ। 3 ਰਾਤਾਂ ਪਾਤਸ਼ਾਹ ਨੂੰ ਇੱਥੇ ਹੋ ਗਈਆਂ ਹਨ। ਬੈਠੇ ਗੁਰ ਪ੍ਰਭਾਤ ਤਬ ਭਈ। ਦਿਨ ਚੜ ਗਈ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਉਸੇ ਤਰ੍ਹਾਂ ਚੌਂਕੜੇ ਵਿੱਚ ਬੈਠੇ ਹੋਏ। ਚੰਦੂ ਦੁਸ਼ਟ ਵਿਚਾਰਤ ਮਨ ਮੈਂ। ਦਿਨ ਚੜੇ ਸਾਧ ਸੰਗਤ ਜੀ ਇੱਧਰ ਚੰਦੂ ਆਪਣੇ ਘਰ ਵਿੱਚ ਇਹ ਗੱਲ ਵਿਚਾਰ ਰਿਹਾ, ਸੋਚ ਰਿਹਾ ਹੈ ਅਗਨ ਤਾਪ ਤੇ ਪੀਰ ਨ ਤਨ ਮੈਂ। ਵੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੇਗ ਵਿੱਚ ਉਬਾਲਿਆ ਹੈ। ਸਰੀਰ ਤੇ ਤਾਂ ਲੱਛਣ ਜੇ ਸਾੜਦੇ ਦਿਸਦੇ ਆ, ਪਰ ਦੁੱਖ ਨਹੀਂ ਇਹਨਾਂ ਨੂੰ ਕੋਈ ਹੋਇਆ ਹੈ। ਤਰਾਸ ਪਾਏ ਨਹਿ ਮਾਨੀ ਬਾਤ। ਡਰ ਨਹੀਂ ਜਰਾ ਵੀ, ਦੁਖੀ ਨਹੀਂ ਹੋਇਆ, ਨਾ ਡਰੇ ਆ ਮੇਰੇ ਤੋਂ, ਤੇ ਮੇਰੀ ਬਾਤ ਵੀ ਨਹੀਂ ਮੰਨੀ ਵੀ ਮੇਰੀ ਧੀ ਦਾ ਰਿਸ਼ਤਾ ਹਰਗੋਬਿੰਦ ਸਾਹਿਬ ਵਾਸਤੇ ਲੈ ਲੈਣ। ਇਹਨਾਂ ਅਜੇ ਵੀ ਮੇਰੀ ਗੱਲ ਨਹੀਂ ਮੰਨੀ, ਮੈਥੋਂ ਡਰੇ ਨਹੀਂ ਹਨ। ਨਹਿ ਜਾਣਤ ਮੇਰੋ ਹੋਏ ਘਾਤ। ਇਹ ਜਾਣਦੇ ਹੀ ਨਹੀਂ, ਪਰਵਾਹ ਹੀ ਨਹੀਂ ਕਰਦੇ ਵੀ ਚੰਦੂ ਛੱਡੇਗਾ ਨਹੀਂ, ਮੈਨੂੰ ਸ਼ਹੀਦ ਕਰ ਦੇਵੇਗਾ, ਸਾਨੂੰ ਮਰਵਾ ਦੇਵੇਗਾ। ਤਪਤ ਬਾਰ ਕੀ ਲੱਗੀ ਨ ਕੋ। ਤੇ ਤੱਤਾ ਪਾਣੀ ਦੀ ਤਪਸ਼ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕੋਈ ਬਹੁਤੀ ਲੱਗੀ ਨਹੀਂ, ਕੋਈ ਦੁੱਖ ਨਹੀਂ ਹੋਇਆ ਹੈ। ਬਾਰੂ ਤਪਤ ਲਗਾਏ ਵਸੋ। ਤੇ ਬੜੀ ਅਸੀਂ ਕੋਸ਼ਿਸ਼ ਕੀਤੀ। ਹੁਣ ਸੋਚਦਾ ਵੀ ਕਿਉਂ ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤਾ ਰੇਤਾ ਪਾਇਆ ਜਾਵੇ ਇਹਨਾਂ ਤੇ, ਇਹਨਾਂ ਨੂੰ ਤੱਤੇ ਰੇਤੇ ਉੱਪਰ ਬਿਠਾਇਆ ਜਾਵੇ। ਇਮ ਚਿਤਵਤ ਹੀ ਖਾਏ ਆਹਾਰਾ। ਨਾਲੇ ਪ੍ਰਸ਼ਾਦਾ ਰੋਟੀ ਪਾਣੀ ਛਕੀ ਜਾਂਦਾ ਹੈ ਤੇ ਨਾਲੇ ਵਿਚਾਰ ਕਰੀ ਜਾਂਦਾ, ਸੋਚੀ ਜਾਂਦਾ ਵੀ ਅੱਜ ਨਾ ਗੁਰੂ ਅਰਜਨ ਦੇਵ ਸਾਹਿਬ ਦੇ ਸੀਸ 'ਚ ਤੱਤਾ ਰੇਤਾ ਕਰਕੇ ਪਾਉਣਾ, ਫੇਰ ਮੰਨਣਗੇ, ਫੇਰ ਮੇਰੀ ਈਨ ਕਬੂਲ ਕਰ ਲੈਣਗੇ। ਆਏ ਪਾਤ ਕੀ ਵੱਡ ਹਤਿਆਰਾ। ਤੋ ਰੋਟੀ ਪਾਣੀ ਖਾ ਕੇ ਨਾ ਦਿਨ ਚੜੇ ਇਹ ਪਾਪੀ ਵੱਡਾ ਹਥਿਆਰਾ ਜਿਹੜਾ ਵੈ ਜ਼ੁਲਮੀ ਪਾਪੀ ਚੰਦੂ ਦੁਸ਼ਟ ਆਪਣੀ ਹਵੇਲੀ ਵਿੱਚ ਸਤਿਗੁਰਾਂ ਦੇ ਪਾਸ ਫੇਰ ਆਣ ਪਹੁੰਚਿਆ ਹੈ। ਪੌਰ ਵਿਖੈ ਸਿੱਖਣ ਕੋ ਹੀਰਾ। ਆਉਂਦਿਆਂ ਸਾਰ ਡਿਉੜੀ ਵਿੱਚ ਸਿੱਖ ਬੰਨੇ ਹੋਏ ਸੀ ਪੰਜੇ ਮਹਾਰਾਜ ਦੇ ਨਾਲ ਦੇ, ਆ ਕੇ ਪਹਿਲਾਂ ਇਹਨਾਂ ਸਿੱਖਾਂ ਨੂੰ ਮਿਲਿਆ ਹੈ। ਠਾਡੋ ਹੋਏ ਕਹਿਓ ਤੇ ਸਵੇਰਾ। ਖੜਾ ਹੋ ਕੇ ਸਿੱਖਾਂ ਦੇ ਕੋਲ ਤੇ ਹੰਕਾਰ ਦੇ ਸਹਿਤ ਚੰਦੂ ਬੋਲਣ ਲੱਗਿਆ। ਇਹ ਸਿੱਖ ਰੰਕ ਕਹਿਤ ਕਿਆ ਕਾਲੀ। ਕਹਿੰਦੇ ਸਿਪਾਹੀਆਂ ਨੂੰ ਕਹਿੰਦਾ ਆਖਿਆ ਜਿਹੜੇ ਨੰਗ ਮਲੰਗ ਕੰਗਾਲ ਸਿੱਖ ਹੈ, ਇਹ ਭਲਾ ਕੱਲ ਕੀ ਰੌਲਾ। ਕਿਉਂਕਿ ਭਾਈ ਪੁਰਾਣਾ ਜੀ ਕਹਿੰਦੇ ਸੀ ਨਾ ਵੀ ਮੈਂ ਲਾਹੌਰ ਤੇ ਦਿੱਲੀ ਨੂੰ ਖੜਕਾ ਕੇ ਰੱਖ ਦਿਆਂ, ਮਹਾਰਾਜ ਤਾੜੀ ਵਜਾ ਦਿਆਂ। ਇਹ ਚੰਦੂ ਕਹਿੰਦਾ ਸਿਪਾਹੀਆਂ ਨੂੰ ਵੀ ਆ ਕੰਗਾਲ ਮਲੰਗ ਸਿੱਖ ਭਲਾ ਕੱਲ ਕੀ ਗੱਲਾਂ ਕਰਦੇ ਸਨ। ਕਰਹੁ ਤਾੜ ਨਾ ਇਨਹਿ ਵਿਸਾਲੀ। ਇਹਨਾਂ ਨੂੰ ਬੜਾ ਜਰਾ ਤਾੜ ਕੇ ਰੱਖੋ, ਡਾਂਗ ਚੰਗੀ ਫੇਰ ਕੇ ਰੱਖੋ, ਕੁੱਟ ਮਾਰ ਕਰਕੇ ਰੱਖੋ ਤੁਸੀਂ। ਦਰ ਪਾਵਤ ਮੋਹਿ ਅਚਰਜ ਦੇ ਬਾ। ਐਵੇਂ ਕਰਾਮਾਤਾਂ ਦੀਆਂ ਗੱਲਾਂ ਕਰਕੇ ਮੈਨੂੰ ਹੈਰਾਨ ਜਿਹਾ ਕਰਦੇ ਆ, ਡਰਾਉਣਾ ਚਾਹੁੰਦੇ ਆ ਵੀ ਆਖੇ ਅਸੀਂ ਦਿੱਲੀ ਤੇ ਲਾਹੌਰ ਨੂੰ ਇੱਕ ਕਰ ਦਿਆਂਗੇ, ਖੜਕਾ ਦਿਆਂਗੇ ਇੱਟ ਵਾਂਗਰਾਂ। ਛੁੱਟ ਬੇਕਾਰਨ ਕਰਤ ਫਰੇਬਾ। ਇਹ ਪਖੰਡ ਫਰੇਬ ਕਰਦੇ ਆ ਵੀ ਖਰੇ ਚੰਦੂ ਸਾਨੂੰ ਛੱਡ ਦੇਵੇਗਾ। ਮੁਸ਼ਕਲ ਮੁਝ ਤੇ ਹੋਣ ਖਲਾਸੀ। ਸਿੱਖਾਂ ਨੂੰ ਕਹਿੰਦਾ ਮੇਥੋਂ ਚੰਦੂ ਤੋਂ ਛੁੱਟਣਾ ਤਾਂ ਭਾਈ ਬੜਾ ਔਖਾ ਹੈ, ਤੁਹਾਡੀ ਬੰਦ ਖਲਾਸੀ ਮੇਰੇ ਪਾਸੋਂ ਹੋਣੀ ਬੜੀ ਔਖੀ ਹੈ। ਮਨ ਨਹਿ ਜੇ ਨਹਿ ਤਾਉ ਦੇ ਫਾਂਸੀ। ਜੇ ਤੁਹਾਡਾ ਗੁਰੂ ਅਰਜਨ ਦੇਵ ਮੇਰੀ ਧੀ ਦਾ ਰਿਸ਼ਤਾ ਨਾ ਮੰਨਿਆ ਹਰਗੋਬਿੰਦ ਸਾਹਿਬ ਵਾਸਤੇ, ਤੇ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਤੁਹਾਨੂੰ ਵੀ ਮੈਂ ਫਾਹੀ ਟੰਗ ਦੇਣਾ ਹੈ। ਇਨ ਜੈਸਣ ਤੇ ਸੁਣ ਗਰਬਾਇਓ। ਤੋ ਇਹੋ ਤੁਹਾਡੇ ਵਰਗਿਆਂ ਤੋਂ ਹੀ ਸੁਣ ਕੇ ਗੁਰੂ ਅਰਜਨ ਦੇਵ ਜੀ ਹੰਕਾਰੇ ਫਿਰਦੇ ਆ। ਕਰਾਮਾਤ ਦੀਆਂ ਗੱਲਾਂ ਵੀ ਸਿੱਖਾਂ 'ਚ ਸ਼ਕਤੀ ਬੜੀ ਆ, ਮਹਾਰਾਜ ਅਸੀਂ ਐਂ ਕਰ ਦਿਆਂਗੇ। ਤੋ ਗੁਰੂ ਅਰਜਨ ਦੇਵ ਤੁਹਾਡੇ ਵਰਗੇ ਸਿੱਖਾਂ ਦੀਆਂ ਹੀ ਚੌੜ ਵਾਲੀਆਂ ਗੱਲਾਂ ਕਰਾਮਾਤਾਂ ਦੀਆਂ ਸੁਣ ਕੇ ਹੰਕਾਰੇ ਫਿਰਦੇ ਆ। ਨਹੀਂ ਮੋਹਿ ਕਹ ਮਨ ਮਹਿ ਲਿਆਇਓ। ਜਿਸ ਕਰਕੇ ਮੇਰੀ ਗੱਲ ਕਈ ਮਨ 'ਚ ਹੀ ਨਹੀਂ ਲਿਆਂਦੀ ਉਹਨਾਂ ਨੇ, ਨਾ ਹੁਣ ਲਿਆਉਂਦੇ ਆ। ਰਿਸ਼ਤੇ ਦੀ ਗੱਲ ਨਹੀਂ ਮੰਨਦੇ, ਤੁਹਾਡੇ ਵਰਗੇ ਸਿੱਖਾਂ ਦੇ ਚੜਾਏ ਹੋਏ ਹਨ। ਇਮ ਕਹਿ ਸੋਟੇ ਕੁਛ ਮਰਵਾਏ। ਇਉਂ ਕਹਿ ਕੇ ਸਾਧ ਸੰਗਤ ਜੀ ਨੇ ਸਿੱਖਾਂ ਨੂੰ ਡਾਂਗਾਂ ਮਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਸਿਪਾਹੀਆਂ ਪਾਸੋਂ। ਰਹੇ ਮਾਣ ਗੁਰ ਤੇ ਡਰ ਪਾਏ। ਤੇ ਸਿੱਖ ਹੁਣ ਮਹਾਰਾਜ ਦਾ ਹੁਕਮ ਹੈ ਵੀ ਤੁਸੀਂ ਕੁਝ ਨਹੀਂ ਕਹਿਣਾ, ਚੁੱਪ ਕਰਕੇ ਬੈਠੇ ਰਹੋ।
ਸਿੱਖ ਮਹਾਰਾਜ ਦਾ ਹੁਕਮ ਮੰਨ ਕੇ ਡਰਦੇ ਹੋਏ ਐਨ ਪਾਤਸ਼ਾਹ ਤੋਂ ਡਰਦੇ ਹੋਏ ਚੁੱਪਚਾਪ ਬੈਠੇ ਹੋਏ ਆ। ਨਹੀਂ ਸ਼ਕਤ ਕੇ ਨਕੀਨ ਦਿਖਾਵਨ। ਹੁਣ ਸਿੱਖ ਕਰਨ ਵਾਲੇ ਤਾਂ ਸਾਰਾ ਕੁਝ ਹੀ ਹੈ, ਪਰ ਮਹਾਰਾਜ ਦਾ ਹੁਕਮ ਹੈ ਵੀ ਭਾਣਾ ਮੰਨੋ। ਹਜ਼ੂਰ ਦਾ ਹੁਕਮ ਮੰਨ ਕੇ ਸਿੱਖ ਚੁੱਪਚਾਪ ਬੈਠੇ ਰਹੇ ਐ, ਕੁਝ ਬੋਲੇ ਨਹੀਂ ਹਨ। ਬੈਠ ਰਹੇ ਕਰ ਮਨ ਮੁਰਝਾਵਨ। ਤੇ ਮਨ ਮੁਰਝਾਇਆ ਜਿਹਾ ਹੋਇਆ ਵੀ ਕਿਤੇ ਮਹਾਰਾਜ ਸਾਨੂੰ ਆਗਿਆ ਦੇ ਦਿੰਦੇ ਤੇ ਚੰਦੂ ਨੂੰ ਅਸੀਂ ਹੁਣੇ ਹੀ ਨਾਸ਼ ਕਰ ਦਿੰਦੇ, ਨੂੰ ਵਿਖਾ ਦਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਵਿੱਚ ਕੀ ਕਰਾਮਾਤ ਹੈ। ਪਰ ਮਹਾਰਾਜ ਦਾ ਹੁਕਮ ਨਹੀਂ। ਇਹ ਵਿਚਾਰ ਕੇ ਸਿਰ ਨੀਵਾਂ ਕਰਕੇ ਚੁੱਪਚਾਪ ਡਾਂਗਾਂ ਪਈ ਜਾਂਦੀਆਂ, ਸਿੱਖ ਬੈਠੇ ਹੋਏ ਹਨ। ਪੁਨ ਗਮਨਿਓ ਸਤਿਗੁਰ ਕੇ ਪਾਸ। ਇਹ ਪਾਪੀ ਚੰਦੂ ਫਿਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਪਹੁੰਚਿਆ ਹੈ। ਕਹਿ ਕੁਬਾਕ ਉਪਾਵਹਿ ਤਰਾਸ। ਮਹਾਰਾਜ ਨੂੰ ਖੋਟੇ ਜੇ ਬਚਨ ਬੋਲ ਕੇ ਨਾ, ਭੈੜਾ ਜਿਹਾ ਬੋਲ ਕੇ ਤੇ ਡਰਾਉਣਾ ਚਾਹੁੰਦਾ ਹੈ, ਧਮਕੀਆਂ ਦਿੰਦਾ ਹੈ। ਕੂਕਰ ਕਹਿ ਬੇਕੋ ਫਲ ਜੋਈ। ਕਹਿੰਦਾ ਹੈ ਗੁਰੂ ਅਰਜਨ ਦੇਵ, ਲਓ ਮੈਨੂੰ ਕਹਿਣਾ ਕੁੱਤਾ, ਤੁਸੀਂ ਉੱਥੇ ਅੰਮ੍ਰਿਤਸਰ ਮੈਨੂੰ ਕੁੱਤਾ ਕਰਾੜ ਆਖਿਆ ਸੀ, ਹੁਣ ਕੁੱਤੇ ਕਹੇ ਦਾ ਫਲ ਜਰਾ ਮਿਲਿਆ ਕਿ ਨਹੀਂ ਮਿਲਿਆ ਤੁਹਾਨੂੰ? ਹੁਣ ਜਿਹੜਾ ਵੈ ਫਲ ਮਿਲ ਗਿਆ, ਲੈ ਲਿਆ ਆਨੰਦ ਮੈਨੂੰ ਕੁੱਤਾ ਕਹੇ ਦਾ। ਲਹਿਓ ਕਿ ਨਹੀਂ ਬਤਾਵਹ ਸੋਈ। ਹਾਂ ਦੱਸੋ ਜਰਾ ਵੀ ਕੁੱਤਾ ਹੋਰ ਵੀ ਕਹਿਣਾ ਕਿ ਨਹੀਂ ਕਹਿਣਾ? ਜੇ ਜੋ ਕੁੱਤਾ ਕਿਹਾ ਸੀ ਉਹਦੀ ਵੇਖੋ ਕਿੱਡੀ ਵੱਡੀ ਸਜ਼ਾ ਮਿਲੀ ਹੈ, ਜਰਾ ਦੱਸਣਾ ਕਰੋ। ਅਬ ਲਓ ਕਹਾਂ ਸਾਸ ਨਾ ਬਣੀ। ਬਾਕੀ ਅਜੇ ਇਹ ਨਾ ਸਮਝਿਆ ਜੇ ਵੀ ਸਜ਼ਾ ਪੂਰੀ ਹੋ ਗਈ, ਅਜੇ ਤਾਂ ਕੁਝ ਵੀ ਤੁਹਾਨੂੰ ਨਹੀਂ ਆਖਿਆ, ਅਜੇ ਤਾਂ ਕੋਈ ਵੀ ਸਜ਼ਾ ਨਹੀਂ ਦਿੱਤੀ ਹੈ। ਦੇਖੋ ਆਜ ਹੋਏ ਜੇ ਮਕਨੀ। ਅੱਜ ਵੇਖਿਆ ਜੇ ਕੀ ਬਣਦਾ, ਅਜੇ ਤਾਂ ਸਜ਼ਾ ਮਿਲਣੀ ਹੈ, ਅਜੇ ਤਾਂ ਕੁਝ ਨਹੀਂ ਆਖਿਆ ਮੈਂ, ਅਜੇ ਅਸਲੀ ਸਜ਼ਾ ਤਾਂ ਅੱਜ ਤੁਹਾਨੂੰ ਮਿਲਣੀ ਹੈ। ਅੱਜ ਵੇਖਿਆ ਜੇ ਤੁਹਾਡੇ ਨਾਲ ਕੀ ਬਣਦਾ ਹੈ। ਹੋਤ ਨਹੀਂ ਮੈਂ ਮਿਥਿਆਬਾਦੀ। ਕਿਉਂਕਿ ਜੋ ਮੈਂ ਕਹਿਣਾ ਉਹ ਕਰਕੇ ਵਿਖਾਉਣਾ, ਮੇਰਾ ਕਿਹਾ ਹੋਇਆ ਕਦੇ ਵੀ ਝੂਠਾ ਨਹੀਂ ਜਾਂਦਾ। ਜਿਹੜੀ ਗੱਲ ਮੈਂ ਮੂੰਹੋਂ ਕੱਢਦਾ ਉਹ ਪੂਰੀ ਕਰਕੇ ਵਿਖਾਉਣਾ। ਅੱਜ ਵੇਖਿਓ ਤੁਹਾਡੇ ਨਾਲ ਕੀ ਗੁਜ਼ਰਦੀ ਹੈ। ਦਇਓ ਅਤਗਮੀ ਕੇ ਦਇਓ ਅਪਸ਼ਾਦੀ। ਦੱਸੋ ਵੀ ਹੁਣ ਤੁਹਾਨੂੰ ਖੁਸ਼ੀ ਦੇਵਾਂ? ਜੇ ਤਾਂ ਰਿਸ਼ਤਾ ਪ੍ਰਵਾਨ ਕਰ ਲਓ ਤਾਂ ਖੁਸ਼ੀ ਦੇ ਦੇਣਾ, ਤੇ ਜੇ ਰਿਸ਼ਤਾ ਨਹੀਂ ਪ੍ਰਵਾਨ ਅਜੇ ਵੀ ਕਰਨਾ ਮੇਰੀ ਧੀ ਦਾ, ਤੇ ਗੁਰੂ ਅਰਜਨ ਦੇਵ ਫਿਰ ਜਾਣਨਾ ਕਰੋ ਤੁਹਾਨੂੰ ਗਮੀ ਮਿਲੇਗੀ, ਅਜੇ ਬੜੇ ਤਸੀਹੇ ਦੁੱਖ ਦੇਵਾਂਗਾ। ਜਿਸ ਧਨ ਕੋ ਠਾਨਤ ਹੰਕਾਰ। ਜਿਸ ਧਨ ਦਾ ਮਾਇਆ ਦਾ ਤੁਸੀਂ ਹੰਕਾਰ ਕਰਦੇ ਹੋ, ਹੁਣ ਹੈ ਤਾਂ ਆਪ ਹੰਕਾਰੀ ਚੰਦੂ ਪਾਪੀ। ਕਹਿੰਦਾ ਗੁਰੂ ਅਰਜਨ ਦੇਵ ਜੀ, ਜਿਹੜੀ ਸਿੱਖਾਂ ਦੀ ਪੂਜਾ ਦੀ ਮਾਇਆ ਦਾ ਤੁਸੀਂ ਹੰਕਾਰ ਬੜਾ ਕਰਦੇ ਹੋ। ਸੋ ਸਭ ਜਪਤ ਕਰੋ ਕਰਬਾਰ। ਤੁਹਾਨੂੰ ਸ਼ਹੀਦ ਕਰਾਂਗਾ, ਪਹਿਲਾਂ ਮਾਰਾਂਗਾ, ਤੇ ਫਿਰ ਤੁਹਾਡਾ ਘਰ-ਬਾਰ ਸਾਰਾ ਮੈਂ ਜ਼ਬਤ ਕਰ ਲੈਣਾ ਹੈ। ਉਹ ਸਾਰਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਿੰਨਾ ਕੁਝ ਹੈ ਸਾਰਾ ਲੁੱਟ ਲਿਆ ਜਾਵੇਗਾ, ਸਰਕਾਰੀ ਖਜ਼ਾਨੇ ਵਿੱਚ ਮੈਂ ਜ਼ਬਤ ਕਰਕੇ ਸ਼ਾਮਲ ਕਰਾਂਗਾ। ਪ੍ਰਥਮ ਕਰੋ ਤੇਰੋ ਤਨ ਘਾਤ। ਪਹਿਲਾਂ ਤਾਂ ਮੈਂ ਤੁਹਾਨੂੰ ਮਾਰਨਾ ਕਰਾਂਗਾ, ਤੁਹਾਨੂੰ ਸ਼ਹੀਦ ਕਰਾਂਗਾ। ਪੁਨ ਗਹਿਵਾਏ ਲੇਹੋ ਤਵਤਾਤ। ਤੇ ਫਿਰ ਤੁਹਾਡੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਮੈਂ ਪਕੜਾਵਾਂਗਾ, ਜੇਲ੍ਹ ਵਿੱਚ ਸੁੱਟਾਂਗਾ। ਨਾਤਾ ਮਨ ਕਰੋ ਖਲਾਸੀ। ਜੇ ਤਾਂ ਤੁਹਾਡਾ ਪੁੱਤਰ ਹਰਗੋਬਿੰਦ ਸਾਹਿਬ ਮੰਨ ਗਿਆ ਰਿਸ਼ਤੇ ਨੂੰ ਮੇਰੀ ਧੀ ਵਾਸਤੇ, ਤੇ ਫਿਰ ਤਾਂ ਮੈਂ ਛੱਡ ਦੇਵਾਂਗਾ। ਨਾਹੇ ਤਹ ਤਾਂ ਘਾਲ ਗਰ ਫਾਸੀ। ਨਹੀਂ ਤਾਂ ਤੁਹਾਡੇ ਤੋਂ ਬਾਅਦ ਤੁਹਾਡੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਵੀ ਗਲ ਫਾਹੀ ਪਾ ਕਰਕੇ ਮਾਰਾਂਗਾ। ਤਬ ਪ੍ਰਾਪਤ ਹੋਏ ਮਨ ਚਿਤ ਸ਼ਾਂਤੀ। ਫੇਰ ਮੇਰੇ ਮਨ ਤੇ ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ, ਫੇਰ ਲੱਗੀ ਵੈਰ ਦੀ ਅੱਗ ਮੇਰੀ ਬੁਝ ਜਾਵੇਗੀ। ਵਿਧਵਾ ਲਖਾ ਸੁਤਾ ਪਸਚਾਤੀ। ਕੋਈ ਨਹੀਂ, ਮੈਂ ਜਾਣ ਲਵਾਂਗਾ ਵੀ ਮੇਰੀ ਧੀ ਰੰਡੀ ਹੋ ਗਈ ਹੈ, ਹਰਗੋਬਿੰਦ ਸਾਹਿਬ ਨੂੰ ਵੀ ਮੈਂ ਜਿਉਂਦਾ ਨਹੀਂ ਛੱਡਾਂਗਾ। ਇਮ ਕਹਿ ਪਾਠ ਬਿਖੈ ਤੇ ਬਾਰੂ। ਇਹਨਾਂ ਬਚਨ ਕਹਿ ਕੇ ਨਾ ਪਾਪੀ ਚੰਦੂ ਨੇ ਜਲਾਦਾਂ ਨੂੰ ਸੱਦ ਕੇ ਤੇ ਭੱਠੀ ਵਾਲਾ ਜਿਹੜਾ ਰੇਤਾ ਹੁੰਦਾ ਜਿਹਦੇ 'ਚ ਦਾਣੇ ਭੁੰਨਦੇ, ਉਹ ਕੱਕਾ ਰੇਤਾ, ਉਹ ਬਾਰੂ ਉਹ ਰੇਤਾ ਮੰਗਵਾ ਲੈਣਾ ਕੀਤਾ ਹੈ। ਮੰਗਵਾਏ ਸਤਿਹ ਕਰਹਿ ਨਿਹਾਰੂ। ਤੇ ਲਿਆ ਵੱਡਾ ਢੇਰ ਧਰਤੀ ਦੇ ਉੱਪਰ ਰੇਤੇ ਦਾ ਲਾ ਦਿੱਤਾ ਹੈ। ਚੰਦੂ ਉਹ ਤੱਤੇ ਤਪਦੇ ਰੇਤੇ ਵੱਲ ਵੇਖਦਾ ਹੈ। ਦਇ ਤਪਤ ਕਰਨ ਕੀ ਆਇਸ ਦਈ। ਫਿਰ ਇਹਨੇ ਆਗਿਆ ਦਿੱਤੀ ਸੈਨਿਕਾਂ ਨੂੰ ਵੀ ਇਹਦੇ ਤੇ ਲੱਕੜਾਂ ਸੁੱਟ ਕੇ ਨਾ ਐਸੇ ਢੇਰ ਰੇਤੇ ਦੇ ਇਹਨੂੰ ਹੋਰ ਲਾਲ ਸੁਰਖ ਕਰੋ, ਇਸੇ ਰੇਤੇ ਨੂੰ ਹੋਰ ਤੱਤਾ ਕੀਤਾ ਜਾਵੇ। ਬਹੁ ਸਮਧਾ ਉਪਰ ਤਿਸ ਪਈ। ਇਹਦਾ ਹੁਕਮ ਪਾ ਕੇ ਇਹਦੇ ਬੰਦਿਆਂ ਨੇ ਬੜੀਆਂ ਮਣਾ ਮੂੰਹੀ ਲੱਕੜਾਂ ਲਿਆ ਕੇ ਰੇਤੇ ਤੇ ਸੁੱਟ ਦਿੱਤੀਆਂ ਨੇ।
ਦੇ ਆਂਚ ਤਪਤ ਕਰਵਾਇਓ। ਅੱਗ ਦੇ ਕੇ ਸਾਧ ਸੰਗ ਜੀ ਖੁੱਲਾ ਰੇਤੇ ਉੱਪਰ ਲੱਕੜਾਂ ਸੁੱਟ ਕੇ ਅੱਗ ਦੇ ਕੇ ਹੁਣ ਇਹਨੂੰ ਤੱਤਾ ਕੀਤਾ ਜਾ ਰਿਹਾ ਹੈ। ਅਗਨ ਸਮਾਨ ਤੇਜ ਪਰ ਵਿਛਾਇਓ। ਜਦੋਂ ਅੱਗ ਬਾਲੀ ਨਾ ਤੇ ਰੇਤਾ ਗਰਮ ਹੋ ਕਰਕੇ ਚਮਕਣ ਲੱਗ ਪਿਆ, ਐਨ ਜਿਵੇਂ ਲਾਲ ਕੋਲੇ ਚਮਕਦੇ ਐ, ਰੇਤਾ ਇਸ ਤਰ੍ਹਾਂ ਚਮਕਦਾ ਹੈ। ਇੱਕ ਜੇ ਸਠ ਕੀ ਰੁੱਤ ਅਤ ਕਾਮ। ਕਵੀ ਜੀ ਕਹਿੰਦੇ ਇੱਕ ਤਾਂ ਜੇਠ ਦਾ ਮਹੀਨਾ ਹੈ, ਜੇਠ ਦੀ ਰੁੱਤ ਜਿਹੜੀ ਬਹੁਤ ਗਰਮੀ ਵਾਲੀ ਹੈ। ਮਹਾ ਤਪਤ ਤੇ ਤਪਹਿ ਤਮਾਮ। ਤੇ ਜਿੰਨੇ ਜੀਵ ਹੈ ਹੁਣ ਆਪਾਂ ਸਾਰੇ ਹੀ ਜੇਠ ਦੇ ਮਹੀਨੇ 'ਚ ਤਾਂ ਉਸ ਤਰ੍ਹਾਂ ਹੀ ਬਹੁਤ ਗਰਮੀ ਲੋ ਵਗਦੀ ਹੈ, ਸਰੀਰ ਤਪਦਾ ਰਹਿੰਦਾ ਹੈ। ਲੋਵਾਂ ਚੱਲਹਿ ਸਹੀ ਨਹਿ ਜਾਹੇ। ਇੰਨੀ ਲੋ ਜੇਠ ਦੇ ਮਹੀਨੇ 'ਚ ਚੱਲਦੀ ਹੁੰਦੀ ਹੈ, ਦਾ ਸੁਭਾਅ ਹੀ ਇਹੋ ਜਿਹਾ ਵੀ ਜੇਠ ਦੀ ਲੋ ਸਹੀ ਨਹੀਂ ਜਾਂਦੀ ਕਿਸੇ ਤੋਂ। ਪੁਨ ਪਾਵਕ ਕੋ ਭਾ ਬਹੁਦਾਹੇ। ਪਰ ਇੱਥੇ ਹੁਣ ਜੇਠ ਦਾ ਮਹੀਨਾ ਵੀ ਤੇ ਨਾਲ ਅੱਗ ਬਾਲੀ ਜਾ ਰਹੀ ਹੈ, ਰੇਤਾ ਗਰਮ ਕੀਤਾ ਜਾ ਰਿਹਾ ਹੈ। ਜਿਸ ਦਿਨ ਤੇ ਪਰ ਵਿਸ਼ੇ ਗੁਣ ਖਾਨੀ। ਕਵੀ ਜੀ ਕਹਿੰਦੇ ਰੇਤਾ ਤਾਂ ਜੇਠ ਦੇ ਮਹੀਨੇ 'ਚ ਉਸ ਤਰ੍ਹਾਂ ਹੀ ਬਹੁਤ ਤੱਤਾ ਹੁੰਦਾ ਹੈ, ਪਰ ਇਸ ਤੱਤੇ ਰੇਤੇ ਨੂੰ ਹੋਰ ਲਾਲ ਸੁਰਖ ਕੀਤਾ ਜਾ ਰਿਹਾ ਅੱਗ ਬਾਲ ਕੇ। ਜਿਸ ਦਿਨ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਚੰਦੂ ਦੀ ਹਵੇਲੀ ਵਿੱਚ ਕੈਦ ਕੀਤੇ ਹਨ। ਅਚਿਓ ਨਾ ਭੋਜਨ ਪੀਓ ਨਾ ਪਾਨੀ। ਤੇ ਨਾ ਮਹਾਰਾਜ ਨੇ ਕੋਈ ਪਾਣੀ ਪੀਤਾ ਹੈ, ਨਾ ਕੋਈ ਅੰਨ ਦਾਣਾ ਛਕਿਆ ਹੈ। ਉਸੇ ਦਿਨ ਦੇ ਭੁੱਖੇ ਤੇ ਪਿਆਸੇ ਬੈਠੇ ਹੈ, ਨਾ ਸੁੱਤੇ ਮਹਾਰਾਜ ਜੀ ਚੌਂਕੜੇ ਵਿੱਚ ਹੀ ਬੈਠੇ ਰਹਿੰਦੇ ਹੈ। ਸਿਕਤਾ ਤਪਤ ਬਿਲੋਕਤ ਬੋਲਾ। ਇਧਰ ਚੰਦੂ ਤਪਦੀ ਲਾਲ ਸੁਰਖ ਜਦੋਂ ਰੇਤ ਹੋ ਗਈ ਤੇ ਫਿਰ ਬੋਲਣਾ ਕੀਤਾ। ਚੰਦੂ ਬੋਲਿਆ ਪਾਪੀ ਜੋ ਮਨੋ ਨਰਕ ਦਰ ਢਾਂਪਨ ਖੋਲਾ। ਕਹਿੰਦੇ ਕਵੀ ਜੀ ਵੀ ਚੰਦੂ ਮੰਨ ਲਓ ਹੁਣ ਨਰਕ ਵਿੱਚ ਪੈਣ ਵਾਸਤੇ ਨਰਕ ਦਾ ਢੱਕਣ ਖੋਲ ਰਿਹਾ। ਨਰਕ ਦਾ ਦਰਵਾਜ਼ਾ ਜੜ ਆਪਣੀ ਆਪ ਉਪਾੜੀ ਜੀਓ, ਆਪਦੀ ਜੜ ਆਪ ਪੁੱਟ ਰਿਹਾ ਹੈ। ਨਰਕ ਵਿੱਚ ਡਿੱਗਣ ਵਾਸਤੇ ਨਰਕ ਦਾ ਬੂਹਾ ਆਪ ਖੋਲਦਾ ਪਿਆ ਮਹਾਰਾਜ ਨਾਲ ਵੈਰ ਕਰਕੇ। ਲਿਆ ਵਹ ਵਹਿਰ ਦਿਖਾਏ ਬਿਠਾਵਾ। ਤੇ ਮਹਾਰਾਜ ਕਮਰੇ ਵਿੱਚ ਬੈਠੇ ਹੋਏ ਆ ਸਤਿਗੁਰੂ ਜੀ, ਜਿੱਥੇ ਕੈਦ ਕੀਤੇ, ਬਾਹਰ ਵਿਹੜੇ ਵਿੱਚ ਰੇਤਾ ਤੱਤਾ ਕਰ ਲਿਆ। ਤੇ ਆਪਣੇ ਬੰਦਿਆਂ ਨੂੰ ਚੰਦੂ ਕਹਿੰਦਾ ਜਾਓ ਲਿਆਓ ਗੁਰੂ ਅਰਜਨ ਦੇਵ ਨੂੰ ਬਾਹਰ ਫੜ ਕੇ ਵਿਖਾਓ ਜਰਾ ਇੱਥੇ ਰੇਤਾ, ਤੇ ਇਸ ਰੇਤੇ ਦੇ ਉੱਪਰ ਬਿਠਾਉਣਾ ਕਰੋ। ਨਹਿ ਜੇ ਕਰੈ ਤਰਾਸ ਉਪਜਾਵਹ। ਜੇ ਨਹੀਂ ਨਾ ਇੱਥੇ ਰੇਤੇ ਤੇ ਬਹਿੰਦੇ ਗੁਰੂ ਅਰਜਨ ਦੇਵ ਤੱਤੇ ਤੇ ਇਹਨਾਂ ਨੂੰ ਡਰ ਦਿਓ, ਬਰਛੇ ਮਾਰੋ, ਫੜ ਕੇ ਜਿਵੇਂ ਕਿਵੇਂ ਰੇਤੇ ਉੱਪਰ ਬਿਠਾਇਆ ਜਾਵੇ। ਤਬ ਸਤਿਗੁਰ ਉਠ ਬਾਹਿਰ ਆਏ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇਹ ਬਚਨ ਸੁਣ ਲਿਆ ਸਤਿਗੁਰਾਂ ਨੇ ਬੈਠਿਆਂ ਹੋਇਆਂ ਕਮਰੇ ਕਾਰਗਰ ਵਿੱਚ, ਤੇ ਗਰੀਬ ਨਵਾਜ ਆਪ ਹੀ ਉੱਠ ਕੇ ਬਾਹਰ ਆ ਗਏ ਹਨ। ਧਰਣੀ ਧਰਣੀ ਧੀਰ ਸਿਖਾਏ। ਕਵੀ ਜੀ ਕਹਿੰਦੇ ਹੋ ਮੰਨ ਲਓ ਵੀ ਧਰਤੀ ਨੂੰ ਵੀ ਧੀਰਜ ਰੱਖਣਾ ਮਹਾਰਾਜ ਸਿਖਾ ਰਹੇ ਹੋਣ। ਧਰਤੀ ਦਾ ਸੁਭਾਅ ਹੈ ਨਾ ਵੀ ਕੋਈ ਪੁੱਟੀ ਜਾਵੇ ਸਰਾਫ ਨਹੀਂ ਦਿੰਦੀ, ਚੰਦਲ ਮਲੀ ਜਾਵੇ ਤੇ ਉਹ ਧਰਤੀ ਖੁਸ਼ ਨਹੀਂ ਹੁੰਦੀ, ਇੱਕੋ ਜਿਹੀ ਰਹਿੰਦੀ ਹੈ। ਧਰਤੀ ਵਰਗਾ ਧੀਰਜ ਗੁਰੂ ਅਰਜਨ ਦੇਵ ਸਾਹਿਬ ਦਾ ਹੈ। ਕਹਿੰਦੇ ਮੰਨ ਲਓ ਵੀ ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਧਰਤੀ ਨੂੰ ਸਿਖਾ ਰਹੇ ਆ ਵੀ ਲੈ ਸੁਣ ਲੈ ਧਰਤੀ, ਵੇਖ ਲੈ ਧੀਰਜ ਕਿਵੇਂ ਰੱਖੀਦਾ। ਧਰਤੀ ਨੂੰ ਵੀ ਧੀਰਜ ਰੱਖਣਾ ਸਿਖਾ ਰਹੇ ਹਨ। ਹਰਖ ਸ਼ੋਕ ਕੋ ਲੇਸ਼ ਨ ਹਿਰਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ, ਕਿਉਂਕਿ ਬ੍ਰਹਮ ਗਿਆਨੀ ਦੀ ਅਵਸਥਾ ਹੈ ਨਾ, ਹਰਖ ਸੋਗ ਦੁੱਖ ਤੇ ਸੁੱਖ ਲੇਸ਼ ਮਾਤਰ ਵੀ ਨਾ ਮਹਾਰਾਜ ਦੇ ਹਿਰਦੇ ਵਿੱਚ ਨਹੀਂ ਹੈ। ਤਨ ਹੰਤਾ ਉਤਪਤ ਨਹਿ ਕਦੇ। ਕਿਉਂਕਿ ਸਤਿਗੁਰਾਂ ਦੇ ਹਿਰਦੇ ਵਿੱਚ ਤਨ ਦੀ ਹੰਗਤਾ ਕਦੇ ਪੈਦਾ ਹੀ ਨਹੀਂ ਹੋਈ। ਦੁੱਖ ਸੁੱਖ ਸਾਧ ਸੰਗਤ ਉਹਨੂੰ ਹੁੰਦਾ ਜਿਹਦੇ ਅੰਦਰ ਸਰੀਰ ਦੀ ਮੇਰ ਹੁੰਦੀ ਹੈ। ਜਿਸ ਨੇ ਸਰੀਰ ਦੀ ਮੇਰ ਮਰਨ ਲਿਖਾਏ ਮੰਡਲ ਮਹਿ ਆਏ, ਇਹ ਜਾਣ ਲਿਆ ਤੇ ਉਹਦੀ ਅਵਸਥਾ ਹੈ ਬ੍ਰਹਮ ਗਿਆਨੀ ਜੀਵਨ ਮੁਕਤ ਕੈਸਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਬ੍ਰਹਮ ਗਿਆਨੀ ਜੀਵਨ ਮੁਕਤ ਦੀ ਅਵਸਥਾ ਹੈ। ਸਤਿਗੁਰਾਂ ਨੇ ਕਦੇ ਵੀ ਆਪਣੇ ਤਨ ਦੀ ਹੰਗਤਾ ਮੇਰੀ ਨਹੀਂ ਕੀਤੀ ਹੈ। ਜਸ ਅਵਸਥਾ ਹੋਏ ਬ੍ਰਹਮ ਗਿਆਨੀ। ਜਿਹੜੀ ਅਵਸਥਾ ਮਹਾਨ ਬ੍ਰਹਮ ਗਿਆਨੀ ਦੀ ਹੁੰਦੀ ਹੈ ਉਹ ਅਵਸਥਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਕਿਉਂਕਿ ਮਹਾਰਾਜ ਤਾਂ ਸਿੱਖਾਂ ਨੂੰ ਬ੍ਰਹਮ ਗਿਆਨੀ ਬਣਾਉਣ ਵਾਲੇ ਹੈ। ਆਪ ਸੱਚੇ ਪਾਤਸ਼ਾਹ ਜੀ ਕਿਸ ਅਵਸਥਾ ਦੇ ਮਾਲਕ ਹੋਣਗੇ, ਕੋਈ ਬੁੱਧੀ ਨਹੀਂ ਜਿਹੜੀ ਇਹ ਗੱਲ ਲੱਖ ਸਕੇ। ਜਗ ਮਹਿ ਜਾਣ ਜਨਾਏ ਵਿਦਮਾਨੀ। ਤੋ ਕਵੀ ਜੀ ਕਹਿੰਦੇ ਮੰਨ ਲਓ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਜਣਾ ਰਹੇ ਆ ਸੰਸਾਰ ਦੇ ਪਾਪੀਆਂ ਜੀਵਾਂ ਕਲਯੁਗੀਆਂ ਨੂੰ, ਵੀ ਭਾਈ
ਕੇਵਲ ਅਸੀਂ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਦੀਆਂ ਗੱਲਾਂ ਨਹੀਂ ਕੀਤੀਆਂ ਵੀ ਬ੍ਰਹਮ ਗਿਆਨੀ ਐਸਾ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਜਿਹੜਾ ਹੈ ਐਸਾ ਹੈ ਤੋ ਧਰਤੀ ਵਾਂਗੂ ਹੁੰਦਾ ਹੈ ਇੱਕ ਰਸ ਕੋ ਖੋਦਾ ਕੋ ਚੰਦਨ ਲੇਪ ਬ੍ਰਹਮ ਗਿਆਨੀ ਸਦਾ ਲੇਪ ਕੋ ਖੋਦਾ ਕੋ ਚੰਦਨ ਲੇਪ ਤੋ ਐਸਾ ਬ੍ਰਹਮ ਗਿਆਨੀ ਤੋ ਗਰੀਬ ਨਵਾਜ ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਵਿਖਾ ਰਹੇ ਹੈ ਬ੍ਰਹਮ ਗਿਆਨੀ ਕੈਸਾ ਹੁੰਦਾ ਹੈ। ਸਾਰਾ ਦੁੱਖ ਸਰੀਰ ਤੇ ਸਹਾਰ ਕੇ ਤੇ ਐਨ ਇੱਕ ਰਸ ਬਿਰਤੀ ਰੱਖ ਕੇ ਜਣਾ ਰਹੇ ਆਪ ਹੀ ਮਹਾਰਾਜ ਸੰਸਾਰ ਨੂੰ ਪ੍ਰਗਟ ਪ੍ਰਤੱਖ ਕਰਕੇ ਵਿਖਾ ਰਹੇ ਹੈ ਵੀ ਬ੍ਰਹਮ ਗਿਆਨੀ ਦੀ ਅਵਸਥਾ ਐਸੀ ਹੁੰਦੀ ਹੈ। ਭੂਖ ਨ ਪਿਆਸ ਨ ਮੁਖ ਮੁਰਝਾਇਆ। ਕਿਉਂਕਿ ਜਿਸ ਬ੍ਰਹਮ ਗਿਆਨੀ ਦੀ ਮਹਾਰਾਜ ਨੇ ਵਿਆਖਿਆ ਗੱਲ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਵਿੱਚ ਕੀਤੀ ਹੈ ਉਹ ਬ੍ਰਹਮ ਗਿਆਨੀ ਕੈਸਾ ਹੁੰਦਾ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਹੀ ਵਿਖਾ ਰਹੇ ਹੈ। ਤੋ ਨਾਲ ਹੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਨਾ ਭੁੱਖ ਹੈ ਨਾ ਪਿਆਸ ਹੈ ਨਾ ਮਹਾਰਾਜ ਦਾ ਮੁੱਖ ਮੁਰਝਾਇਆ ਨੇ ਤਾਂ ਭੁੱਖੇ ਰਹਿ ਕਰਕੇ ਚਿਹਰੇ ਦੀ ਆਬਾ ਘਟਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਵੇਂ ਜਿਵੇਂ ਸਾਧ ਸੰਗਤ ਜੀ ਚੰਦੂ ਤਸੀਹੇ ਦਿੰਦਾ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਚਿਹਰਾ ਐਨ ਲਾਲ ਸੁਰਖ ਦਗ ਦਗ ਕਰਦਾ ਚੜ੍ਹਦੇ ਸੂਰਜ ਵਾਂਗੂ ਤੋ ਗਰੀਬ ਨਵਾਜ ਮਹਾਰਾਜ ਦੇ ਚਿਹਰੇ ਦਾ ਤੇਜ ਪ੍ਰਤਾਪ ਨਹੀਂ ਘਟਿਆ ਹੈ। ਇਸ ਤੇ ਪਰੇ ਨ ਅਪਰ ਅਰਾਤੀ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਹਾਰਾਜ ਦਾ ਚਿਹਰਾ ਜਿਹੜਾ ਹੈ ਐਨ ਦਗ ਦਗ ਕਰਦਾ। ਧਿਆਨ ਨਾਲ ਪੜ੍ਹਨਾ ਪੰਕਤੀਆਂ ਛੱਡੀ ਜਾਣਾ। ਮਨ ਕੀ ਬਿਰਤ ਇੱਕ ਰਸ ਸੁਖ ਪਾਇਆ। ਮਨ ਦੀ ਬਿਰਤੀ ਸੱਚੇ ਪਾਤਸ਼ਾਹ ਜੀ ਐਸੀ ਹੈ ਇੱਕ ਰਸ ਹੈ। ਤੋ ਕਵੀ ਜੀ ਕਹਿੰਦੇ ਐਨ ਸੁੱਖ 'ਚ ਹੀ ਬੈਠੇ ਆ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਗ 'ਚ ਵੀ ਉਬਾਲੀ ਗਏ ਆ ਬੜੇ ਦੁੱਖ ਕਸ਼ਟ ਦਿੱਤੇ ਹੁਣ ਰੇਤੇ ਤੇ ਬਿਠਾਉਣ ਲੱਗੇ ਆ। ਪਾਤਸ਼ਾਹ ਦੀ ਬਿਰਤੀ ਐਨ ਇੱਕ ਰਸ ਇੱਕ ਸਮਾਨ ਹੈ। ਕਹਿ ਸੁ ਕਠੋਰ ਚੰਦ ਕੁਲ ਘਾਤੀ। ਇਹ ਕੁਲ ਘਾਤੀ ਚੰਦੂ ਪਾਪੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਠੋਰ ਤੇ ਕਰੜੇ ਬਚਨ ਬੋਲ ਰਿਹਾ ਹੈ। ਇਨ ਕੀਨ ਸਛਾਤੀ ਮੁਝ ਤਾਤੀ। ਕਹਿੰਦਾ ਹੈ ਗੁਰੂ ਅਰਜਨ ਦੇਵ ਉਹ ਹੈ ਜਿਹਨੇ ਮੇਰੀ ਪੁੱਤਰੀ ਦਾ ਰਿਸ਼ਤਾ ਜਵਾਬ ਦੇ ਕੇ ਤੇ ਮੇਰੀ ਛਾਤੀ ਨੂੰ ਜਿਹੜਾ ਵਾ ਸਾੜਨਾ ਕੀਤਾ ਹੈ ਮੈਨੂੰ ਬੜਾ ਦੁੱਖ ਦਿੱਤਾ ਹੈ ਸੀ। ਤਿਮ ਅਬ ਤਪਤਾ ਬਹੁਤ ਪਾਤੀ। ਤੋ ਇਸੇ ਤਰ੍ਹਾਂ ਮੈਂ ਹੁਣ ਉਹਨਾਂ ਦੀ ਇਹਨਾਂ ਨੂੰ ਤਪਤਾਵਾਂਗਾ ਜਿਵੇਂ ਮੇਰੀ ਛਾਤੀ ਸਾੜੀ ਦੁੱਖ ਦਿੱਤਾ ਇਹਨਾਂ ਨੇ ਮੈਨੂੰ ਉਵੇਂ ਹੁਣ ਮੈਂ ਇਹਨਾਂ ਨੂੰ ਦੁੱਖ ਦੇਵਾਂਗਾ। ਇਸ ਤੇ ਪਰੇ ਨਾ ਪਰ ਰਾਤੀ। ਇਹ ਗੁਰੂ ਅਰਜਨ ਦੇਵ ਸਾਹਿਬ ਤੋਂ ਵੱਡਾ ਮੇਰਾ ਹੋਰ ਕੋਈ ਸੰਸਾਰ ਤੇ ਵੈਰੀ ਨਹੀਂ ਹੈ। ਧਰੀ ਮਾਨ ਅਬ ਆਏ ਨਾ ਬਾਨੀ। ਆ ਹੁਣ ਕੋਈ ਗੱਲ ਨਹੀਂ ਆਉਂਦੀ ਇਹਨਾਂ ਨੂੰ ਹੁਣ ਚੁੱਪਚਾਪ ਮੇਰੇ ਅੱਗੇ ਬੈਠੇ ਰਹਿੰਦੇ ਆ ਕੁਝ ਬੋਲਦੇ ਵੀ ਨਹੀਂ ਹਨ। ਬੈਠਤ ਬੋਲਤ ਬਨ ਬ੍ਰਹਮ ਗਿਆਨੀ। ਪਹਿਲਾਂ ਹਰਿਮੰਦਰ ਸਾਹਿਬ ਬੈਠੇ ਬੜੇ ਬ੍ਰਹਮ ਗਿਆਨੀ ਬਣਦੇ ਸੀ ਤੁਸੀਂ ਗੁਰੂ ਅਰਜਨ ਦੇਵ ਬੜਾ ਕੁਝ ਬੋਲਦੇ ਸੀ ਚੰਗੇ ਮੰਦੇ ਸ਼ਬਦ ਮੈਨੂੰ ਬੋਲਦੇ ਸੋ। ਕੂਕਰ ਕਹਿਓ ਕਲੰਕਤ ਕੀਓ। ਮੈਨੂੰ ਸਾਰੇ ਕੁਲ ਵਿੱਚ ਜਹਾਨ ਵਿੱਚ ਕਲੰਕਿਤ ਕੀਤਾ ਤੁਸਾਂ ਨੇ ਮੈਨੂੰ ਕੁੱਤਾ ਆਖਿਆ ਹਰਿਮੰਦਰ ਸਾਹਿਬ ਵਿੱਚ ਬੈਠ ਕਰਕੇ। ਅਬ ਤਾਪਾ ਜਿਮ ਤਪ ਮਮ ਹੀਓ। ਹੁਣ ਜਿਵੇਂ ਮੈਨੂੰ ਤਪਾਇਆ ਮੇਰਾ ਕਲੇਜਾ ਸਾੜਿਆ ਹੁਣ ਤੁਸੀਂ ਉਸੇ ਤਰ੍ਹਾਂ ਹੀ ਸੜੋਗੇ ਬਲੋਗੇ ਰੇਤੇ ਉੱਪਰ। ਸਿਕਤਾ ਤਪਤ ਅਰੂਢਨ ਲਾਗੇ। ਤੋ ਇਸ ਤਰ੍ਹਾਂ ਜਿਹੜਾ ਵੈ ਜਦੋਂ ਰੇਤਾ ਤੱਤਾ ਲੱਗੇਗਾ ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਇੱਧਰ ਜਦੋਂ ਚੰਦੂ ਬੋਲਦਾ ਪਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਰੇਤੇ ਵੱਲ ਹੋ ਤੁਰੇ ਹੈ ਤੇ ਸੱਚੇ ਪਾਤਸ਼ਾਹ ਰੇਤੇ ਦੇ ਢੇਰ ਗਰਮ ਤਪਦੀ ਰੇਤ ਉੱਪਰ ਬੈਠਣ ਲੱਗੇ ਆ। ਬੋਲੇ ਸੁਣੀਐ ਮੂੜ ਕੁਪਾਗੇ। ਮਹਾਰਾਜ ਨਾਲੇ ਰੇਤੇ ਤੇ ਬਹਿੰਦੇ ਜਾਂਦੇ ਆ ਤੇ ਨਾਲੇ ਚੰਦੂ ਨੂੰ ਕਹਿੰਦੇ ਉਹ ਮੂਰਖ ਚੰਦੂ ਉਹ ਖੋਟੇ ਭਾਗਾਂ ਵਾਲੇ ਜੇ ਇਸ ਤਰ੍ਹਾਂ ਕਹਿਣਾ ਤੈਨੂੰ ਕੁੱਤਾ ਆਖਿਆ ਤੇ ਫਿਰ ਸਾਡੀ ਇੱਕ ਗੱਲ ਹੋਰ ਸੁਣਨਾ ਕਰ। ਆਪਣੋ ਭਾਖਿਓ ਨਹੀਂ ਵਿਚਾਰਤ। ਵੀ ਤੂੰ ਸਾਨੂੰ ਕਹੀ ਜਾਣਾ ਵੀ ਤੈਨੂੰ ਕੁੱਤਾ ਆਖਿਆ ਪਰ ਕੁੱਤਾ ਤੈਨੂੰ ਆਖਿਆ ਕਿਉਂ ਹੈ ਉਹ ਗੱਲ ਨਹੀਂ ਤੈਨੂੰ ਚੇਤੇ। ਉਦੋਂ ਤਾਂ ਉੱਥੇ ਮਹਿਲ ਵਿੱਚ ਬੈਠਾ ਚਬਾਰਾ ਬਣਦਾ ਸੈਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਖੂਹ ਦੀ ਮੋਰੀ ਦੱਸਦਾ ਸੈਂ ਤੇ ਆਪ ਚਬਾਰਾ ਬਣਦਾ ਸੈਂ। ਉਹ ਆਪਦੀਆਂ ਗੱਲਾਂ ਨਹੀਂ ਯਾਦ ਤੈਨੂੰ ਕਹਿੰਦਾ ਕੁੱਤਾ ਆਖਿਆ ਸੀ ਆਖਿਆ ਹੀ ਤਦੇ ਕੁੱਤਾ ਤੇਰੇ ਕੰਮ ਕੁੱਤਿਆਂ ਵਾਲੇ ਸੀ। ਕੁੱਤਾ ਹੰਕਾਰਿਆ ਭੌਂਕਦਾ ਜਿਵੇਂ ਉਵੇਂ ਭੌਂਕਦਾ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵੱਲ ਮੂੰਹ ਕਰਕੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਪਦੀ ਕੀਤੀ ਗੱਲ ਨਹੀਂ ਤੈਨੂੰ ਚੇਤੇ ਆਉਂਦੀ ਹੈ। ਆਪਣੋ ਕੂਕਰ ਹਵੈ ਕਿਰਾੜ ਝਖ ਮਾਰਤ। ਤੇ ਕੂਕਰ ਕੁੱਤੇ ਵਾਂਗੂ ਕਿਰਾੜ ਤੂੰ ਝਖਾਂ ਮਾਰਦਾ ਹੈ ਇਸੇ ਤਰ੍ਹਾਂ ਕਮਲ ਮਾਰਦਾ ਹੈ ਝਖਾਂ ਬੌਰਿਆਂ ਵਾਂਗੂ ਕਰ ਰਹੇ ਆ। ਆਪਦੀ ਗੱਲ ਤੂੰ ਮੁੱਖ ਰੱਖਦਾ ਹੈ
ਕੁੱਤਾ ਕਿਹਾ, ਤੈਨੂੰ ਕੁੱਤਾ ਆਖਿਆ ਕਿਸ ਗੱਲੋਂ, ਜਰਾ ਉਹ ਵੀ ਯਾਦ ਕਰਨਾ ਕਰ। ਸਕਲ ਬੰਸ ਕੀ ਜਰਾ ਉਖਾਰ ਬਾਕੀ ਸਾਨੂੰ ਕੋਈ ਪਰਵਾਹ ਨਹੀਂ, ਰੇਤਾ ਛੱਡ ਕੇ ਜਿੱਥੇ ਮਰਜ਼ੀ ਬਿਠਾ ਲੈ, ਸਰੀਰ ਜਦੋਂ ਮਰਜ਼ੀ ਨਾਸ਼ ਕਰ ਦੇਈਂ, ਪਰ ਇੱਕ ਗੱਲ ਸਾਡੀ ਪੱਲੇ ਬੰਨ੍ਹ ਲੈ, ਅੱਜ ਤੂੰ ਆਪਦੀਆਂ ਜੜ੍ਹਾਂ, ਆਪਦੀ ਬੰਸ ਦੀਆਂ, ਖਾਨਦਾਨ ਦੀਆਂ ਆਪ ਪੱਟ ਰਿਹਾ ਹੈ। ਆਪਣੇ ਪਰ ਅਪਦਾ ਬਹੁ ਡਾਰ ਹੈ। ਆਪਦੇ ਆਪ ਤੂੰ ਬੜੀਆਂ ਆਪਦਾ ਡਾਰ ਰਿਹਾ, ਆਪਦੇ ਉੱਪਰ ਤੂੰ ਬੜੀਆਂ ਮੁਸੀਬਤਾਂ ਦੇ ਪਹਾੜ ਸਹੇੜ ਰਿਹਾ ਹੈ। ਦੋਜਕ ਦੀਰਗ ਦੁਖਦ ਸਹੇਰੈ। ਹਾਂ, ਬੜਾ ਦੋਜਕ ਨਰਕ, ਵੱਡਾ ਨਰਕ, ਕੁੰਭੀ ਨਰਕ ਸਹੇਗਾ, ਜਿਹੜਾ ਦੁੱਖ ਦੇਣ ਵਾਲਾ, ਕੁੰਭੀ ਨਰਕ ਦੇ ਦੁੱਖਾਂ ਨੂੰ ਪ੍ਰਾਪਤ ਕਰੇਗਾ। ਮਰ ਕੁ ਮੌਤ ਤੂਰਨ ਫਲ ਹੇਰਾ। ਤੇ ਕੋਈ ਬਹੁਤ ਟਾਈਮ ਨਹੀਂ, ਦੇਰ ਨਹੀਂ ਲੱਗਣੀ। ਮਹਾਰਾਜ ਕਹਿੰਦੇ ਇਹ ਜਿਹੜਾ ਕੀਤੇ ਹੋਏ ਜ਼ੁਲਮ ਦਾ ਫਲ ਹੈ ਨਾ, ਤੈਨੂੰ ਉਹ ਮਿਲੇਗਾ ਜ਼ਰੂਰ ਬੜੀ ਛੇਤੀ ਦੇ ਨਾਲ। ਤੇ ਕੁੱਤੇ ਦੀ ਮੌਤੇ ਮਰਨਾ ਹੈ, ਤੂੰ ਮੌਤੇ ਮਰੇਗਾ ਬੜਾ ਦੁਖੀ ਹੋ ਕਰਕੇ। ਹਮ ਤਾਂ ਤਿਆਗਣ ਇਹ ਸਰੀਰ। ਕਿਉਂਕਿ ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਤਾਂ ਆਪਦਾ ਸਰੀਰ ਛੱਡਣਾ ਹੀ ਹੈ। ਸਮਾਂ ਆਣ ਪਹੁੰਚਿਓ ਅਤ ਤੀਰ। ਕਿਉਂਕਿ ਸਾਡੇ ਸ਼ਹੀਦ ਹੋਣ ਦਾ, ਸਰੀਰ ਛੱਡਣ ਦਾ ਸਮਾਂ ਲਾਗੇ ਆਣ ਪਹੁੰਚਿਆ ਹੈ। ਇਮ ਬੋਲਤ ਆਰੂਢਨ ਕਰੇ। ਤੋ ਇਸ ਤਰ੍ਹਾਂ ਮਹਾਰਾਜ ਨੇ ਕਹਿ ਕੇ ਵੀ ਅਸੀਂ ਤਾਂ ਸਰੀਰ ਚੜਾਈ ਕਰਨਾ ਹੀ ਕਰਨਾ, ਪਰ ਤੂੰ ਬੜਾ ਵੱਡਾ ਕਲੰਕ ਖੱਟ ਲਿਆ ਸੰਸਾਰ ਤੇ, ਲਾਣਤਾਂ ਪੈਣਗੀਆਂ ਤੈਨੂੰ, ਤੇ ਨਰਕਾਂ ਵਿੱਚ ਡਿੱਗੇਗਾ, ਤੇ ਕਮੌਤੇ ਕੁੱਤੇ ਦੀ ਮੌਤੇ ਮਰਨਾ ਤੈਂ। ਇਹ ਬਚਨ ਕਹਿ ਕੇ ਤੇ ਸੱਚੇ ਪਾਤਸ਼ਾਹ ਜੀ ਰੇਤੇ, ਜਿੱਥੇ ਗਰਮ ਰੇਤ ਕੀਤੀ, ਉਹਦੇ ਉੱਪਰ ਚੜ ਗਏ ਹਨ। ਰੇਤ ਹੁਤਾਸਣ ਸਮ ਪਰ ਖਰੇ। ਜਿਹੜੀ ਐਨ ਲਾਲ ਸੁਰਖ ਰੇਤ ਹੋਈ ਪਈ ਹੈ, ਅੱਗ ਵਰਗੀ, ਸੱਚੇ ਪਾਤਸ਼ਾਹ ਜਾ ਉਹਦੇ ਉੱਪਰ ਖੜੇ ਹੋ ਗਏ ਐ। ਸਿੱਖ ਲੰਗਾ ਹੋ ਪਿਰਾਣਾ ਦਾਉਣ। ਹੁਣ ਭਾਈ ਲੰਗਾ ਤੇ ਭਾਈ ਪੁਰਾਣਾ ਜੀ, ਇਹਨਾਂ ਦੋਹਾਂ ਨੇ ਜਦੋਂ ਮਹਾਰਾਜ ਪਾਤਸ਼ਾਹ ਨੂੰ ਵੇਖਿਆ ਹੈ, ਇੱਕ ਬਾਰੀ ਦੌਰੇ ਮਨ ਭਾਉਣ। ਤੇ ਮਨ ਵਿੱਚ ਪ੍ਰੇਮ ਆ ਨਾ ਸਿੱਖਾਂ ਦੇ। ਪਾਤਸ਼ਾਹ ਰੇਤ ਗਰਮ ਤੱਤੀ ਤੇ ਜਦੋਂ ਖੜੇ ਆ ਨਾ, ਤੇ ਸਿਪਾਹੀਆਂ ਤੋਂ ਬੰਨੇ ਹੋਏ ਹੱਥ ਪੈਰ ਆ ਇਹਨਾਂ ਦੇ, ਤੇ ਰੱਸੇ ਛੁਡਾ ਕੇ ਇੱਕੋ ਵਾਰੀ ਗੋਡਿਆਂ ਦੇ ਭਾਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੱਲ ਨੂੰ ਭੱਜ ਪਏ ਐ। ਤਪਤ ਰੇਤ ਪਰ ਹਮ ਤਨ ਪਰੇ। ਤੇ ਮਨ ਚ ਉੱਚੀ ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ ਮਹਾਰਾਜ, ਆ ਤਪਦੀ ਰੇਤ ਉੱਪਰ ਸੱਚੇ ਪਾਤਸ਼ਾਹ ਜੀ ਅਸੀਂ ਲੰਮੇ ਪੈ ਜਾਈਏ ਜੀ। ਸੁਖ ਸੋ ਹੋਏ ਗੁਰ ਉਪਰ ਖਰੇ। ਤੇ ਆਪ ਪਾਤਸ਼ਾਹ ਜੀ ਸੁਖ ਦੇ ਨਾਲ ਸਾਡੇ ਸ਼ਰੀਰਾਂ ਤੇ ਖੜੇ ਹੋ ਜਾਓ, ਅਸੀਂ ਤਪਦੀ ਰੇਤ ਉੱਪਰ ਡਿੱਗ ਪਈਏ ਪਾਤਸ਼ਾਹ ਤੁਹਾਡੇ ਚਰਨਾਂ 'ਚ, ਤੇ ਮਹਾਰਾਜ ਤੁਸੀਂ ਸਾਡੇ ਸਰੀਰ ਸੜ ਜਾਣ ਰੇਤੇ ਵਿੱਚ, ਤੇ ਸਾਡੇ ਸ਼ਰੀਰਾਂ ਦੇ ਉੱਪਰ ਤੁਸੀਂ ਆਨੰਦ ਦੇ ਨਾਲ, ਸੁਖ ਦੇ ਨਾਲ ਖੜੇ ਹੋ ਜਾਵੋ। ਇਨ ਕਾਰਨ ਨਿਕ ਸਹਜੇ ਪ੍ਰਾਨ। ਮਹਾਰਾਜ ਜੇ ਸਾਡੀ ਜਾਨ ਵੀ ਨਿਕਲ ਜਾਵੇ ਨਾ, ਤੁਹਾਨੂੰ ਤੁਹਾਡੇ ਪੈਰਾਂ 'ਚ ਛਾਲੇ ਨਾ ਪੈਣ ਪਾਤਸ਼ਾਹ, ਤੁਹਾਡੀ ਖਾਤਰ ਜੇ ਸਾਡਾ ਸਰੀਰ ਵੀ ਲੇਖੇ ਵਿੱਚ ਲੱਗ ਜਾਵੇ ਤਾਂ ਹਮ ਹੋਵਹਿ ਧਨ ਮਹਾਨ। ਤੇ ਅਸੀਂ ਆਪਦੇ ਆਪ ਨੂੰ ਧਨ ਗਿਣਾਂਗੇ ਮਹਾਰਾਜ, ਅਸੀਂ ਵੱਡੇ ਗਿਣਾਂਗੇ, ਵੱਡੇ ਭਾਗ ਹੋਣਗੇ ਸਾਡੇ, ਜੇ ਮਹਾਰਾਜ ਤੁਹਾਡੀ ਸੇਵਾ 'ਚ ਸਾਡਾ ਸਰੀਰ ਲੇਖੇ ਲੱਗ ਜਾਵੇ ਜੀ। ਨਹਿ ਇਨ ਕੋ ਦੁਖ ਦੇਖਣ ਕਰੈ। ਸਾਥੋਂ ਮਹਾਰਾਜ ਤੁਹਾਡਾ ਦੁੱਖ ਨਹੀਂ ਦੇਖਿਆ ਜਾਂਦਾ ਪਾਤਸ਼ਾਹ, ਤੁਸੀਂ ਦੁੱਖ ਨਾ ਦੇਖੋ, ਅਸੀਂ ਸੜ ਕੇ ਮਰ ਜਾਈਏ ਰੇਤੇ ਵਿੱਚ, ਤੁਸੀਂ ਸਾਡੇ ਲੋਥਾਂ ਤੇ ਸ਼ਰੀਰਾਂ ਤੇ ਖੜੇ ਹੋ ਜਾਵੋ। ਆਛੀ ਬਾਤ ਦੇਹ ਪਰ ਹਰੈ। ਮਹਾਰਾਜ ਤੁਹਾਡਾ ਦੁੱਖ ਵੇਖਣ ਤੋਂ ਪਹਿਲਾਂ ਚੰਗੀ ਗੱਲ ਹੈ ਵੀ ਅਸੀਂ ਆਪ ਮਰ ਜਾਈਏ, ਸਾਡੇ ਸਰੀਰ ਚੜ੍ਹਾਈ ਕਰ ਜਾਣ, ਅਸੀਂ ਸੰਸਾਰ ਤੋਂ ਚਲੇ ਜਾਈਏ, ਮਰ ਜਾਈਏ ਤੁਹਾਡਾ ਦੁੱਖ ਵੇਖਣ ਤੋਂ ਪਹਿਲਾਂ। ਹੇਰਤ ਚੰਦ ਸਿਪਾਹੀ ਪ੍ਰੇਰੇ। ਜਦੋਂ ਇਹ ਇਸ ਤਰ੍ਹਾਂ ਸਿੱਖ ਕਰਦੇ ਆ ਨਾ, ਤੇ ਚੰਦੂ ਨੇ ਸਿੱਖਾਂ ਨੂੰ ਰੌਲਾ ਪਾਉਂਦਿਆਂ ਵੇਖਿਆ, ਮਹਾਰਾਜ ਦੀ ਸ਼ੋਭਾ ਕਰਦਿਆਂ ਵੇਖਿਆ, ਮਹਾਰਾਜ ਅਸੀਂ ਮਰ ਜਾਈਏ ਤੁਹਾਡੇ ਚਰਨਾਂ ਵਿੱਚ, ਰੇਤੇ ਤੇ ਸੜ ਕੇ ਸਰੀਰ ਸਾਡੇ ਲੇਖੇ ਲੱਗ ਜਾਣ, ਤੇ ਤੁਸੀਂ ਸਾਡੇ ਸਰੀਰਾਂ ਤੇ ਖੜੇ ਹੋ ਜਾਓ, ਤੁਹਾਡੇ ਚਰਨਾਂ ਨੂੰ ਮਹਾਰਾਜ ਤੱਤਾ ਰੇਤ ਨਾ ਲੱਗੇ। ਚੰਦੂ ਨੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਹੈ। ਲਏ ਲਸ਼ਟਕਾ ਧਾਏ ਕਨੇਰੇ। ਤੇ ਉਹ ਸਿਪਾਹੀ ਜੇ ਡੰਡੇ ਲੈ ਕੇ, ਬਰਸ਼ੇ ਲੈ ਕੇ ਇਹ ਸਿੱਖਾਂ ਵੱਲ ਭੱਜੇ ਹਨ। ਹਾਥਣ ਪਰ ਪੈਰਨ ਪਰ ਮਾਰ। ਜਦੋਂ ਸਿੱਖ ਮਹਾਰਾਜ ਵੱਲ ਵੱਧਦੇ ਆ, ਤੇ ਹੱਥਾਂ ਤੇ ਪੈਰਾਂ ਤੇ ਜ਼ੋਰ ਦੀ ਡਾਂਗਾਂ ਵਰਾਉਣੀਆਂ ਸਿਪਾਹੀਆਂ ਸ਼ੁਰੂ ਕਰ ਦਿੱਤੀਆਂ ਨੇ। ਗਹਿ ਕਰ ਮੋਰੇ ਬਹੁ ਬਲ ਧਾਰ। ਇਸ ਤਰ੍ਹਾਂ ਰੱਸਿਆਂ ਤੋਂ ਧੂ ਕੇ ਖਿੱਚ ਕੇ ਸਿੱਖਾਂ ਨੂੰ ਫਿਰ ਪਿੱਛੇ ਮੋੜ ਦਿੱਤਾ ਹੈ। ਸ਼੍ਰੀ ਗੁਰ ਕਰਹਿ ਵਰਜਨਾ ਘਨੇ। ਇਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਸਿੱਖਾਂ ਨੂੰ ਵਰਜ ਰਹੇ ਐ, ਰੋਕ ਰਹੇ ਐਸਾ ਕਰਨੇ ਤੋਂ। ਕਿਉ ਤੁਮ ਆਵਤ ਹੋ ਰਿਸ ਮਨੇ। ਮਹਾਰਾਜ ਕਹਿੰਦੇ ਸੁਖੋ ਕਿਉਂ ਮਨ ਵਿੱਚ ਤੁਸੀਂ ਗੁੱਸਾ ਖੁਣਸ ਲਿਆਉਂਦੇ ਹੋ,
ਤੁਸੀਂ ਕਿਉਂ ਸਾਡੇ ਵਾਲੇ ਪਾਸੇ ਦੌੜ ਦੌੜ ਆਉਂਦੇ ਹੋ? ਬੈਠੇ ਰਹੋ ਖਾਤ ਕਿਉ ਮਾਰ। ਤੁਹਾਨੂੰ ਕਿਹਾ ਵੀ ਆਨੰਦ ਦੇ ਨਾਲ ਬੈਠੇ ਰਹੋ, ਤੁਸੀਂ ਕਿਉਂ ਇਹਨਾਂ ਤੋਂ ਡਾਂਗਾ ਖਾ ਰਹੇ ਹੋ? ਇਹ ਸਭ ਹਵੈ ਹਮਰੇ ਅਨੁਸਾਰ। ਤੁਸੀਂ ਕਿਉਂ ਚਿੰਤਾ ਕਰਦੇ ਹੋ? ਤੁਹਾਨੂੰ ਕੀ ਲੱਗਦਾ ਵੀ ਇਹ ਸਾਰਾ ਕੁਝ ਇਹ ਕਰ ਰਹੇ ਹੈ? ਇਹ ਤਾਂ ਸਾਰਾ ਕੁਝ ਸਾਡੇ ਅਨੁਸਾਰ ਹੀ ਹੋ ਰਿਹਾ ਹੈ। ਅਸੀਂ ਆਪ ਹੀ ਇਹ ਸਾਰਾ ਕੌਤਕ ਵਰਤਾ ਰਹੇ ਹਾਂ। ਕਹੈ ਪਿਰਾਣਾ ਰਹਿਉ ਨ ਜਾਏ। ਭਾਈ ਪਿਰਾਣਾ ਕਹਿੰਦਾ ਮਹਾਰਾਜ ਸਾਨੂੰ ਪਤਾ ਹੈ ਪਾਤਸ਼ਾਹ ਜੀ, ਸਾਰਾ ਕੁਝ ਕਰਨ ਵਾਲੇ ਤੁਸੀਂ ਹੋ, ਕਰਨ ਸਮਰੱਥ ਹੈ, ਪਰ ਪਾਤਸ਼ਾਹ ਕੀ ਕਰੀਏ ਮਹਾਰਾਜ, ਸਾਥੋਂ ਵੇਖ ਕੇ ਰਹਿ ਨਹੀਂ ਹੁੰਦਾ ਹੈ। ਤੁਮਰੋ ਦੁਖ ਨਹਿ ਦੇਖ ਸਕਾਏ। ਪਾਤਸ਼ਾਹ ਤੁਹਾਡਾ ਦੁੱਖ ਸਾਥੋਂ ਵੇਖ ਕੇ ਰਿਹਾ ਨਹੀਂ ਜਾਂਦਾ, ਸਾਥੋਂ ਦੇਖਿਆ ਨਹੀਂ ਜਾਂਦਾ ਹੈ। ਆਪਣੇ ਪ੍ਰਾਣ ਦੇਨ ਅਭਿਲਾਖੈ। ਮਹਾਰਾਜ ਸਾਡੀ ਇੱਛਾ ਵੀ ਅਸੀਂ ਤੁਹਾਡੀ ਥਾਵੇਂ ਆਪਦੇ ਪ੍ਰਾਣ ਦੇ ਦਈਏ ਜੀ, ਰਾਵਰ ਕੇ ਸਰੀਰ ਕੋ ਰਾਖੈ। ਤੇ ਤੁਹਾਡੇ ਸਰੀਰ ਨੂੰ ਰੱਖ ਲਈਏ, ਸਾਡੀਆਂ ਜਾਨਾਂ ਲੇਖੇ ਲੱਗ ਜਾਣ। ਪਾਤਸ਼ਾਹ ਤੁਸੀਂ ਸੁਖ ਸਲਾਮਤਾਂ ਦੇ ਨਾਲ ਵਾਸਾ ਕਰੋ ਜੀ। ਕਹਿਓ ਗੁਰੂ ਇਮ ਕੀਜਹਿ ਤਬੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਪੁਰਾਣਾ ਜਾਂ ਸਾਰੇ ਪੰਜੇ ਸਿੱਖੋ ਸੁਣੋ, ਇਸ ਤਰ੍ਹਾਂ ਤੁਸੀਂ ਸਰੀਰ ਛੱਡਣਾ, ਸਰੀਰ ਤਾਂ ਤੁਸੀਂ ਤਾਂ ਛੱਡੋ ਜੇ ਹਮਰੀ ਆਇਸ ਹੋਵਹਿ ਜਬੈ। ਜਦੋਂ ਸਾਡੀ ਆਗਿਆ ਹੋਵੇ ਕਿ ਵੀ ਜੇ ਅਸੀਂ ਕਹੀਏ ਫਿਰ ਤਾਂ ਤੁਸੀਂ ਐਸਾ ਕਰੋ, ਜਦੋਂ ਅਸੀਂ ਕਹਿ ਨਹੀਂ ਰਹੇ ਤੁਹਾਨੂੰ, ਫਿਰ ਕਿਉਂ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ? ਅਬ ਹਮਰਾ ਇਹ ਖੇਲ ਪਸਾਰਾ। ਇਹ ਤਾਂ ਸਾਡਾ ਖੇਲ ਹੈ ਜਿਹੜਾ ਪਸਾਰਿਆ ਹੋਇਆ, ਸਾਰਾ ਕੌਤਕ ਅਸੀਂ ਖੁਦ ਆਪ ਹੀ ਕਰ ਰਹੇ ਹਾਂ। ਬੈਠੇ ਪਿਖਾ ਹੋਏ ਜਿਮ ਸਾਰਾ। ਤੁਸੀਂ ਬਹਿ ਕੇ ਜਿਵੇਂ ਤਮਾਸ਼ਾ ਵੇਖਦਾ ਨਾ ਕੋਈ, ਇਹ ਸਾਰਾ ਕੌਤਕ ਤਮਾਸ਼ਾ ਤੁਸੀਂ ਬਹਿ ਕੇ ਵੇਖੋ ਜਿਵੇਂ ਕੋਈ ਤਮਾਸ਼ਾ ਵੇਖਦਾ ਹੈ। ਪੁਨਹ ਦੁਸ਼ਟ ਨੇ ਕਹਿ ਬਿਠਵਾਏ। ਉਹ ਸੁਣ ਕੇ ਨਾ ਇਹ ਦੁਸ਼ਟ ਚੰਦੂ ਨੇ ਕਹਿ ਕੇ ਨਾ ਤੇ ਸਿੱਖਾਂ ਨੂੰ ਫੇਰ ਬਿਠਾ ਦਿੱਤਾ ਹੈ, ਡਾਂਗਾ ਮਰਵਾ ਕੇ ਸਿਪਾਹੀਆਂ ਨੂੰ ਕਹਿ ਕਹਾ ਕਰਕੇ। ਥਿਰ ਸਤਿਗੁਰ ਕਾ ਕੁਛ ਖੇਦ ਨ ਪਾਏ। ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੱਤੇ ਤਾਪ ਦੇ ਰੇਤੇ ਉੱਪਰ ਬੈਠੇ ਹੋਏ ਟਿਕੇ ਹੋਏ ਐ। ਸਤਿਗੁਰਾਂ ਦੇ ਮਨ ਵਿੱਚ ਰੱਤੀ ਮਾਤਰ ਵੀ ਦੁੱਖ ਨਹੀਂ ਪ੍ਰਾਪਤ ਹੋ ਰਹੇ ਆ। 14 ਲੋਕ ਰਚੇ ਜਿਨ ਕੇਰੇ। ਕਵੀ ਜੀ ਕਹਿੰਦੇ ਜਿਨ੍ਹਾਂ ਨੇ 14 ਲੋਕ ਬਣਾਏ ਹੋਣ, ਜਿਨ੍ਹਾਂ ਨੇ ਪੁਰੀਆਂ ਖੰਡ ਬ੍ਰਹਮੰਡ ਸਾਜੇ ਬਣਾਏ ਐ। ਤੇਜ ਹੁਤਾਸਨ ਹੋਏ ਕਿਮ ਨੇਰੇ। ਤੇ ਅੱਗ ਦਾ ਸੇਕ ਉਹਨਾਂ ਨੂੰ ਕੀ ਕਵੇ ਭਲਾ, ਜਿਨ੍ਹਾਂ ਨੇ 14 ਪੁਰ ਬਣਾਏ ਐ, ਪੁਰੀਆਂ ਬਣਾਈਆਂ, ਲੋਕ ਬਣਾਏ, ਪ੍ਰਲੋਕ ਬਣਾਏ, ਸਾਰੀ ਸ੍ਰਿਸ਼ਟੀ ਸਾਜੀ ਹੈ, ਖੰਡ ਬ੍ਰਹਮੰਡ ਚੰਦ ਸੂਰਜ ਤਾਰੇ ਬਣਾਏ ਐ। ਉਸ ਪਰਮੇਸ਼ਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਭਲਾ ਅੱਗ ਦਾ ਸੇਕ ਕੀ ਦੁੱਖ ਦੇਵੇਗਾ? ਸੱਚੇ ਪਾਤਸ਼ਾਹ ਮਹਾਰਾਜ ਦੇ ਲਾਗੇ ਕਿਵੇਂ ਭਲਾ ਇਹ ਸਾਰਾ ਦੁੱਖ ਜਿਹੜਾ ਕਸ਼ਟ ਆ ਸਕਦਾ ਹੈ? ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦਿਆਲ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਕੌਤਕ ਵਰਤਾਉਣਾ ਕੀਤਾ ਹੈ। ਤਪਤ ਰੇਤ ਪਰ ਨਿਸਚਲ ਬੈਸੇ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਰਸ ਚੌਂਕੜਾ ਲਾ ਕੇ ਖਾਲਸਾ ਜੀ ਤਪਦੀ ਬਲਦੀ ਰੇਤਾ ਉੱਪਰ ਬੈਠ ਗਏ ਹਨ। ਸੁਖ ਤੇ ਮ੍ਰਿਦ ਆਸਣ ਪਰ ਜੈਸੇ। ਜਿਵੇਂ ਰੇਸ਼ਮੀ ਗਦੇਲਿਆਂ ਤੇ ਬੈਠਦੇ ਆ ਮਹਾਰਾਜ ਹਰਿਮੰਦਰ ਸਾਹਿਬ ਸਿੰਘਾਸਣ ਲਾ ਕੇ, ਤੋ ਜਿਵੇਂ ਰੇਸ਼ਮ ਦੇ ਗਦੇਲਿਆਂ ਤੇ ਸੁਖ ਸੀ, ਉਸੇ ਤਰ੍ਹਾਂ ਦੇ ਸੁਖ ਪਾਤਸ਼ਾਹ ਮਹਾਰਾਜ ਨੂੰ ਤੱਤੇ ਰੇਤੇ ਦੇ ਉੱਪਰ ਹੈ। ਇਸ ਉਤ ਅੰਗ ਨਹੀਂ ਡੁੱਲਯੰਤੇ। ਮਹਾਰਾਜ ਜਰਾ ਵੀ ਅੰਗ ਨਹੀਂ ਲਹਾਉਂਦੇ, ਜਿਵੇਂ ਸਿੰਘਾਸਣ ਕੂਲੇ ਗੱਦੇ ਤੇ ਬਹਿੰਦਾ ਕੋਈ, ਪਾਤਸ਼ਾਹ ਜੀ ਇਸੇ ਤਰ੍ਹਾਂ ਬੈਠੇ ਹੋਏ ਹਨ। ਭਏ ਮੌਨ ਕੁਛ ਨਹੀਂ ਕਹੰਤੇ। ਤੇ ਮਹਾਰਾਜ ਦੇ ਨੇਤਰ ਬੰਦ ਹੈ, ਮੁਖੋਂ ਕੁਝ ਨਹੀਂ ਬੋਲਦੇ ਹਨ। ਕਹਿਓ ਦੁਸ਼ਟ ਪੁਨ ਕਰ ਛੇ ਲੈ ਕੈ। ਇੰਨੇ ਨੂੰ ਚੰਦੂ ਨੇ ਇਸ਼ਾਰਾ ਕੀਤਾ ਤੇ ਜਲਾਦ ਦੁਸ਼ਟ ਕੜਛੇ ਪਲਟੇ ਵੱਡੇ ਲੈ ਲੈ ਕਰਕੇ। ਤਪਤ ਰੇਤ ਦੇਹ ਉਪਰ ਪੈ ਕੈ। ਕਹਿੰਦਾ ਵੀ ਇਹਨਾਂ ਦੇ ਉੱਪਰ ਰੇਤ ਪਾਓ ਹੁਣ ਤੱਤੀ ਸਿਰ ਵਿੱਚ। ਚੰਦੂ ਪਾਪੀ ਨੇ ਇਸ਼ਾਰਾ ਕੀਤਾ, ਜਲਾਦ ਦੁਸ਼ਟ ਜਿਹੜੇ ਐ ਉਹ ਰੇਤਾ ਪਾਉਣ ਵਾਸਤੇ ਆਣ ਪਹੁੰਚੇ ਐ। ਨਹਿ ਬੋਲਤ ਨਹਿ ਮਾਨਤ ਨਾਤਾ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਨੂੰ ਚੰਦੂ ਕਹਿੰਦਾ ਇਹਨਾਂ ਦੇ ਸਿਰ 'ਚ ਰੇਤਾ ਪਾਓ। ਇਹ ਬੋਲਦੇ ਕੁਝ ਨਹੀਂ, ਬੋਲਦੇ ਕਿਉਂ ਨਹੀਂ? ਇਹਨਾਂ ਦੇ ਮੂੰਹੋਂ ਸੀ ਕਢਾਉਣੀ ਹੈ
ਤੇ ਨਾਲ ਹੀ ਆਪਦੀ ਧੀ ਦਾ ਰਿਸ਼ਤਾ ਵੀ ਮਨਵਾਉਣਾ ਹੈ। ਇਸਕੇ ਗਾਤ ਲੱਗਾ ਹੈ ਨਹਿ ਤਾਤਾ। ਤੇ ਇਹਨਾਂ ਦੇ ਸਰੀਰ ਨੂੰ ਭਲਾ ਸੇਕ ਕਿਉਂ ਨਹੀਂ ਲੱਗਦਾ? ਜਰਾ ਰੇਤਾ ਪਾਓ ਇਹਨਾਂ ਦੇ ਸਿਰ ਦੇ ਉੱਪਰ, ਫੇਰ ਪਤਾ ਚੱਲੇਗਾ। ਭਰ ਕਰਛੇ ਤਬ ਉਪਰ ਪਾਏ। ਤੋ ਸਾਧ ਸੰਗਤ ਜੀ, ਉਹ ਜਿਹੜੇ ਜਲਾਦ ਸੀਗੇ ਉਹ ਕੜਛੇ ਭਰ ਭਰ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸੀਸ ਵਿੱਚ, ਪਿੰਡੇ ਵਿੱਚ ਪਾਉਣ ਲੱਗ ਪਏ ਐ। ਨਹਿ ਕੁਛ ਕਹਿਓ ਨ ਅੰਗ ਡੁਲਾਏ। ਤੇ ਮਹਾਰਾਜ ਨੇ ਆਪਣਾ ਚੀਚੀ ਤੱਕ ਨਾ ਹਲਾਈ, ਸੀਸ ਵਿੱਚ ਰੇਤਾ ਪਈ ਜਾਂਦਾ। ਗਰੀਬ ਨਵਾਜ ਐਨ ਇੱਕ ਰਸ ਅਡੋਲ ਬੈਠੇ ਹੋਏ ਹਨ। ਦੋਹੇ ਦਿਸ਼ ਤੇ ਧਾਤੋ ਅਤ ਬਾਰੂ। ਦੋ ਪਾਸਿਓਂ ਰੇਤਾ ਪਲਟੇ ਭਰ ਭਰ ਕੇ ਐਨ ਤੱਤਾ ਲਾਲ ਸੁਰਖ ਹਜੂਰ ਦੇ ਸੀਸ ਵਿੱਚ ਪਾਇਆ ਜਾ ਰਿਹਾ ਹੈ। ਪਰ ਸਰੀਰ ਪਰ ਬਹੁ ਦੁਖ ਕਾਰੂ। ਤੇ ਸਰੀਰ ਦੇ ਉੱਪਰ ਜਿਹੜਾ ਦੁੱਖ ਦੇਣ ਵਾਲਾ ਗਰਮ ਰੇਤਾ ਹੈ ਨਾ, ਉਹ ਦੋ ਪਾਸਿਓਂ ਲਬਾ ਲਬ ਭਰ ਭਰ ਕੇ ਪਲਟੇ ਪਾਈ ਜਾ ਰਹੇ ਹਨ। ਨਿਜ ਇੱਛਾ ਕਰ ਗਾਤ ਸਮੂਹੇ। ਤੇ ਮਹਾਰਾਜ ਨੇ ਆਪਣਾ ਸਾਰੇ ਸਰੀਰ ਦੇ ਉੱਪਰ ਆਪਦੀ ਇੱਛਾ ਦੇ ਅਨੁਸਾਰ ਹੀ ਇੱਕ ਕੌਤਕ ਵਰਤਾਇਆ ਹੈ। ਸਤ ਸਤ ਗੁਰ ਕਹਿ ਤਬ ਪਰੇ ਫਲੂਹੇ। ਤੋ ਸੱਚੇ ਪਾਤਸ਼ਾਹ, ਦੁਬਾਰਾ ਪੜ੍ਹ। ਸਤ ਗੁਰ ਕਹਿ ਤਬ ਪਰੇ ਫਲੂਹੇ। ਤੋ ਸੱਚੇ ਪਾਤਸ਼ਾਹ ਨੇ ਆਪ ਹੀ ਕੌਤਕ ਇੱਕ ਵਰਤਾਇਆ ਹੈ। ਰੇਤਾ ਪੈਂਦੀ ਗਈ, ਦੁੱਖ ਕੋਈ ਨਹੀਂ ਮਹਾਰਾਜ ਨੂੰ ਜਿਵੇਂ ਰੇਤੇ ਤੇ ਬਹਿਣ ਦਾ ਲੱਗਦਾ ਤੱਤੇ ਤੇ, ਪਰ ਪਾਤਸ਼ਾਹ ਮਹਾਰਾਜ ਨੇ ਵੀ ਕਿਤੇ ਚੰਦੂ ਦੇ ਮਨ 'ਚ ਸ਼ਰਧਾ ਨਾ ਆ ਜਾਏ ਸਾਡੇ ਪਰਥਾਏ, ਇਹਦੀ ਜੜ ਕਿਵੇਂ ਪੁੱਟੀ ਜਾਵੇਗੀ ਪਾਪੀ ਦੀ। ਤੇ ਆਪ ਹੀ ਮਹਾਰਾਜ ਨੇ, ਕਵੀ ਜੀ ਕਹਿੰਦੇ, ਕੌਤਕ ਵਰਤਾਇਆ ਹੈ। ਇੱਕੋ ਵਾਰੀ ਸਾਰੇ ਸਰੀਰ ਤੇ ਉਹ ਜਿਹੜੇ ਫਲੂਏ ਪੈਂਦੇ ਆ, ਜਿਹੜੇ ਛਾਲੇ ਪੈਂਦੇ ਗਰਮ ਰੇਤੇ ਨਾਲ, ਉਹ ਆਪ ਹੀ ਸਾਰੇ ਸਰੀਰ ਤੇ ਪੈਦਾ ਕਰ ਦਿੱਤੇ ਹਨ। ਅਜਮਤ ਨਹਿ ਜਾਣੈ ਦੁਰਚਾਰੀ। ਵੀ ਕਿਤੇ ਖੋਟੀ ਮਤ ਵਾਲਾ ਚੰਦੂ ਸਾਡੀ ਸ਼ਕਤੀ ਨਾ ਜਾਣ ਜਾਵੇ ਵੀ ਇਹ ਤਾਂ ਵਾਕਈ ਹੀ ਪਰਮੇਸ਼ਰ ਹੈ, ਕਿਤੇ ਸ਼ਰਧਾ ਨਾ ਧਾਰ ਆਵੇ। ਬਿਨ ਪੀਰਾ ਗਨ ਕਰੇ ਦਿਖਾਰੀ। ਪਰ ਮਹਾਰਾਜ ਨੂੰ ਪੀੜਾ ਕੋਈ ਵੀ ਨਹੀਂ, ਪਰ ਦਿਖਾਉਣ ਵਾਸਤੇ ਮਹਾਰਾਜ ਦੇ ਸਾਰੇ ਸਰੀਰ ਦਾਣਿਆਂ ਦੇ ਨਾਲ ਭਰ ਗਿਆ। ਸਾਰਾ ਸਰੀਰ ਲਾਲ ਸੁਰਖ ਛਾਲਿਆਂ ਦੇ ਨਾਲ ਭਰ ਚੁੱਕਾ ਹੈ। ਦੋਏ ਜਾਮ ਲਗ ਬਾਧਾ ਦੀਨਸ। ਦੋ ਪਹਿਰ ਸਾਧ ਸੰਗਤ ਜੀ 6 ਘੰਟਿਆਂ ਦੇ ਹੁੰਦੇ ਹੈ। ਦੋ ਪਹਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਰੇਤ ਤੇ ਬਿਠਾ ਕੇ ਤੇ ਸਿਰ 'ਚ ਇਹਨਾਂ ਨੇ ਰੇਤ ਪਾਈ ਤੱਤੀ। ਗੁਰੂ ਗਰੀਬ ਨਵਾਜ ਮਹਾਰਾਜ ਦੋ ਪਹਿਰ 6 ਘੰਟੇ ਤੀਕਰ ਬੈਠੇ ਰਹੇ ਹਨ। ਨਹੀਂ ਤਰਾਸ ਮਨ ਦੁਸ਼ਟਨ ਕੀਨ। ਮਹਾਰਾਜ ਨੇ ਦੁਸ਼ਟਾਂ ਦਾ ਥੋੜੇ ਮਾਤਰ ਵੀ ਡਰ ਨਹੀਂ ਮੰਨਿਆ ਹੈ। ਬੈਠੇ ਰਹੇ ਅਬੋਲ ਅਡੋਲ। ਮਹਾਰਾਜ ਨਾ ਕੁਝ ਬੋਲੇ ਤੇ ਸੱਚੇ ਪਾਤਸ਼ਾਹ ਅਡੋਲ ਇੱਕ ਰਸ ਸਮਾਧੀ ਲਾ ਕੇ ਬੈਠੇ ਰਹੇ ਐ। ਸਤਿਗੁਰ ਮਹਿਮਾ ਮਹਾ ਅਤੋਲ। ਕਵੀ ਜੀ ਕਹਿੰਦੇ, ਕੌਣ ਜਾਣੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਮਹਿਮਾ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਮਹਾਰਾਜ ਤੁਹਾਡੀ ਮਹਿਮਾ ਕੌਣ ਜਾਣ ਸਕਦਾ ਹੈ? ਤੋਲਣੇ ਤੋਂ ਰਹਿ ਤਾਂ ਕੋਈ ਬੁੱਧੀ ਰੂਪੀ ਤਕੜੀ ਐਸੀ ਨਹੀਂ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਮਹਿਮਾ ਤੋਲ ਸਕੇ। ਮਹਾਰਾਜ ਕਿਤਨੇ ਬੇਅੰਤ ਹਨ। ਅਜਰ ਜਰਨ ਕੀ ਆਉਦ ਜਨਾਈ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਅਜਾਰ ਨੂੰ ਜਰਨ ਦੀ ਹੱਦ ਜਣਾ ਦਿੱਤੀ ਹੈ। ਸੰਸਾਰ ਤੇ ਐਡੀ ਹੱਦ ਕਰ ਦਿੱਤੀ ਹੈ। ਇੰਨਾ ਕਸ਼ਟ, ਇੰਨਾ ਜ਼ੁਲਮ ਸਹਿ ਲਵੇ ਕੋਈ ਭਲਾ, ਸੀਸ ਤੇ ਰੇਤਾ ਪਵੇ ਤੇ ਡੋਲੇ ਨਾ ਗਰਮ ਰੇਤ ਤੇ ਬਹਿ ਕੇ ਸਾਰਾ ਦਿਨ ਦੇਗ ਚੋਂ ਬਾਲਿਆ ਜਾਵੇ ਤੇ ਕੋਈ ਮੁੱਖੋਂ ਸੀ ਨਾ ਕਹੇ। ਸਤਿਗੁਰਾਂ ਨੇ ਸਿਦਕ ਦੀ, ਸਬਰ ਦੀ, ਸ਼ਾਂਤੀ ਦੀ ਹੱਦ ਕਰ ਦਿੱਤੀ ਹੈ। ਇਤੇ ਕਸ਼ਟ ਤੇ ਨਹੀਂ ਦਿਖਾਈ। ਮਹਾਰਾਜ ਨੇ ਇੰਨੇ ਕਸ਼ਟ ਹੁੰਦਿਆਂ ਹੋਇਆਂ ਵੀ ਕਰਾਮਾਤ ਨਹੀਂ ਵਿਖਾਈ। ਸਤਿਗੁਰੂ ਐਡੀ ਵੱਡੀ ਕਰਾਮਾਤ, ਮਹਾਨ ਸ਼ਕਤੀ ਹੁੰਦਿਆਂ ਹੋਇਆਂ ਵੀ ਇੱਕ ਆਮ ਸਧਾਰਨ ਮਨੁੱਖ ਵਾਂਗੂ ਬੈਠੇ ਹੋਏ ਬ੍ਰਹਮ ਗਿਆਨੀ ਦੀ ਅਵਸਥਾ ਜਣਾ ਰਹੇ ਹਨ। ਇੰਦਰ ਆਦ ਜੇਤਕ ਸੁਰ ਸਾਰੇ। ਤੋ ਜਿੰਨੇ ਸਾਧ ਸੰਗਤ ਜੀ 33 ਕਰੋੜ ਦੇਵਤੇ ਸਮੇਤ ਇੰਦਰ ਦੇ ਚਕ੍ਰਿਤ ਚਿਤ ਗੁਰ ਚਲਤ ਨਿਹਾਰੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਕੌਤਕ ਵੇਖ ਵੇਖ ਕੇ ਵੀ ਮਹਾਰਾਜ ਜੇ ਕਿਤੇ ਅਸੀਂ ਹੁੰਦੇ ਤੇ ਅਸੀਂ ਤਾਂ ਹੁਣ ਨੂੰ ਸ਼ਕਤੀ ਵਿਖਾ ਦਿੰਦੇ। ਨਾਲੇ ਸਾਡੇ 'ਚ ਹੈ ਵੀ ਬੜੀ ਥੋੜੀ, ਕੋਈ 12 ਕਲਾ ਸਮਰੱਥ, ਕੋਈ 14, ਕੋਈ 16, ਕੋਈ 8, ਕੋਈ 4, 6। ਸਾਡੇ ਵਿੱਚ ਤਾਂ ਥੋੜ੍ਹੀ ਥੋੜ੍ਹੀ ਸ਼ਕਤੀ ਹੈ। ਅਸੀਂ ਸੰਸਾਰ 'ਤੇ ਜਦੋਂ ਸਾਡਾ ਸਮਾਂ ਰਿਹਾ ਅਸੀਂ ਥੋੜ੍ਹੀ ਥੋੜ੍ਹੀ ਸ਼ਕਤੀ ਵੀ ਪਾ ਕੇ ਵਿਖਾਉਂਦੇ ਰਹੇ। ਮਹਾਰਾਜ ਤੁਸੀਂ ਤਾਂ ਖੁਦ ਪਰਮੇਸ਼ਰ ਹੋ, ਖੁਦ ਪਰਮ ਈਸ਼ਵਰ ਹੋ, ਮਹਾਨ ਸ਼ਕਤੀ ਹੋ, ਸ਼ਕਤੀ ਦੇ ਮੁਜੱਸਮੇ ਹੋ। ਧੰਨੋ ਗੁਰੂ ਅਰਜਨ ਦੇ ਪਾਤਸ਼ਾਹ, ਤੁਸੀਂ ਇੰਨੀ ਸ਼ਕਤੀ ਹੁੰਦਿਆਂ ਹੋਇਆਂ ਵੀ ਸ਼ਾਂਤੀ ਸਹਿਤ ਬੈਠੇ ਹੋ।
ਤੋ ਦੇਵਤੇ ਸਾਧ ਸੰਗਤ ਜੀ ਇੰਦਰ ਵਰਗੇ 33 ਕਰੋੜ ਦੇਵੀ ਦੇਵਤੇ ਵੇਖ ਵੇਖ ਕੇ ਮਹਾਰਾਜ ਦੇ ਕੌਤਕਾਂ ਨੂੰ ਹੈਰਾਨ ਹੋਈ ਜਾਂਦੇ ਆ। ਧੰਨ ਧੰਨ ਸਭ ਕਰਹਿ ਬਖਾਨਾ। ਮਹਾਰਾਜ ਤੁਸੀਂ ਧੰਨ ਹੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਤੁਸੀਂ ਧੰਨ ਹੋ। ਸਾਰੇ ਦੇਵੀ ਦੇਵਤੇ ਜਿੰਨੇ ਜਤੀ ਸਤੀ ਹੈ ਸਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੋਭਾ ਗਾ ਰਹੇ ਹਨ। ਇਨ ਤੇ ਬਿਨਾ ਨ ਐਸੋ ਆਨਾ। ਸਾਰੇ ਸੰਸਾਰ ਵਿੱਚ ਜੇ ਸ਼ਾਂਤੀ ਦਾ ਕੋਈ ਪੁੰਜ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਹੈ। ਇਹ ਦੇਵੀ ਦੇਵਤੇ ਕਹਿੰਦੇ ਆ, ਕਵੀ ਜੀ ਕਹਿੰਦੇ ਆਪਸ ਵਿੱਚ ਕਹਿੰਦੇ ਆ ਦੇਵੀ ਦੇਵਤੇ ਬੜੇ ਨਿਮਰਤਾ ਵਾਲੇ ਵੇਖੇ ਸੰਸਾਰ ਤੇ ਕਹਾਉਂਦੇ ਆ, ਬੜੇ ਸ਼ਾਂਤੀ ਪੁੰਜ ਵੇਖੇ ਸੰਸਾਰ ਤੇ ਕਹਾਉਂਦੇ ਆ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਰਗਾ ਅਸਹਿ ਕਸ਼ਟ ਨੂੰ ਸਹਿ ਲੈਣ ਵਾਲਾ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਵਰਗਾ ਕੋਈ ਐਸਾ ਜਿਹੜਾ ਅਜਰ ਸ਼ਕਤੀ ਨੂੰ ਜਰ ਜਾਵੇ ਆਪਦੇ ਅੰਦਰ, ਇਹਨਾਂ ਤੋਂ ਬਿਨਾਂ ਸੰਸਾਰ ਤੇ ਹੋਰ ਕੋਈ ਦੇਖਿਆ ਭਾਲਿਆ ਲੱਭਦਾ ਨਹੀਂ। ਕਰ ਬੰਦਨ ਸੁਰ ਸਦਨ ਸਿਧਾਰੇ। ਦੇਵੀ ਦੇਵਤੇ ਖਾਲਸਾ ਜੀ ਮਹਾਰਾਜ ਦੇ ਸੀਸ ਵਿੱਚ ਪੈਂਦਾ ਗਰਮ ਰੇਤਾ ਤੱਤੇ ਰੇਤ ਤੇ ਬੈਠਿਆਂ ਨੂੰ ਵੇਖ ਵੇਖ ਨਮਸਕਾਰਾਂ ਕਰਦੇ ਅਸਮਾਨ ਵਿੱਚੋਂ ਆਪੋ ਆਪਣੇ ਪੁਰੀਆਂ ਨੂੰ ਸਦਨਾਂ ਨੂੰ ਮੁੜ ਰਹੇ ਹਨ। ਆਪਸ ਵਿਖਾਏ ਬਿਰਤਾਂਤ ਉਚਾਰੇ। ਤੇ ਆਪਸ ਦੇ ਵਿੱਚ ਸਾਰੇ ਦੇਵੀ ਦੇਵਤੇ ਬਿਰਤਾਂਤ ਉਚਾਰ ਰਹੇ ਆ ਵੀ ਧੰਨ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੇ ਅਸਹਿ ਕਸ਼ਟ ਨੂੰ ਆਪਣੇ ਉੱਪਰ ਸਹਾਰ ਲੈਣਾ ਕੀਤਾ ਹੈ। ਗਇਓ ਦੁਸ਼ਟ ਪੁਨ ਗੁਰ ਨਿਕਸਾਏ। ਇੱਧਰ ਜਦੋਂ ਦੋ ਪਹਿਰ ਸਾਧ ਸੰਗਤ ਜੀ 6 ਘੰਟੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸੀਸ 'ਚ ਰੇਤਾ ਗਰਮ ਰੇਤ ਤੇ ਬਿਠਾਇਆ ਗਿਆ। ਫਿਰ ਚੰਦੂ ਨੇ ਹੁਕਮ ਕੀਤਾ ਜਲਾਦਾਂ ਨੂੰ, ਸਤਿਗੁਰਾਂ ਨੂੰ ਰੇਤੇ ਤੋਂ ਉਠਾ ਦਿੱਤਾ ਗਿਆ ਹੈ। ਪੂਰਬ ਥਲ ਤਹਿ ਆਣ ਬਿਠਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਮਹਾਰਾਜ ਨੂੰ ਕੱਢ ਕੇ ਰੇਤੇ ਦੇ ਵਿੱਚੋਂ ਉਠਾ ਕੇ ਪਹਿਲਾਂ ਜਿੱਥੇ ਥਾਂ ਸੀ ਉੱਥੇ ਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਬਿਠਾ ਦਿੱਤਾ ਗਿਆ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਵਿਖਾਵੇ ਮਾਤਰ ਵੀ ਚੰਦੂ ਸ਼ਰਧਾ ਨਾ ਧਾਰ ਆਵੇ। ਮਹਾਰਾਜ ਦੇ ਸਾਰੇ ਸਰੀਰ ਤੇ ਖਾਲਸਾ ਜੀ ਜਿੰਨੇ ਸਰੀਰ ਹੈ ਸਭ ਦੇ ਉੱਪਰ ਲਾਲ ਸੁਰਖ ਪਾਣੀ ਦੇ ਭਰੇ ਹੋਏ ਫਲੂਏ ਜਿਹੜੇ ਉਹ ਨਿਕਲ ਆਏ ਹੈ। ਸਾਰਾ ਸਰੀਰ ਮਹਾਰਾਜ ਦਾ ਰੇਤਾ ਪੈ ਪੈ ਕੇ ਜਰਜਰੀ ਹੋ ਰਹੇ ਹੈ। ਪਰ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਉੱਪਰ ਕੋਈ ਦੁੱਖ ਕਸ਼ਟ ਦਾ ਪ੍ਰਭਾਵ ਨਜ਼ਰ ਨਹੀਂ ਆ ਰਿਹਾ। ਮਹਾਰਾਜ ਦਾ ਚਿਹਰਾ ਜਿਵੇਂ ਹਰਿਮੰਦਰ ਸਾਹਿਬ ਬੈਠਿਆਂ ਦਾ ਦਗ ਦਗ ਕਰਦਾ ਐਨ ਨਜ਼ਰੋਂ ਨਜ਼ਰ ਨਿਹਾਲ ਹੋ ਜਾਈਦਾ, ਉਸੇ ਤਰ੍ਹਾਂ ਹੀ ਮਹਾਰਾਜ ਦਾ ਚਿਹਰਾ ਸਾਧ ਸੰਗਤ ਜੀ ਤੱਤੀ ਰੇਤ ਤੇ ਬੈਠੇ ਹੋਇਆ ਹੁੰਦਾ। ਤੋ ਪਾਤਸ਼ਾਹ ਮਹਾਰਾਜ ਨੇ ਸਾਨੂੰ ਪੂਰਨੇ ਪਾ ਕੇ ਵਿਖਾਏ ਹੈ ਵੀ ਬ੍ਰਹਮ ਗਿਆਨੀ ਇਕੱਲਾ ਅਸੀਂ ਬਾਣੀ ਵਿੱਚ ਗੱਲਾਂ ਨਾਲ ਨਹੀਂ ਕਿਹਾ, ਬ੍ਰਹਮ ਗਿਆਨੀ ਕੈਸਾ ਹੁੰਦਾ ਉਹ ਵੀ ਜਾਣ ਲਓ ਭਾਈ। ਤੋ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਸਿੱਖਿਆ ਇਹ ਮਹਾਰਾਜ ਦੀ ਸਾਖੀ ਸਾਡੇ ਹਿਰਦੇ ਵਿੱਚ ਵਸੇ। ਸਾਨੂੰ ਵੀ ਗੁਰੂ ਗਰੀਬ ਨਿਵਾਜ ਮਹਾਰਾਜ ਐਸੀ ਕਰਨੀ ਦਾ ਗੁਰਸਿੱਖਾਂ ਗੁਰਮੁਖਾਂ ਵਾਲੇ ਕਰਮ ਧਰਮ ਦਾ ਕਿਣਕਾ ਬਖਸ਼ ਦੇਣ। ਸਾਡਾ ਵੀ ਜੀਵਨ ਸਫਲਾ ਹੋਵੇ। ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ ਸੱਚੇ ਪਾਤਸ਼ਾਹ ਮਹਾਰਾਜ। ਅੱਗੇ ਸਾਧ ਸੰਗਤ ਜੀ ਫਿਰ ਸਤਿਗੁਰਾਂ ਨੂੰ ਅਗਲੇ ਦਿਨ ਚੰਦੂ ਪਾਪੀ ਵੱਲੋਂ ਤਪਦੀ ਹੋਈ ਸੁਰਖ ਲਾਲ ਲੋਹ ਦੇ ਉੱਪਰ ਬਿਠਾਇਆ ਗਿਆ। ਤਤੀ ਤਵੀ ਤੇ ਗੁਰੂ ਗਰੀਬ ਨਿਵਾਜ ਮਹਾਰਾਜ ਸਤਿਗੁਰਾਂ ਨੂੰ ਬਿਠਾਲ ਕਰਕੇ ਜਿਵੇਂ ਹੋਰ ਤਸੀਹੇ ਕਸ਼ਟ ਦਿੱਤੇ ਜਾਂਦੇ ਹੈ। ਇੱਧਰ ਚੰਦੂ ਦੀ ਨੂੰਹ ਨੇ ਪ੍ਰਲੋਕ ਗਮਨ ਕਰਨਾ, ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਧਾਰ ਕੇ ਉਹ ਪ੍ਰਸੰਗ ਕੱਲ੍ਹ ਆਵੇਗਾ। ਜਿਵੇਂ ਅੱਗੇ ਵੀ ਪ੍ਰਸੰਗ ਆਉਂਦੇ ਹੈ ਗਰੀਬ ਨਿਵਾਜ ਮਹਾਰਾਜ ਦਾ ਧਿਆਨ ਧਾਰਦਿਆਂ ਹੋਇਆਂ ਹਾਜ਼ਰੀ ਭਰ ਕੇ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੀਏ ਜੀ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਮਹਾਰਾਜ ਸਾਨੂੰ ਸਿੱਖੀ ਸਿਦਕ ਭਰੋਸਾ ਦਾਨ ਦੀ ਦਾਤ ਬਖਸ਼ਿਸ਼ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧੰਨ ਧੰਨ ਸਭ ਕਰਹਿ ਬਖਾਨਾ। ਇਨ ਤੇ ਬਿਨਾ ਨ ਐਸੋ ਆਨਾ। ਕਰ ਬੰਦਨ ਸੁਰ ਸਦਨ ਸਿਧਾਰੇ। ਆਪਸ ਬਿਖੈ ਬਿਰਤਾਂਤ ਉਚਾਰੇ। ਗਇਓ ਦੁਸ਼ਟ ਪੁਨ ਗੁਰੂ ਨਿਕਸਾਏ। ਪੂਰਬ ਥਲ ਤਹਿ ਆਨ ਬਿਠਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।